ਅੱਜ ਆਪਾਂ ਇਹ ਕਬੀਰ ਜੀ ਦੇ ਜਿਹੜੇ ਸ਼ਬਦ ਦਾਸਾ ਰਾਗ ਦੇ ਵਿੱਚ ਲੈ ਰਹੇ ਹਾਂ, ਉਹਦੇ ਵਿੱਚ ਜਿਹੜਾ ਹੈਗਾ 14ਵਾਂ ਸ਼ਬਦ ਲੈ ਰਹੇ ਹਾਂ 14th 479 ਅੰਗ ਦੇ ਉੱਤੇ 479। ਇਹਦੇ ਵਿੱਚ ਵੀ ਕਬੀਰ ਜੀ ਜਿਹੜੇ ਹੈਗੇ ਬਹੁਤ ਜਿਹੜੇ ਹੈਗੇ ਭਰਮ ਜਿਹੜੇ ਹੈਗੇ ਆ ਉਹਨਾਂ ਨੂੰ ਤੋੜਦੇ ਆ। ਭਰਮਾਂ ਦੇ ਗੜ੍ਹ ਇੰਨੇ ਜ਼ਬਰਦਸਤ ਜਿਹੜੀ ਸੇਧ ਹੈਗੀ, ਪਰ ਪਤਾ ਨਹੀਂ ਜਿਹੜੀ ਹੈਗੀ ਇਹ ਭਰਮ ਜਿਹੜੇ ਹੈਗੇ ਇਹਨਾਂ ਦੀ ਵੀ ਪਾਵਰ ਬਹੁਤ ਹੁੰਦੀ ਹੈ ਭਾਈ, ਕਿਉਂਕਿ ਮੈਜੋਰਟੀ ਜਿਹੜੀ ਹੈਗੀ ਉਹ ਭਰਮ ਦੇ ਨਾਲ ਕੁਇੱਕ ਜਿਹੜੀ ਹੈਗੀ ਚਾਹੁੰਦੀ ਹੈ ਵੀ ਜਲਦੀ ਤੋਂ ਜਲਦੀ ਜਿਹੜਾ ਹੈਗਾ ਆਪਣਾ ਕੰਮ ਬਣੇ, ਜਲਦੀ ਤੋਂ ਜਲਦੀ। ਆਸਾ ਸ੍ਰੀ ਕਬੀਰ ਜੀਓ ਕੇ ਪੰਜ ਪਦੇ 9 ਦੁੱਤ ਕੇ 5। ਇਹ ਪੰਜ ਪਦੇ ਕਹਿੰਦੇ ਆ 9 ਹੈਗੇ ਤੇ ਦੁੱਤ ਕੇ ਜਿਹੜੇ 2-2 ਤੁਕਾਂ ਵਾਲੇ ਹੈਗੇ ਇਹ 5 ਹੈਗੇ। ਟਾਈਟਲ ਤੇ ਹੀ ਦੱਸਤਾ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ। ਇਹ ਜਿਹੜੇ ਹੈਗੇ ਹੁਣ ਮੂਰਤੀ ਨੂੰ ਚੜਾਉਣ ਵਾਸਤੇ ਜਾਂ ਹੋਰ ਜਿਹੜਾ ਹੈਗੇ ਮੰਦਰ ਵਿੱਚ ਗੁਰਦੁਆਰੇ ਦੇ ਵਿੱਚ ਕਿਤੇ ਵੀ ਜਿਹੜਾ ਹੈਗਾ ਆਪਾਂ ਫੁੱਲ ਜਿਹੜੇ ਹੈਗੇ ਤੋੜਦੇ ਹਾਂ। ਫੁੱਲ ਦੇ ਬਾਰੇ ਜਿਹੜਾ ਹੈਗੇ ਕਬੀਰ ਜੀ ਫੁੱਲ ਤੋਂ ਜਿਹੜਾ ਹੈਗਾ ਫੁੱਲ ਦਾ ਦ੍ਰਿਸ਼ਟਾਂਤ ਦੇ ਕੇ ਆਪਾਂ ਨੂੰ ਗਿਆਨ ਦੇ ਰਿਹਾ। ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ। ਕਹਿੰਦੇ ਜਿਸ ਪੱਤੇ ਨੂੰ ਫੁੱਲਾਂ ਨੂੰ ਤੂੰ ਤੋੜ ਰਹੀ ਆ ਉਹਦੇ ਵਿੱਚ ਤਾਂ ਪੱਤੇ ਦੇ ਵਿੱਚ ਜਾਨ ਹੈਗੀ, ਲਾਈਵ ਹੈਗਾ। ਉਹ ਫੁੱਲ ਲਾਈਵ ਹੈਗਾ, ਪੱਤਾ ਲਾਈਵ ਹੈਗਾ, ਉਹ ਟਹਿਣੀ ਲਾਈਵ ਹੈਗੀ ਆ। पाती तोरे मालनी पाती पाती जियो जिस पाहन को पाती तोरा सो पाहन निर्जियो। और जिस पत्थर दे वास्ते तू जिहड़ी मूर्ति दे वास्ते जिहड़ी हैगी आ ये पत्थर लैके जा रही आ वो मूर्ति जिहड़ी हैगी निर्जियो हैगी, उहदे विच जान नहीं हैगी। पाती तोरे मालनी पाती पाती जियो जिस पाहन को पाती तोरा सो पाहन निर्जियो। निर्जियो ਦੇ ਵਾਸਤੇ ਜਿਹੜਾ ਹੈਗਾ ਜਿਓ ਨੂੰ ਜਿਹੜਾ ਹੈਗਾ ਵੱਧ ਕਰ ਦੇਣਾ। ਇਹ ਦੇਖ ਲਓ ਹਰੇਕ ਧਰਮ ਦੇ ਵਿੱਚ ਹੁੰਦਾ, ਹਰੇਕ ਧਰਮ ਦੇ ਵਿੱਚ ਜਿਹੜਾ ਹੈਗਾ ਕੋਈ ਵੀ ਧਾਰਮਿਕ ਰਸਮ ਹੁੰਦੀ ਆ ਤੇ ਉਹਦੇ ਲਈ ਮੁਸਲਮਾਨ ਵੀ ਦੇਖ ਲਓ, ਸਿੱਖ ਵੀ ਦੇਖ ਲਓ, ਹੋਰ ਵੀ ਜਿਹੜੇ ਕੋਈ ਵੀ ਹੈ ਜਿਹੜੇ ਹੈਗੇ ਉਹ ਇਹ ਜਿਹੜਾ ਨਿਰਜੀਓ ਦੇ ਅੱਗੇ ਜਿਓ ਨੂੰ ਵੱਧ ਕਰਦੇ। ਪੂਲੀ ਮਾਲਨੀ ਹੈ ਇਉਂ, ਇਹੋ ਨਹੀਂ ਇਉਂ। ਕਹਿੰਦੇ ਇਹ ਤਾਂ ਮਾਲਨੀ ਜਿਹੜੀ ਹੈ ਇਹ ਜਿਹੜਾ ਹੈਗਾ ਭਗਤੀ ਕਰਨ ਵਾਲਾ ਜਿਹੜਾ ਹੈਗਾ ਪੂਜਾ ਕਰਨ ਵਾਲਾ ਜਿਹੜਾ ਹੈਗਾ ਇਹ ਤਾਂ ਭੁੱਲਿਆ ਹੋਇਆ। ਇਹ ਤਾਂ ਬੇਸਿਕਲੀ ਫੰਡਾਮੈਂਟਲੀ ਰੋਂਗ ਚਲਾ ਗਿਆ, ਇਹ ਗਲਤ ਚਲਾ ਗਿਆ। ਭੋਲੀ ਮਾਲਨੀ ਹੈ ਇਉਂ ਸਤਿਗੁਰ ਜਾਗਤਾ ਹੈ ਦਿਓ ਰਹਾਓ। ਕਹਿੰਦੇ ਸਤਿਗੁਰੂ ਤਾਂ ਜਾਗਦਾ ਹੈ, ਸਤਿਗੁਰੂ ਤਾਂ ਬ੍ਰਹਮ ਹੈਗਾ। ਉਹ ਸਤਿਗੁਰੂ ਜਿਹੜਾ ਹੈਗਾ ਉਹ ਤਾਂ ਬ੍ਰਹਮ ਹੈਗਾ ਲਾਈਫ। ਸਤਿਗੁਰ ਜਾਗਤਾ ਹੈ ਦਿਓ, ਉਹ ਤਾਂ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਤਾਂ ਹਰ ਜਗ੍ਹਾ ਤੇ ਅੰਦਰ ਬਾਹਰ ਹਰ ਜਗ੍ਹਾ ਤੇ ਹੈਗਾ। ਔਰ ਬ੍ਰਹਮ ਗਿਆਨੀ ਜਿਹੜੇ ਹੈਗੇ ਉਹ ਵੀ ਉਹਦਾ ਰੂਪ ਹੈਗੇ। ਭੋਲੀ ਮਾਲਨੀ ਹੈ ਇਉਂ ਸਤਿਗੁਰ ਜਾਗਤਾ ਹੈ ਦਿਓ ਰਹਾਓ। ਬ੍ਰਹਮ ਪਾਤੀ ਬਿਸਨ ਡਾਰੀ ਫੂਲ ਸ਼ੰਕਰ ਦਿਓ तीन देव पर तक पूज तोरै करें किसकी सेव। कहते ब्रह्म जिहड़ा है ब्रह्मा जिहड़ा हैगा पत्ती, ब्रह्मा दी पत्ती, विष्णु दी डारी, विष्णु दी डारी, ब्रह्मा जिहड़ा हैगा पैदा करने वाला है, विष्णु डारी, फूल शंकर देव जिहड़ा हैगा फुल हैगे। कहते तीन देव पर तक तोरै करें किसकी सेव। कहते तीन देवते तो तू परतख तोड़ ले, हुण इहदी सेवा किहदे वास्ते लैके जा रही है, किहदी सेवा करनी है, वो मूर्ति की सेवा करनी है। पाखान गढ़ कै मूरत कीनी दे कै छाती पाओ। कहते मूर्ति कित्थों बनी है, पत्थर तो बनी है, पहाड़ के पत्थर लैके वड्डा पत्थर बहुत वड्डी मूर्ति ओनू जिहड़ा हैगा तराश के गढ़ के ते वो मूर्ति बनाई गई। और किन्ना टाइम 6-6 महीने 2-2 3-3 साल जिहड़े लग जाते हैं उन्होंने जिहड़ा हैगा वो मूर्ति जिहड़ी है, बंदा तो छोटा जिहा मूर्ति बहुत वड्डी है किवें बनूगी, ओदे उत्ते चढ़ के बनती है मूर्ति।
ਅੱਖਾਂ ਤੇ, ਛਾਤੀ ਤੇ, ਹਰ ਜਗ੍ਹਾ ਤੇ ਪੈਰ ਰੱਖ ਕੇ ਮੂਰਤੀ ਬਣਦੀ ਹੈ ਜਿਹਨੂੰ ਕੀ ਪੂਜਣਾ ਹੈ। ਪਾਖਾਨ ਗੜ ਕੇ ਮੂਰਤ ਕੀਨੀ ਦੇਖੈ ਛਾਤੀ ਪਾਉ, ਕਹਿੰਦੇ ਛਾਤੀ ਤੇ ਤਾਂ ਪੈਰ ਰੱਖ ਕੇ ਮੂਰਤੀ ਬਣਾਈ ਆ। ਜੇ ਮੂਰਤ ਸਾਚੀ ਹੈ ਤਾਂ ਗੜਨ ਹਾਰੇ ਖਾਓ, ਕਹਿੰਦੇ ਜੇ ਮੂਰਤ ਦੇ ਵਿੱਚ ਦਮ ਹੈਗਾ, ਸੱਚੀ ਹੈਗੀ, ਤੇ ਪਹਿਲਾਂ ਤਾਂ ਜਿਹੜਾ ਛਾਤੀ ਤੇ ਜਿਹਨੇ ਪੈਰ ਰੱਖ ਕੇ ਬਣਾਈ ਹੈ, ਸਭ ਤੋਂ ਪਹਿਲਾਂ ਤਾਂ ਉਹਦਾ ਭੋਗ ਪਾਏ। ਹਾਂਜੀ ਗੁਰਕਿਰਪਾ, ਮੈਂ ਤਾਂ ਅੱਗੇ ਲੰਘ ਗਿਆ। ਪਾਤੀ ਤੋਰ ਹੈ ਮਾਲਨੀ ਪਾਤੀ ਪਾਤੀ ਜਿयो, ਜਿਸ ਪਾਹਨ ਕੋ ਪਾਤੀ ਤੋਰ ਹੈ ਸੋ ਪਾਹਨ ਨਿਰਜੀਓ। ਹਾਂਜੀ ਬੇਟਾ। ਹਾਂਜੀ ਸਾਧ ਸੰਗਤ ਜੀ, ਇੱਥੇ ਬਾਣੀ ਚ ਕਬੀਰ ਜੀ ਫਿਰ ਸਾਨੂੰ ਸਮਝਾ ਰਹੇ ਨੇ, ਇਹ ਗੱਲ ਗਹਿਰੀ ਕਰ ਗਏ ਨੇ। ਇਹ ਕਹਿੰਦੇ ਆ ਕਿ ਜਿਹੜਾ ਇਨਸਾਨ ਆ ਉਹ ਕੀ ਕਰ ਰਿਹਾ ਹੈ ਕਿ ਜੀਵਤ ਚੀਜ਼ਾਂ ਕੋਲੋਂ ਚੀਜ਼ਾਂ ਖੋਹ ਲੈਂਦਾ ਤੇ ਜਿਹੜੀਆਂ ਨਿਰਜੀਵ ਹੁੰਦੀਆਂ ਵਾ ਉਹਨਾਂ ਨੂੰ ਉਹਦੀ ਪੂਜਾ ਕਰਦਾ ਹੈ ਔਰ ਉਹਨਾਂ ਤੇ ਚੜਾਵਾ ਚੜਾਈ ਜਾਂਦਾ ਹੈ। ਹੁਣ ਤੁਸੀਂ ਦੇਖਿਆ ਹੋਊਗਾ, ਇੱਕ ਇਨਸਾਨ ਠੱਗੀਆਂ ਮਾਰਦਾ ਹੈ, ਗਲਤ ਤਰੀਕੇ ਨਾਲ ਪੈਸਾ ਕਮਾਉਂਦਾ ਹੈ, ਫਿਰ ਉਸੇ ਪੈਸੇ ਦੇ ਨਾਲ ਫਿਰ ਧਾਰਮਿਕ ਸਥਾਨ ਬਣਾ ਦਿੰਦਾ ਹੈ। ਨਿਜਲ ਸਾਹਿਬ। ਹਾਂਜੀ ਬਿਲਕੁਲ ਠੀਕ ਹੈ ਜੀ। ਹਾਂ, ਕਿਉਂਕਿ ਫੁੱਲਾਂ ਦੀ ਗੱਲ ਨਹੀਂ ਕੀਤੀ ਕਬੀਰ ਜੀ ਨੇ। ਜੇ ਆਪਾਂ ਇਕੱਲੇ ਫੁੱਲਾਂ ਤੱਕ ਰਹਿਣ ਦਾਂਗੇ ਨਾ ਤੇ ਗੱਲ ਜਿਹੜੀ ਹੈ ਨਾ ਉਹਦੇ ਚ ਦਮ ਨਹੀਂ ਬਣੇਗਾ। ਕਿਉਂਕਿ ਕਬੀਰ ਜੀ ਦਾ ਕਹਿਣ ਤੋਂ ਭਾਵ ਇਹ ਹੈ ਕਿ ਤੂੰ ਉੱਥੇ ਕੁਝ ਸੋਨੇ ਦਾ ਹਾਰ, ਤੁਸੀਂ ਵੇਖਿਆ ਨਹੀਂ ਆਮ ਹੀ ਧਾਰਮਿਕ ਸਥਾਨਾਂ ਤੇ ਕੋਈ 20 ਕਿਲੋ ਦੀ ਕਿਰਪਾਨ ਤੇ ਕੁਝ ਚੜੀ ਜਾਂਦੇ ਆ। ਕਬੀਰ ਜੀ ਕਹਿ ਰਹੇ ਨੇ ਕਿ ਜਿਹੜੀ ਚੀਜ਼ ਜਿੰਦਾ ਹੈ ਤੂੰ ਉਹਦੀ ਤਾਂ ਕਦਰ ਨਹੀਂ ਕਰਨ ਦਿਆ। ਬਿਲਕੁਲ। ਔਰ ਉਹਦਾ ਪੈਰ ਖੋ ਕੇ ਤੇ ਤੂੰ ਇਹ ਜੜ ਚੀਜ਼ਾਂ ਜੜ ਦੇ ਉੱਤੇ ਚੜੀ ਜਾਂਦੇ ਆ। ਉਹਦੇ ਨਾਲ ਦੱਸ ਤੈਨੂੰ ਕੋਈ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਕੋਈ ਕੀਮਤ, ਕੋਈ ਵੈਲਿਊ ਪ੍ਰਾਪਤ ਹੋਵੇਗੀ? ਕੀ ਤੂੰ ਕਦੇ ਸੋਚਿਆ? ਨਹੀਂ ਹੋਵੇਗੀ, ਬਿਲਕੁਲ ਨਹੀਂ ਹੋਵੇਗੀ। ਜਦੋਂ ਅੱਜ ਇਨਸਾਨ ਜਿਹੜਾ ਹੈ ਉਹ ਗੜਬੜ ਕਰਦਾ ਹੈ, ਮਾੜੇ ਕਰਮ ਕਰਦਾ ਹੈ ਔਰ ਮਾੜੇ ਕਰਮ ਕਰਕੇ ਪੈਸਾ ਇਕੱਠਾ ਕਰਦਾ। ਬਾਣੀ ਚ ਕਿਹਾ ਪਾਪੇ ਬਾਜ ਇਕੱਠੀ ਹੋਵੇ ਨਾ। ਹਾਂ, ਪਾਪੇ ਬਾਜ ਜੋ ਹੋਏ ਨਾ ਮੂਹਿਆਂ ਸਾਥ ਨਾ ਜਾਏ। ਇੰਨਾ ਪੈਸਾ ਕਿੱਥੋਂ ਆਇਆ? ਕਿੱਥੋਂ ਆ ਗਿਆ ਇੰਨਾ ਪੈਸਾ? ਤੂੰ ਇੱਕ ਟੀਨ ਬਾਜ਼ਾਰੋਂ ਖਰੀਦੀ ਕੇ ਪਤਾ ਨਹੀਂ ਕਿੰਨੇ ਹਜ਼ਾਰਾਂ ਦਾ ਪੈਂਦੇ ਆ, ਤੇ ਤੂੰ ਇੱਕ ਟਰੱਕ ਟੀਨ ਦੇਸੀ ਘਿਓ ਦਾ ਧਾਰਮਿਕ ਸਥਾਨਾਂ ਤੇ ਚੜ ਗਿਆ। ਇਹ ਕਿੱਥੋਂ ਆਏ ਤੇਰੇ ਕੋਲ ਪੈਸੇ? ਇਹਦਾ ਕੋਈ ਸਬੂਤ ਹੈ? ਇੱਕ ਬਜਰੀ ਦਾ ਟਰੱਕ ਚੜ ਗਿਆ, ਕਿੱਥੋਂ ਆਏ ਪੈਸੇ? ਤੂੰ ਮਿਹਨਤ ਕੀਤੀ ਹੈ? ਕਿੱਥੋਂ ਆਏ ਨੇ? ਇਹ ਤਾਂ ਕਿਤੇ, ਕਿਉਂਕਿ ਪੈਸਾ ਸਾਧ ਸੰਗਤ ਜੀ ਦੇਖੋ, ਇੱਕ ਚੀਜ਼ ਦੇਖੋ, ਪੈਸਾ ਤੁਹਾਡੇ ਕੋਲ ਓਨਾ ਕੀ ਹੋਣਾ, ਤੁਹਾਡਾ ਜੀਵਨ ਹੀ ਚੱਲੇਗਾ ਥੋੜਾ ਬਹੁਤਾ। ਕਿਉਂਕਿ ਹੁਣ 100 ਰੁਪਏ ਦੀ ਚੀਜ਼ ਹੈ, 5-10 ਰੁਪਏ 20 ਰੁਪਏ ਉਹਦੀ ਚ ਤੁਸੀਂ ਕਮਾਈ ਕਰ ਸਕਦੇ। ਇਹ ਥੋੜੀ ਹੁਣ 100 ਰੁਪਏ ਦੀ ਚੀਜ਼ ਲਿਆ ਕੇ ਤੁਸੀਂ 1000 ਰੁਪਏ ਦੀ ਬਾਜ਼ਾਰ ਚ ਵੇਚ ਦੋਗੇ। ਪਰ ਬੰਦਾ ਚਾਰ ਕਰਦਾ ਹੈ, ਦੇਸ਼ਾਂ ਦਾ ਵੀ ਹੱਕ ਖਾ ਲੈਂਦਾ ਹੈ। ਹੁਣ ਜਦੋਂ ਮੰਨ ਲਓ ਫੈਕਟਰੀ ਚ ਕੰਮ ਕਰਦੇ ਨੇ ਲੇਬਰ, ਉੱਥੇ ਉਹਨਾਂ ਨੂੰ ਘੱਟ ਤਨਖਾਹ ਦਿੰਦਾ, ਉੱਥੇ ਉਹਨਾਂ ਦਾ ਮੁਨਾਫਾ ਜ਼ਿਆਦਾ ਕਮਾਉਂਦਾ। ਅਸਲ ਦੇ ਵਿੱਚ ਜਿਹੜੇ ਅਮੀਰ ਲੋਕ ਆ ਉਹਨਾਂ ਨੂੰ ਦਾਨ ਕਰਨ ਦੀ ਲੋੜ ਨਹੀਂ ਹੁੰਦੀ। ਉਹ ਕੇਵਲ ਇਨਸਾਫ ਕਰਨ, ਜੇ ਕੋਈ ਉਹਨਾਂ ਦੀ ਲੇਬਰ ਫੈਕਟਰੀ ਚ ਕੰਮ ਕਰਦੀ ਆ ਔਰ ਉਹਨਾਂ ਦਾ ਬਣਦਾ ਹੱਕ ਦੇਣਾ, ਇਹੋ ਹੀ ਇਹ ਧਰਮ ਹੈ ਉਹਦਾ। ਪਰ ਬੰਦਾ ਏਦਾਂ ਨਹੀਂ ਕਰਦਾ। ਬੰਦਾ ਉਹਨਾਂ ਦੇ ਪੈਸੇ ਇਕੱਠੇ ਕਰੀ ਜਾਂਦਾ, ਫਿਰ ਉਹਨਾਂ ਹੀ ਪੈਸਿਆਂ ਦਾ ਲੰਗਰ ਲਾ ਦਿੰਦਾ। ਇਹ ਸਾਰਾ ਕੁਝ ਉਹੀ ਆਉਂਦਾ ਹੈ ਕਿ ਜਿੱਦਾਂ ਆਪਾਂ ਇੱਕ ਜਿੰਦਾ ਬੰਦੇ ਕੋਲੋਂ ਪੈਸੇ ਖੋਹ ਲੈਂਦੇ ਆ ਔਰ ਫਿਰ ਉਹਨਾਂ ਪੈਸਿਆਂ ਦੇ ਨਾਲ ਧਾਰਮਿਕ ਕਰਮ ਕਾਂਡ ਕਰਦੇ ਹਾਂ। ਪ੍ਰਮਾਤਮਾ ਇਹਨਾਂ ਚੀਜ਼ਾਂ ਨੂੰ ਅਸੈਪਟ ਨਹੀਂ ਕਰਦਾ। ਹਾਂਜੀ ਨਿਜੋ ਸਰ। ਬਿਲਕੁਲ, ਬਹੁਤ ਵਧੀਆ ਗੁਰਕਿਰਪਾ ਸਾਹਿਬ। ਪਾਤੀ ਤੋਰੇ ਮਾਲਨੀ ਪਾਤੀ ਪਾਤੀ ਜਿयो, ਜਿਸ ਪਾਹਨ ਕੋ ਪਾਤੀ ਤੋरै ਸੋ ਪਾਹਨ ਨਿਰਜੀਓ। ਭੂਲੀ ਮਾਲਨੀ ਹੈ ਇਉਂ, ਸਤਿਗੁਰ ਜਾਗਤਾ ਹੈ ਦਿਓ ਰਹਾਓ। ਕਹਿੰਦੇ ਮਾਲਨੀ ਤਾਂ ਭੁੱਲੀ ਹੋਈ ਆ, ਉਹ ਪ੍ਰਮਾਤਮਾ ਗੁਰੂ ਉਹ ਤਾਂ ਜਾਗਤ ਹੈ, ਜਾਗਤ ਜੋਤ ਹੈਗੀ। ਹਾਂਜੀ ਹਾਂਜੀ ਸਾਧ ਸੰਗਤ ਜੀ ਫੇਰ ਕਹਿੰਦੇ ਆ ਭੁੱਲੀ ਮਾਲਨੀ ਹੈ ਦਿਓ ਇਉਂ, ਇਸ ਤਰ੍ਹਾਂ ਭੁੱਲੀ ਹੋਈ ਆ। ਉਹ ਕਹਿੰਦੇ ਆ ਕਿ ਇਨਸਾਨ ਜਿਹੜਾ ਏਦਾਂ ਭਰਮਾਂ ਦੇ ਵਿੱਚ ਭਟਕ ਰਿਹਾ, ਸੋਚੋ ਆਪ ਜਿਹੜੇ ਮਰਜ਼ੀ ਧਰਮ ਦੇ ਵਿੱਚ ਜਾ ਕੇ ਦੇਖੋ, ਕਿਤੇ ਉਹ ਤੁਹਾਨੂੰ ਕਹਿੰਦੇ ਆ ਕਿ ਇਹ ਜਿਹੜੇ ਪੈਸੇ ਸਾਨੂੰ ਨਾ ਦਿਓ, ਇਹ ਪੈਸੇ ਜਿਨ੍ਹਾਂ ਦੇ ਬਣਦੇ ਉਹਨਾਂ ਨੂੰ ਵਾਪਸ ਕਰ ਦਿਓ।
ਕਹਿੰਦੇ ਤੁਹਾਨੂੰ ਕਿਤੇ ਤੁਸੀਂ ਗਏ ਕਿਤੇ ਚੜਾਉਣ ਕਿ ਆ ਜੀ 50,000 ਚੜਾ ਤੁਹਾਨੂੰ ਚੜਾ ਦਿੰਦੇ ਹੋ, ਉਹ ਤੁਹਾਨੂੰ ਕਹਿੰਦੇ ਆ ਕਿ ਤੁਸੀਂ ਆਂਢ ਗੁਆਂਢ ਦੇ ਦਿਓ ਜਿਹਨੂੰ ਲੋੜ ਹੈਗੀ ਆ। ਉਹ ਤੇ ਕਹਿੰਦੇ ਆ ਕਿ ਤੇਰਾ ਬਾਹਰ ਦਾਨ ਕੀਤਾ ਕਿਸੇ ਕੰਮ ਨਹੀਂ ਆਉਣਾ, ਤੂੰ ਸਾਡੇ ਇੱਥੇ ਸੰਸਥਾ ਨੂੰ ਦੇਂਗਾ ਉਹੀ ਤੇਰਾ ਦਾਨ ਕੀਤਾ ਕੰਮ ਆਏਗਾ। ਤੁਸੀਂ 2-4 ਕਿੱਲੇ ਪੈਲੀ ਮੰਨ ਲਓ, ਤੁਹਾਡਾ ਕੋਈ ਬੱਚਾ ਨਹੀਂ ਹੈਗਾ, ਤੁਸੀਂ ਗੁਰਦੁਆਰੇ ਦੇਣਾ ਚਾਹੁੰਦੇ, ਮੰਦਿਰ 'ਚ ਦੇਣਾ ਚਾਹੁੰਦੇ ਜੋ, ਉਹ ਕਹਿੰਦੇ ਕਿ ਜਾ ਕੇ ਸਕੂਲ ਨੂੰ ਦੇ ਦੇ, ਸਕੂਲ ਖੋਲ ਦੇ ਉੱਥੇ, ਜਾਂ ਗਰੀਬਾਂ ਦਾ ਘਰ ਬਣਾ ਦੇ। ਕੋਈ ਕਹਿੰਦਾ ਤੁਹਾਨੂੰ ਏਦਾਂ? ਧਰਮ ਤੇ ਉਹੀ ਆ, ਪਰ ਇਹ ਹਿੰਮਤ ਨਹੀਂ ਨਾ ਕਹਿਣ ਦੀ। ਕਿਉਂ ਨਹੀਂ ਕਹਿੰਦੇ? ਕਿਉਂਕਿ ਉਹ ਇਹੋ ਤੇ ਭਰਮ ਪਾਏ ਲੋਕਾਂ ਨੂੰ। ਹੁਣ ਦਸਵੰਧ ਦੀ ਗੱਲ ਚੱਲਦੀ ਆ, ਦਸਵੰਧ ਜਿਹੜੀ ਹੈ ਨਾ ਉਹ ਨਾਮ ਦੀ ਗੱਲ ਕੀਤੀ ਵਾ, ਪੈਸੇ ਤੇ ਦਸਵੰਧ ਕੀਤੀ। ਹਾਂ, ਸਵਾਸਾਂ ਦਾ ਦਸਵੰਧ ਦੇਣਾ ਸੀ। ਆਹ ਤੇ ਪਰ ਲੋਕਾਂ ਨੇ ਵੇਖ ਲਓ ਕੀ ਕਹਿ ਛੱਡਿਆ, ਤੁਹਾਨੂੰ ਸਾਰਿਆਂ ਨੂੰ ਪਤਾ। ਪੈਸੇ ਦਾ ਦਸਵੰਧ ਕਹਿੰਦੇ ਕੱਢੋ, ਤੇਰਾ ਪੈਸਾ ਜਾਂਦਾ ਕਿੱਥੇ ਆ ਉਹਦਾ ਸਾਡੇ ਕੋਲ ਜਵਾਬ ਨਾ ਪਏ। ਅਸੀਂ ਬਹੁਤ ਪ੍ਰਚਾਰ ਕਰਤਾ, ਉੱਥੇ ਬਲਬ ਲਾਏ ਨੇ ਬੜੇ ਬੜੇ ਵੱਡੇ ਬਲਬ, ਤੁਸੀਂ ਬਲਬ ਦੀ ਲਾਈਟ ਖਾ ਲਓ ਇੱਥੋਂ ਆ ਕੇ। ਇਹ ਜਿਹੜਾ ਅਸੀਂ ਕੰਮ ਕਰ ਰਹੇ ਹਾਂ, ਕੋਈ ਇਹ ਪੈਸੇ ਦੇ ਜਿੱਦਾਂ ਮੰਨ ਲਓ ਕਿ ਕਰੋੜ ਰੁਪਇਆ ਚੜਿਆ, ਤੁਸੀਂ 80 ਲੱਖ ਖਾ ਜਾਓ, 20 ਲੱਖ ਦਾ ਕੋਈ ਕੰਮ ਕੀਤਾ ਕਿੱਥੇ ਧਰਮ ਜਾਂ ਮੰਦਿਰ। ਆਪ ਦੇਖੋ ਕਿੰਨੇ ਕਿੰਨੇ ਵੱਡੇ ਇੰਡੀਆ ਦੇ ਮੰਦਿਰ ਨੇ, ਉੱਥੇ ਪਤਾ ਨਹੀਂ ਕਿੰਨੇ ਕਿੰਨੇ ਟਨ ਸੋਨਾ ਪਿਆ। ਉਹ ਕਿੰਨਾ ਦਾ ਪੈਸਾ ਹੈ? ਤੁਹਾਡਾ ਪੈਸਾ। ਤਾਂ ਕਿਨੇ ਆਪਾਂ ਤੇ ਹੋਇਆ ਕੀ? ਕੁਛ ਵੀ ਨਹੀਂ। ਉਹ ਪੰਡਿਤਾਂ ਕੋਲ ਚਲ ਗਿਆ, ਉਹਨਾਂ ਨੇ ਟਰਸਟ ਬਣਾ ਲਏ ਆ, ਉਹ ਮਾਲਕ ਬਣ ਕੇ ਬੈਠੇ। ਉਹ ਪੈਸਾ ਉਹਨਾਂ ਨੇ ਗਵਰਨਮੈਂਟ ਨੂੰ ਦਿੱਤਾ, ਨਿੱਜਰ ਸਾਹਿਬ, ਰੈਂਟ ਲੋਨ ਦੇ ਤੌਰ ਤੇ। ਯੋਰ ਮਨੀ देयर ਚੋਇਸ। ਹਾਂ, ਤੇ ਦੇਖੋ ਆਪਾਂ ਲੋਕਾਂ ਨੂੰ ਜੇਕਰ ਉਹ ਗਲਤ ਨਜ਼ਰ ਆ ਰਹੇ ਨੇ ਤੇ ਅਸੀਂ ਕਿੰਨੇ ਕੁ ਸਿਆਣੇ ਆ। ਆਪ ਜਸਟ ਜਾ ਕੇ ਕਿਸੇ ਧਾਰਮਿਕ ਸਥਾਨ ਤੇ ਤੁਸੀਂ ਕਹੋ ਕਿ ਮੈਨੂੰ ਫ੍ਰੀ ਕਮਰਾ ਦਿਓ, ਮੇਰੇ ਕੋਲ ਪੈਸੇ ਨਹੀਂ ਹੈਗੇ, ਉਹ ਕਹਿੰਦੇ ਕਿ ਤੂੰ ਭਰਾ ਆਪਣੇ ਘਰ ਜਾ ਕੇ ਸੌਂ। ਤੇ ਉਹ ਸਾਹਮਣੇ ਹਾਲ ਹੀ ਤੇ 2000 ਬੰਦਾ ਸੁੱਤਾ, ਤੂੰ ਉੱਥੇ ਸੌਂ ਜਾ। ਆਪ ਜਸਟ ਪੁੱਛੋ। ਇਹ ਸਵਾਲ ਕਿੰਨੇ ਪੁੱਛਣੇ? ਇਹ ਸਵਾਲ ਇਹ ਸਾਨੂੰ ਪੁੱਛਣੇ ਚਾਹੀਦੇ ਆ। ਕਬੀਰ ਜੀ ਉਸੇ ਗੱਲ ਦੀ ਗੱਲ ਕਰ ਰਹੇ। ਜੇ ਮੈਂ ਉਹ ਫੁੱਲ ਤੇ ਗੱਲ ਖਤਮ ਕਰਦਾ ਨਾ ਕਿ ਫੁੱਲ ਚੜਾਉਣ ਵਾਸਤੇ ਨਹੀਂ ਮਨਾ ਕੀਤਾ ਕਿ ਨਿਰਜੀਵ ਦੇ ਸਾਹਮਣੇ ਮੂਰਤੀ ਤੇ ਫੁੱਲ ਚੜਾਏ ਆ, ਉਹ ਗੱਲ ਫੁੱਲ ਦੀ ਨਹੀਂ ਕੀਤੀ। ਗੱਲ ਉਹਨਾਂ ਨੇ ਦੂਜੀ ਕੀਤੀ ਆ ਕਿ ਜਿਉਂਦੇ ਇਨਸਾਨ ਦੀ ਕਦਰ ਨਹੀਂ ਆ। ਔਰ ਉਹ ਜਦੋਂ ਉਹ ਜਿਉਂਦੇ ਇਨਸਾਨ ਦੀ ਕਦਰ ਹੀ ਨਹੀਂ ਹੈ ਤੇ ਫਿਰ ਪ੍ਰਮਾਤਮਾ ਕਿੱਥੇ? ਦੱਸੋ ਮੈਨੂੰ। ਬਿਲਕੁਲ, ਪਰਮਾਤਮਾ ਤੇ ਜਰਰੇ ਚ ਬੈਠਾ, ਔਰ ਚੇਤਨ ਹੈਗਾ। ਔਰ ਜੇ ਕੋਈ ਲੋੜਵੰਦ ਹੈਗਾ, ਕਿਸੇ ਨੂੰ ਲੋੜ ਹੈ ਟ੍ਰੀਟਮੈਂਟ ਦੀ ਜਾਂ ਕਿਸੇ ਨੂੰ ਲੋੜ ਹੈ ਫੀਸ ਦੀ, ਕਿਤੇ ਇਹਨਾਂ ਨੇ ਕਿਹਾ ਕਿ ਤੁਹਾਡੇ ਬੱਚਿਆਂ ਦੀਆਂ, ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ, ਸਾਡੇ ਕੋਲ ਇੱਥੇ ਆਪਣੇ ਜੋ ਕਰੋ, ਪਿੰਡ ਦੇ ਸਰਪੰਚ ਤੋਂ ਸਟੈਂਪ ਲਾ ਕੇ ਲਿਆਓ, ਤੁਹਾਡੇ ਬੱਚੇ ਦੀ ਫੀਸ ਹੀ ਪੇ ਕਰਦੇ ਹੋ। ਕੰਮ ਕੀ ਹੈ ਧਰਮ ਦਾ? ਇਹ ਸੰਸਥਾਵਾਂ ਕਿਸ ਲਈ ਚਲਾਈਆਂ ਸਨ? ਗੁਰੂ ਨਾਨਕ ਪਾਤਸ਼ਾਹ ਤੇ ਆਪਣੇ 20 ਰੁਪਏ ਦਿੱਤੇ ਸੀ, ਲੰਗਰ ਲਾਇਆ ਸੀ ਉਹਨਾਂ ਨੇ, ਆਪਣੇ ਦਿੱਤੇ ਸੀ, ਨਾ ਕਿ ਲੋਕਾਂ ਨੇ ਚੜਾਵਾ ਚੜਾਇਆ ਤੇ ਉਹ ਦਿੱਤੇ ਸੀ। ਨਿੱਜਰ ਸਾਹਿਬ, ਬਿਲਕੁਲ ਆ ਚੀਜ਼ਾਂ ਦੇਖੋ ਸਾਧ ਸੰਗਤ ਜੀ। ਇਹ ਤੇ ਕਹਿੰਦੇ ਦੇ ਦੋ ਬਸ, ਇਨਕਮਿੰਗ ਹੈਗੀ, ਆਊਟ ਗੋਇੰਗ ਨਹੀਂ ਹੈਗੀ। ਪਰ ਇਹ ਸਾਨੂੰ ਵਿਚਾਰ ਕਰਨ ਦੀ ਲੋੜ ਹੈ। ਜੇ ਗਲਤ ਜਗ੍ਹਾ ਤੇ ਆਪਾਂ ਦਾਨ ਦੇ ਰਹੇ ਹਾਂ ਨਾ, ਉਹ ਵੀ ਇੱਕ ਪਾਪ ਜੇ। ਸਾਧ ਸੰਗਤ ਜੀ, ਇੱਕ ਗਲਤ ਬੰਦੇ ਨੂੰ ਤੁਸੀਂ ਵੋਟ ਪਾ ਰਹੇ ਜੋ, ਉਹ ਵੀ ਇੱਕ ਪਾਪ ਜੇ। ਪਰਮਾਤਮਾ ਦੇਖ ਰਿਹਾ ਹੈ ਸਾਨੂੰ, ਅਸੀਂ ਕਿੱਥੇ ਬੇਈਮਾਨੀ ਕਰ ਰਹੇ ਹਾਂ। ਜਿੱਥੇ ਵੀ ਅਸੀਂ ਬੇਈਮਾਨੀ ਕਰਾਂਗੇ ਉਹ ਸਾਡੇ ਚਿੱਤ ਦੇ ਅੰਦਰ ਲਿਖਿਆ ਜਾਏਗਾ। ਇਹੋ ਹੀ ਹੈ ਜੀਵਨ। ਜੀਵਨ ਦਾ ਮਤਲਬ ਕੋਈ ਗੁਰਦੁਆਰੇ ਮੰਦਿਰ 'ਚ ਨਹੀਂ ਜਾਣਾ। ਜੀਵਨ ਦਾ ਮਤਲਬ ਜਿਉਣਾ। ਕਿੱਦਾਂ ਜੀਣਾ ਹੈ ਇਹ ਜੀਵਨ ਨੂੰ? ਸਵੇਰੇ ਉੱਠਣਾ ਹੈ, ਔਰ ਕੀ ਮੈਂ ਆਪਣੇ ਜੀਵਨ ਨੂੰ ਉਹਦੀ ਸਮਗਰਤਾ ਦੇ ਵਿੱਚ ਜੀਵਨ ਬਤੀਤ ਕਰ ਰਿਹਾ? ਕਿਤੇ ਮੈਂ ਭੱਜ ਤੇ ਨਹੀਂ ਰਿਹਾ? ਔਖਾ ਕੰਮ ਹੈ। ਉਹ ਤੇ ਕਹਿੰਦੇ ਆ ਕਿ ਆਸਾਨ ਤੇ ਹੈ ਹੀ ਨਹੀਂ। ਬਿਲਕੁਲ ਬਾਣੀ 'ਚ ਮਨਾ ਕੀਤਾ ਹੈ ਕਿ ਇਹ ਔਖਾ ਵਾ। ਇਹ ਬਿਲਕੁਲ ਆਸਾਨ ਕੰਮ ਨਹੀਂ ਹੈਗਾ ਜਿਹੜਾ ਤੁਸੀਂ ਤੇ ਕਬੀਰ ਜੀ ਕਹਿ ਰਹੇ ਮੈਂ ਉਹ ਪਹਾੜੀ ਤੇ ਚੜ ਰਹੇ ਹਾਂ। ਬਿਲਕੁਲ ਔਖਾ ਕੰਮ ਹੈ, ਸੌਖਾ ਕੰਮ ਨਹੀਂ ਹੈਗਾ। ਜੇ ਸੌਖਾ ਹੁੰਦਾ ਤਾਂ ਨਾ ਕਹਿ ਦੇਣਾ ਸੀ ਬੜਾ ਸੌਖਾ ਕੰਮ ਹੈ। ਨਿੱਜਰ ਸਾਹਿਬ, ਸਹੀ ਹੈ ਗੱਲ? ਬਿਲਕੁਲ ਸਹੀ ਆ। ਕਬੀਰ ਜੀ ਤਾਂ ਕਹਿੰਦੇ ਜਦ ਦਾ ਮੈਨੂੰ ਪਤਾ ਲੱਗਿਆ ਧਰਮ ਦਾ ਰਸਤਾ ਹੈ, ਇਹ ਤਾਂ ਪੂਰੀ ਬਲਾ ਪੈ ਗਈ। ਪਹਿਲਾਂ ਤਾਂ ਆਰਾਮ ਨਾਲ ਸੌਂਦੇ ਸੀਗੇ। ਕਬੀਰ ਜੀ ਦਾ ਇੱਕ ਸ਼ਬਦ ਚ ਆਉਂਦਾ ਹੈ, ਕਹਿੰਦੇ ਆਰਾਮ ਨਾਲ ਚੈਨ ਨਾਲ ਸੌਂਦਾ ਸੀ, ਹੁਣ ਤਾਂ ਪੂਰੀ ਬਲਾ ਪੈ ਮੇਰੇ ਗਲ ਪੈ ਗਈ ਆ। ਆਹ ਧਰਮ ਦਾ ਮਤਲਬ ਤੇ ਬੜਾ ਔਖਾ ਕੰਮ ਹੈ। ਧਰਮ ਦਾ ਮਤਲਬ ਆ ਤੁਸੀਂ ਨਹਾ ਕੇ ਫਿਰ ਤੌਲੀਆ ਨਹੀਂ ਛੱਡ ਸਕਦੇ ਬਾਥਰੂਮ 'ਚ। ਤੁਹਾਨੂੰ ਤੌਲੀਆ ਬਾਹਰ ਸੁੱਕਣੇ ਪਾਉਣਾ ਪੈਣਾ। ਆਪ ਜਸਟ ਸੋਚੋ,
ਆਪ ਸੋਚੋ ਕਿ ਕਿਸੇ ਬੰਦੇ ਨੂੰ ਤੁਸੀਂ ਮਿਸਯੂਜ਼ ਨਹੀਂ ਕਰ ਸਕਦੇ। ਆਪ ਤੁਹਾਨੂੰ ਬਰਾਬਰ ਕਰਨਾ ਪੈਣਾ ਬੈਲੈਂਸਿੰਗ। ਇਹੋ ਹੀ ਤੇ ਲਾਈਫ ਹੈ। ਲਾਈਫ ਦਾ ਮਤਲਬ ਕੀ ਹੈ? ਉਹ ਕਰਜ਼ਾ ਚਾੜ ਦੇਣਾ ਅਗਲੇ ਨੇ ਤੁਹਾਡੇ ਤੇ। ਹੁਣ ਜਿਹੜਾ ਠੱਗੀ ਮਾਰਨ ਵਾਲਾ ਨਾ, ਵੈਸੇ ਆਮ ਤੌਰ ਤੇ ਆਪਾਂ ਇਹ ਸੋਚਦੇ ਹਾਂ ਉਹ ਠੱਗੀ ਮਾਰ ਕੇ ਵੇਖੋ ਕਿੰਨਾ ਤਕੜਾ ਹੋ ਗਿਆ, ਪਰ ਉਹ ਗਰੀਬ ਹੋ ਗਿਆ ਜੀ, ਉਹ ਨਹੀਂ ਤਕੜਾ ਹੋਇਆ। ਠੱਗੀ ਮਾਰਨ ਵਾਲਾ ਘਾਟੇ 'ਚ ਆ, ਖਾਣ ਵਾਲਾ ਘਾਟੇ 'ਚ ਥੋੜੀ ਆ। ਹੁਣ ਤੇ ਕੋਈ ਨੁਕਸਾਨ ਨਹੀਂ ਹੈ, ਉਹਨੇ ਤੇ ਫੇਰ ਕਮਾ ਲੈਣੇ ਆ। ਪਰ ਜਿਹੜਾ ਮਾਰ ਗਿਆ ਉਹਨੇ ਗਲ 'ਚ ਮਰਿਆ ਸੱਪ ਪਾ ਲਿਆ, ਉਹ ਲੈਣਾ ਨਹੀਂ ਉਹਦੇ। ਹਾਂਜੀ ਨਿਜਰ ਸਾਹਿਬ, ਇੱਥੇ ਕਹਿੰਦੇ ਆ ਭੂਲੀ ਮਾਲਣੀ ਹੈ ਇਹੋ ਸਤਿਗੁਰ ਜਾਗਤਾ ਹੈ ਦਿਓ। ਬਾਣੀ ਚਾਹੁੰਦਾ ਹੈ ਵੀ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ ਸਭ ਮੇਰੇ ਸਮਾਏ। ਕਹਿੰਦੇ ਜਿਨ੍ਹਾਂ ਨੇ ਠੱਗੀ ਮਾਰਿਆ ਸਾਰਿਆਂ ਦੇ ਵਿੱਚ ਤਾਂ ਉਹ ਸਤਿਗੁਰੂ, ਉਹ ਮਾਲਕ ਪਰਮਾਤਮਾ ਹੈਗਾ। ਤੂੰ ਠੱਗੀ ਕਿਹਨਾਂ ਮਾਰ ਰਿਹਾ? ਹਾਂ, ਇਹ ਸਾਨੂੰ ਤੇ ਨਹੀਂ ਦਿਖਦਾ ਪਿਆ, ਕਿਉਂਕਿ ਅਸੀਂ ਵੇਂਦੇ ਸਾਡੀ ਪੋਜੀਸ਼ਨ ਕੀ ਦੱਸੋ, ਸਾਡੇ ਪੱਲੇ ਕੀ ਹੈ? ਕੁਛ ਬਹੁਤਾ ਬੜੇ ਤੁਰਕਮ ਖਾਨ ਹੈਗੇ, ਕੁਛ ਨਹੀਂ ਹੈਗੇ, ਬਹੁਤ ਛੋਟੇ ਜਿਹੇ ਕੀੜੇ ਹੈਗੇ। ਪਰ ਜਿਹਦੀ ਸਕਰੀਨ ਹੈਗੀ ਉਹ ਸਾਰਾ ਕੁਝ ਵੇਂਦਾ ਪਿਆ, ਕੌਣ ਕੀ ਕਰਦਾ ਇਹੋ ਤੇ ਵੇਖਣ ਦਿਆ। ਹੋਰ ਪ੍ਰਮਾਤਮਾ ਨੇ ਕੀ ਬਣਾਇਆ? ਕਹਿੰਦਾ ਮੈਂ ਹਾਂ ਪਰਮ ਪੁਰਸ਼ ਕਾ ਦਾਤਾ ਦੇਖਣ ਆਇਆ ਜਗਤ ਤਮਾਸ਼ਾ। ਇਹ ਤੇ ਉਹਦਾ ਤਮਾਸ਼ਾ ਹੈ। ਪ੍ਰਪੰਚ ਮਾਇਆ ਰਚੀ ਹੋਈ ਨੇ, ਔਰ ਮਾਇਆ ਦੇ ਵਿੱਚ ਹੁਣ ਕਿਹੜੇ ਕਿਹੜੇ ਕੀੜੇ ਫਸਦੇ ਆ ਉਹ ਚੁੱਕੀ ਜਾਂਦੇ ਅਗਲੇ। ਤੇ ਇਸ ਕਰਕੇ ਇੱਥੇ ਆਪਾਂ ਨੂੰ ਸੋਚਣ ਦੀ ਤੇ ਵਿਚਾਰ ਕਰਨ ਦੀ ਲੋੜ ਹੈ। ਜੀਵਨ ਬੜਾ ਹੀ ਪੇਚੀਦਾ ਮੈਟਰ ਆ, ਇਹ ਕੋਈ ਆਸਾਨ ਨਹੀਂ। ਇਹਨੂੰ ਬੜੇ ਤਰੀਕੇ ਨਾਲ ਖੇਡਣਾ ਹੈ ਇੱਕ ਚੰਗੇ ਖਿਡਾਰੀ ਦੀ ਤਰ੍ਹਾਂ, ਔਰ ਇਹ ਨਹੀਂ ਗਲਤੀਆਂ ਦੀ ਗੁੰਜਾਇਸ਼ ਨਹੀਂ ਹੈਗੀ। ਬਹੁਤ ਮੁਸ਼ਕਿਲ ਹੈ। ਕਈ ਬੰਦੇ ਵੇਖੋ ਥੋੜੀ ਥੋੜੀ ਗਲਤੀਆਂ ਕਰਕੇ ਵੇਖ ਲਿਓ, ਮੁੜ ਕੇ ਤੁਹਾਡਾ ਐਸਾ ਜਿਹੜਾ ਪੈਂਤੜਾ ਵਿਖੜ ਜਾਣਾ, ਮੁੜ ਕੇ ਤੁਹਾਡੇ ਕੋਲ ਇਕੱਠਾ ਹੀ ਨਹੀਂ ਹੋਣਾ। ਤੁਹਾਡੀ ਜ਼ਿੰਦਗੀ ਲੰਘ ਜਾਣੀ ਹੈ, ਉੱਥੇ ਉਲਝੇ ਰਹੋਗੇ। ਵੇਖੋ ਕਈ ਬੰਦੇ ਮਿਸਟੇਕ ਕਰਦੇ ਨੇ, ਮੁੜ ਕੇ ਰਿਕਵਰੀ ਨਹੀਂ ਹੈਗੀ, ਉਹ ਪਤਾ ਨਹੀਂ ਕਿੱਥੇ ਫਸ ਜਾਂਦੇ। ਮੁੜ ਕੇ 25 30 40 ਸਾਲ ਲੰਘ ਜਾਂਦੇ, ਮੁੜ ਕੇ ਉਮਰ ਲੰਘ ਜਾਂਦੀ ਹੈ, ਹੋ ਗਿਆ ਇਹ ਕੰਮ। ਬਿਲਕੁਲ। ਇਸ ਕਰਕੇ ਜ਼ਿੰਦਗੀ ਨੂੰ ਬੜੇ ਧਿਆਨ ਨਾਲ ਚਲਾਉਣਾ ਹੈ। ਥੋੜਾ ਘੱਟ ਖਾ ਲਓ, ਸਾਫ਼ ਸੁਥਰਾ ਖਾ ਲਓ। ਪਹਿਲੀ ਗੱਲ ਇੱਥੇ ਗਲਤੀ ਕੀਤੀ ਤੇ ਇੱਥੇ ਬੜਾ ਫਸਾਲਾ, ਇੱਥੇ ਬੜਾ ਫਲ ਮਿਲ ਜਾਂਦਾ, ਪਰੇਸ਼ਾਨੀ ਹੋ ਜਾਂਦੀ। ਇੱਥੇ ਬਹੁਤ ਪਰੇਸ਼ਾਨੀ ਆ, ਬਹੁਤ ਫਲ ਮਿਲੇਗਾ ਔਖਾ। ਉਸ ਤੋਂ ਬਾਅਦ ਫਿਰ ਇਹ ਚੀਜ਼ ਇੱਥੇ ਖਤਮ ਨਹੀਂ ਹੋਏਗੀ, ਕਿਉਂਕਿ ਪ੍ਰਕਿਰਤੀ ਚੀਜ਼ ਨੂੰ ਛੱਡਦੀ ਨਹੀਂ। ਹਾਂਜੀ ਨਿਜਰ ਸਾਹਿਬ ਅੱਗੇ ਚੱਲੀਏ। ਉਹ ਕਹਿੰਦੇ ਆ ਕਿ ਮਾਇਆ ਸੰਸਾਰ ਜਿਹੜਾ ਹੈ ਉਹ ਜੜ ਦੇ ਪਿੱਛੇ ਚੱਲ ਫਿਰਦਾ ਹੈ। ਕੱਲ ਮੇਰੇ ਕੋਲ ਇੱਕ ਗਰੁੱਪ ਹੈਗਾ, ਪੰਡਤਾਂ ਦਾ ਗਰੁੱਪ ਆ। ਪੱਥਰ ਦੇ ਉੱਤੇ ਬੜਾ ਦੁੱਧ ਪਾ ਮਲੀ ਜਾਂਦੇ, ਉਹਨੂੰ ਪਤਾ ਨਹੀਂ ਕੀ ਵਿੱਚੋਂ ਨਾ ਕੱਢਣਾ ਵਾ ਮੂਰਤੀ ਚੋਂ। ਤੇ ਘਰ ਜਿਹੜੇ ਉਹਨਾਂ ਦੇ ਬੈਠੇ ਹੋਣਗੇ ਮੇਰੇ ਹਿਸਾਬ ਨਾਲ 2-4 ਬਜ਼ੁਰਗ, ਉਹਨਾਂ ਨੇ ਕਿਤੇ ਨਾ ਪਾਣੀ ਨੀ ਪੁੱਛਿਆ ਹੋਣਾ। ਪਰ ਏਦਾਂ ਦੀ ਸੋਚ ਹੈ ਬੰਦੇ ਦੀ। ਬਾਣੀ ਕਹਿੰਦੀ ਆ ਕਿ ਤੂੰ ਗੁਰਦੁਆਰੇ ਮੰਦਿਰ ਚ ਸੇਵਾ ਬਾਅਦ ਚ ਕਰਨ ਜਾਵੀਂ, ਪਹਿਲਾਂ ਵੇਖ ਤੇਰੇ ਘਰ ਚ ਤੇਰੇ ਆਂਢ ਗੁਆਂਢ, ਉੱਥੇ ਵੀ ਤੂੰ ਸੇਵਾ ਕਰੇਗਾ। ਪ੍ਰਮਾਤਮਾ ਵੇਖਦਾ ਪਿਆ ਤੇਰੇ ਉਹ ਸਾਰਾ ਕੁਝ। ਇਹ ਨਹੀਂ ਕਿ ਗੁਰਦੁਆਰੇ ਮੰਦਿਰਾਂ ਚ ਰੱਬ ਜ਼ਿਆਦਾ ਨਹੀਂ ਬੈਠਾ ਨਿਜਰ ਸਾਹਿਬ। ਬਿਲਕੁਲ। ਪਰ ਆਪਾਂ ਲੋਕਾਂ ਨੇ ਏਦਾਂ ਉਹਨੂੰ ਉਹ ਕਰ ਦਿੱਤਾ ਹੈ ਕਿ ਉਹ ਧਾਰਮਿਕ ਸਥਾਨਾਂ ਚ ਰੱਬ ਜ਼ਿਆਦਾ ਬੈਠਾ ਹੋਇਆ। ਤੇ ਇਸ ਕਰਕੇ ਵਿਚਾਰੇ ਲੋਕੀ ਵੇਖੋ ਤੇ ਕਿਦਾਂ ਥਾਲੀਆਂ ਖੋ ਕੇ ਲੋਕਾਂ ਤੋਂ ਧੋਂਦੇ ਆ, ਉੱਤੇ ਕਿਲੋ ਦਾਲ ਮੂੰਹ ਤੇ ਪਾਈ, ਕੱਪੜਿਆਂ ਤੇ ਪਾਈ। ਆਪਾਂ ਆਪਣੇ ਜੀਵਨ ਨੂੰ ਸਹੀ ਤਰੀਕੇ ਨਾਲ ਜੀ ਲਈਏ ਨਾ, ਉਹ ਵੀ ਬਹੁਤ ਕੁਛ ਹੈ। ਸੇਵਾ ਕਰਨੀ ਕੋਈ ਮਾੜੀ ਚੀਜ਼ ਨਹੀਂ ਆ, ਪਰ ਜੇ ਸਾਡੀ ਸੋਚ ਤੇ ਆ ਘਰ ਦਾ ਕੰਮ ਕਰਨਾ, ਬਾਹਰ ਗਲੀ ਚ ਗੰਦ ਪਾ ਦੇਣਾ, ਉੱਥੇ ਜਾ ਕੇ ਝਾੜੂ ਮਾਰੀ ਜਾਣਾ, ਉਹ ਵੀ ਪ੍ਰਮਾਤਮਾ ਨੂੰ ਮਨਜ਼ੂਰ ਨਹੀਂ। ਸਭ ਤੋਂ ਪਹਿਲਾਂ ਜੇ ਸੇਵਾ ਕਰਨ ਨੂੰ ਦਿਲ ਕਰਦਾ ਨਾ, ਜਿਹੜੀ 10-12 ਫੁੱਟ ਤੁਹਾਡਾ ਮੱਥਾ ਲੱਗਦਾ ਉਹਨੀ ਸਫਾਈ ਕਰੋ। ਉਸ ਤੋਂ ਬਾਅਦ ਜਿੱਥੇ ਮਰਜ਼ੀ ਚੱਲ ਜਾਓ। ਫਿਰ ਜਿਹੜੇ ਤੁਹਾਡੇ ਕੋਈ ਬਜ਼ੁਰਗ ਹੈਗੇ ਉਹਨਾਂ ਦਾ ਮਾਣ ਕਰੋ, ਉਹਨਾਂ ਨੂੰ ਰੋਟੀ ਪਾਣੀ ਸਾਫ਼ ਸੁਥਰਾ ਦਿਓ, ਤਾਜ਼ਾ ਦਿਓ। ਤੇ ਠੀਕ ਆ, ਜਿਹੜੀ ਤੁਹਾਡੀ ਡਿਊਟੀਆਂ ਬਣਦੀਆਂ, ਬੇਸਿਕ ਡਿਊਟੀਆਂ ਬਣਦੀਆਂ, ਪਲੀਜ਼ ਉਹਨਾਂ ਨੂੰ ਕਰੋ। ਉਸ ਤੋਂ ਬਾਅਦ ਫਿਰ ਜਿੱਥੇ ਮਰਜ਼ੀ ਤੁਹਾਡੇ ਕੋਲ ਫ੍ਰੀ ਟਾਈਮ ਹੈਗਾ, ਜਿੱਥੋਂ ਮਰਜ਼ੀ ਜਾ ਕੇ ਸੇਵਾ ਕਰੋ। ਪਰ ਜੇ ਆਪਾਂ ਘਰੇ ਨਹੀਂ ਕਰ ਰਹੇ, ਹੁਣ ਘਰੋਂ ਹੀ ਤੇ ਸਪਲਾਈ ਹੋਣੀ ਆ। ਹੁਣ ਮੇਰੇ ਘਰ ਦੇ ਆਂਢ ਗੁਆਂਢ ਨਹੀਂ ਕਨੈਕਸ਼ਨ ਦੀ ਸਪਲਾਈ ਮਿਲ ਰਹੀ, ਤੇ 5ਵੇਂ ਪਿੰਡ ਤੇ ਜਾ ਕੇ ਮੈਂ ਬੱਤੀ ਦਊਂਗਾ ਤੇ ਕਿੰਨੀ ਕੁ ਸਿਆਣਪ ਮੇਰੇ। ਪਰਮਾਤਮਾ ਮੰਨੂਗਾ ਇਹਨੂੰ? ਉਹ ਕਹੂਗਾ ਤੇ ਗੁਆਂਢ ਤੇਰੇ ਇੱਕ ਦੀਵਾ ਬੁਝਿਆ, ਤੇਰੇ ਗੁਆਂਢ ਹਨੇਰਾ ਹੈ, ਉੱਥੇ ਲਾਈਟ ਨਹੀਂ ਹੈਗੀ, ਤੂੰ 5 ਪਿੰਡ ਦੂਰ ਜਾ ਕੇ ਇੱਕ ਗੁਰਦੁਆਰੇ 'ਚ ਚਾਨਣ ਕਰ ਰਿਹਾ ਹੈ, ਕੀ ਮੈਂ ਤੇ ਤੋਂ ਖੁਸ਼ ਹੋਊਂਗਾ? ਦੱਸੋ ਨਿਜਰ ਸਾਹਿਬ। ਬਿਲਕੁਲ ਨਹੀਂ। ਪਰ ਆਪਾਂ ਏਦਾਂ ਨਹੀਂ ਕਰਦੇ। ਆਪਾਂ ਤੇ ਸੋਚਦੇ ਹਾਂ ਕਿ ਮੈਂ 100 ਕਿਲੋਮੀਟਰ ਤੇ ਦੂਰ ਚਾਨਣ ਕਰਕੇ ਆਊਂਗਾ, ਪਰ ਮੈਂ ਵੇਖਦਾ ਨਹੀਂ ਕਿ ਮੇਰੇ ਗੁਆਂਢ ਵੀ ਕਿਹਨੂੰ ਲੋੜ ਹੈਗੀ ਹੈ, ਇੱਥੇ ਵੀ ਹਨੇਰਾ ਹੋਇਆ ਪਿਆ। ਪਰ ਇਹ ਸੱਚ ਹੈ, ਇਹੋ ਹੀ ਪ੍ਰਕਿਰਤੀ ਦਾ ਨਿਯਮ ਹੈ। ਹਾਂਜੀ ਨਿਜਰ ਸਾਹਿਬ ਅੱਗੇ ਚਲੀਏ। ਬ੍ਰਹਮ ਪਾਤੀ ਵਿਸ਼ਨ ਡਾਰੀ ਫੂਲ ਸ਼ੰਕਰ ਦਿਓ। ਕਹਿੰਦੇ 3 ਦੇਵਤੇ ਦੇਖੋ, ਬ੍ਰਹਮਾ ਵਿਸ਼ਨੂੰ ਮਹੇਸ਼, ਜਿਨ੍ਹਾਂ ਦੀ ਤੂੰ ਜਿਹੜੇ ਹੈਗੀ ਪੂਜਾ ਕਰਨਾ ਚਾਹੁੰਦਾ ਆ, ਉਹਨਾਂ ਨੂੰ ਤਾਂ ਤੂੰ ਤੋੜਤਾ।
ब्रह्म भाती बिसन डारी फूल शंकर देव तीन देव पर तख तोरें करें किसकी सेव। कहते होर किहदी सेवा करनी है दस तू मूर्ति दी। हाँ मतलब कि ਜਿਹੜੀ ਚੀਜ਼ ਅਸਲੀਅਤ ਹੈ ਤੂੰ ਉਹਨੂੰ ਛੱਡ ਕੇ ਕੁਝ ਹੋਰ ਹੀ ਕਰਨ ਡਿਆ ਪਿਆ। ਅਸਲ ਤੇ ਸਾਧ ਸੰਗਤ ਜੀ ਪਤਾ ਕੀ ਆ, ਉਹ ਉਂਗਲ ਕੀਤੀ ਸੀ ਚੰਦਰਮਾ ਦੇ ਵੱਲ, ਪਰ ਲੋਕਾਂ ਨੇ ਉਂਗਲ ਹੀ ਫੜ ਲਈ। ਬਿਲਕੁਲ ਉਂਗਲ ਫੜ ਲਈ। ਕਹਿੰਦੇ ਗੁਰੂ ਤਾਂ ਕਹਿੰਦੇ ਸਾਰੇ ਬ੍ਰਹਮ ਗਿਆਨੀ ਇਹੀ ਕਹਿੰਦੇ ਕਿ ਉਹ ਮੇਰਾ ਪਰਮਾਤਮਾ ਹੈਗਾ, ਮੇਰਾ ਭਗਵਾਨ ਹੈਗਾ। ਉਹ ਦੇਖੋ ਉਹ ਚੰਦਰਮਾ, ਆਪਾਂ ਕਹਿੰਦੇ ਆ ਤੂੰ ਹੀ ਚੰਦਰਮਾ ਹੈ, ਤੇਰੀ ਉਂਗਲ ਹੀ ਚੰਦਰਮਾ ਹੈ ਬਸ। ਹੁਣ ਕਿੱਦਾਂ ਵਾ ਕਿ ਆਪਾਂ ਹੁਣ ਬੱਚਿਆਂ ਨੂੰ ਜਿੱਦਾਂ ਮੰਨ ਲਓ ਮੈਥ ਸਮਝਾਉਂਦੇ ਆ, ਕੋਈ ਚੀਜ਼ ਸਮਝਾਉਂਦੇ ਆ ਤੇ ਕਿਸੇ ਚੀਜ਼ ਦੀ ਵਰਤੋਂ ਕਰਦੇ ਆ, ਉਹ ਵਰਤੋਂ ਆਪਾਂ ਇਸ ਲਈ ਕੀਤੀ ਹੈ ਕਿ ਬੱਚੇ ਦੇ ਦਿਮਾਗ 'ਚ ਪੈ ਜਾਏ। ਹੁਣ ਬੱਚਾ ਕਵੇ ਇਹੋ ਹੀ ਸੱਚ ਆ, ਪਰ ਫਿਰ ਪੰਗਾ ਪੈ ਜਾਏਗਾ ਨਾ। ਉਹ ਤੇ ਸ਼ੁਰੂਆਤ ਆ। ਹੁਣ ਛੋਟਾ ਬੱਚਾ ਹੈ, ਉਹਨੂੰ ਆਪਾਂ ਕਹਿਤਾ A ਫॉर ਐਪਲ, B ਫॉर ਬॉय ਤੇ C ਫॉर ਕੈਟ, ਤਾਂ ਜੋ ਉਹਨੂੰ ABC ਦਾ ਪਤਾ ਲੱਗ ਜੇ, ਉਹਦੇ ਦਿਮਾਗ 'ਚ ਪਿਕਚਰ ਆ ਜੇ ਕਿ ਇਹ ਜਿਹੜਾ A ਦਾ ਮਤਲਬ ਹੈ। ਹੁਣ ਅਗਲੇ ਸਮੇਂ 'ਚ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ ਨਾ, ਉਹ ਪਿਕਚਰਾਂ ਗਾਇਬ ਹੋ ਜਾਂਦੀਆਂ ਨੇ ਕਿਤਾਬ ਤੋਂ, ਉਹ ਫਿਰ ਸਿੱਧੇ ਸੈਂਟੈਂਸ ਆ ਜਾਂਦੇ ਨੇ। ਉੱਥੇ ਫਿਰ ਬੱਚੇ ਨੂੰ ਕਹਿਣ ਦੀ ਲੋੜ ਨਹੀਂ A ਫॉर ਐਪਲ, ਉਹਨੂੰ ਪਤਾ ਹੈ A ਦਾ ਮਤਲਬ ਕੀ ਹੈ। ਤੇ ਆਪਾਂ ਤੇ ਉਹ A ਫॉर ਫੋਟੋ ਵਾਲੀ ਪਹਿਲੀ ਫੜ ਕੇ ਬੈਠੇ A ਫॉर ਐਪਲ, B ਫॉर ਬॉय, C ਫॉर ਕੈਟ। ਸਟਾਰਟਿੰਗ ਤੇ ਉਹ ਛੋਟੀ ਛੋਟੀਆਂ ਚੀਜ਼ਾਂ ਸਮਝਾਈਆਂ ਸੀ, ਪਰ ਉਹ ਜੀਵਨ ਦਾ ਨਹੀਂ ਸਾਡਾ ਟਾਰਗੇਟ। ਸਾਨੂੰ ਅੱਗੇ ਜਾਣਾ ਹੈ, ਬਾਹਰੀ ਤੇ ਪੈਰਾਵਾਰ ਕਰਦੇ ਆ ਤੇ ਇਹ ਚੀਜ਼ ਜਿਹੜੀ ਹੈਗੀ ਹੈ ਇਹ ਅਲੱਗ ਚੀਜ਼। ਹਾਂਜੀ ਅੱਗੇ ਚੱਲੀ। पाखंड गढ़ के मूरत कीनी देखे छाती पाओ जे मूरत साची है तो गड़न हारे खाओ। कहते पत्थर की मूर्ति बनाने वाला किसी ने बनाई है भाई मूर्ति, ये पत्थर की मूर्ति हैगी, ये जान नहीं हैगी आ। जे ये जान हैगी तो जिन्हें गड़ी है, जिन्हें ये छाती ते चढ़ के इनू बनाया है, इन्ना जेड़े है छेनियां मारिया ये हथौड़े मारे आ, तो पहला उन्होंने क्यों नहीं खा जाती। भात पहत और लापसी कर करा कासार। भात कहते आ चौल, पहत कहते आ दाल जड़ा सब्जी। भात पहत और लापसी, लापसी कहते आ जड़ा है जिस तरह कोई जी हैगी आ बेसन का जड़ा है बरीक जी जेड़े है कड़ा बना लो, कड़ा। करकरा कासार, करकरा कहते हैं बिल्कुल जिस तरह जी हैगी पंजीरी टाइप का। आ चीज़ां पे अर्पण करते सीगे मूर्ति नूं। भात पहत और लापसी करकरा कासार भोगन हारे भोग्या इस मूरत के मुखचार। कहते उत्थे जिहड़ा चढ़ाया जिथे वो खाण वाले जिहड़े हैगे पुजारी जां होर उन्होंने अपना खा पी के ते बस गए, ते मूर्ति नूं तां कुछ मिलिया ही नहीं है। मूर्ति नूं तां स्वाह मिली है, मूर्ति ने की खा लिया दस। हाँ जी वीर जी। हाँ जी ठीक है जी। ये ते फिर वो समझा रहे ने कि पहली गल तो कहते कि जेड़ा बंदा मूर्ति बनाउंदा है, तुसीं किते मूर्ति बनदी वेखिया ਵੱਡੀਆਂ ਵੱਡੀਆਂ ਮੂਰਤੀਆਂ ਉੱਤੇ ਚੜ੍ਹਨਾ ਪੈਂਦਾ, ਸਕੈਫ ਹੋਲਡਿੰਗ ਬਣਾ ਕੇ ਲਮਕ ਕੇ ਪੈਰ ਪੂਰ ਰੱਖ ਕੇ ਜੁੱਤੀਆਂ ਵੀ ਪਾਈਆਂ ਹੁੰਦੀਆਂ ਨੇ। ਹੁਣ ਦੁਪਹਿਰ ਦਾ ਟਾਈਮ ਹੈ, ਪੱਥਰ ਤੇ ਕਿਹੜਾ ਚੜੇ। ਬਿਲਕੁਲ। ਉਹ ਕਹਿੰਦਾ ਕਿ ਜਿਹੜੀ ਪੱਥਰ ਤੇ ਮੂਰਤੀ ਤੇ ਪੈਰ ਰੱਖਿਆ ਹੈ ਉਹ ਮੂਰਤੀ ਫਿਰ ਉਹ ਬੰਦੇ ਨੂੰ ਕੁਝ ਨਹੀਂ ਕਹਿ ਦਿੰਦੀ। ਕਿਉਂ ਨਹੀਂ ਕਹਿੰਦੀ? ਉਹਨੂੰ ਸਜ਼ਾ ਮਿਲਣੀ ਚਾਹੀਦੀ, ਕਿਉਂਕਿ ਮੂਰਤੀ ਦੇ ਵਿੱਚ ਸ਼ਕਤੀ ਹੈਗੀ ਹੈ, ਪਰ ਉਹਨੂੰ ਤੇ ਕੁਝ ਮੂਰਤੀਕਾਰ ਨੂੰ। ਉਹ ਕਹਿਣ ਤੋਂ ਭਾਵ ਹੈ ਸਾਨੂੰ ਸਮਝਾਉਂਦੇ ਨੇ। ਦੂਜੀ ਤਰਫ ਫੇਰ ਕਹਿ ਰਹੇ ਨੇ ਕਿ ਬਈ ਤੂੰ ਜਿਹੜੀ ਮੂਰਤੀ ਤੇ ਗਾੜੇ ਗੁੜ ਚੜਾ ਕੇ ਆਇਆ, ਖੰਡ ਚੜਾ ਕੇ ਆਇਆ, ਆਟਾ ਚੜਾਇਆ, ਘਿਓ ਚੜਾਇਆ, ਉਹ ਮੂਰਤੀ ਤੇਰੀ ਨੇ ਤੇ ਉਹ ਲਿਆ ਹੀ ਨਹੀਂ, ਉਹ ਪੀਤਾ ਹੀ ਨਹੀਂ ਤੇਰਾ ਘਿਓ। ਹੁਣ ਇੱਥੇ ਵੇਖਿਆ ਸ਼ਦਾਈਆਂ ਦਾ ਟੱਬਰ, ਕਹਿੰਦੇ ਗਣੇਸ਼ ਦੁੱਧ ਪੀਂਦਾ ਤੇ ਪਤਾ ਨਹੀਂ ਕਿੰਨਾ ਲੋਕਾਂ ਨੇ ਦੁੱਧ ਚੜਾ ਛੱਡਿਆ। ਔਰ ਜਿਹੜੇ ਵਿਚਾਰੇ ਗੋਰਖੀ ਸਾਹਿਬ ਭੁੱਖੇ ਮਰਦੇ ਆ, ਗਰੀਬ ਵਿਚਾਰੇ, ਉਹਨਾਂ ਨੂੰ ਤਾਂ ਇੱਕ ਦਾਣਾ ਵੀ ਨਹੀਂ ਦਿੰਦੇ। ਆਹੋ। ਤੇ ਅੱਜ ਇੱਕ ਕੁੜੀ ਨੇ ਬੜਾ ਵਧੀਆ ਸਵਾਲ ਕੀਤਾ, ਕਹਿੰਦੀ ਕਿ ਜਿਹੜੇ ਅਸੀਂ 올림픽 ਖੇਡਣ ਗਏ ਸਾਂ ਤੇ ਕਹਿੰਦੀ ਕਿ ਚਲੋ ਇੱਕ ਦੋ ਬੰਦੇ ਜਿੱਤ ਆਏ ਆ, ਕਹਿੰਦੀ ਅਸੀਂ 올림픽 ਦੇ ਵਿੱਚ ਕੁਆਲੀਫਾਈ ਹੋਏ ਆ ਤੇ ਸਾਡੀ ਕਿੰਨੀ ਮਿਹਨਤ ਲੱਗੀ ਆ, ਤੇ ਸਾਨੂੰ ਵੀ ਥੋੜਾ ਬਹੁਤ ਦੇ ਦਿਓ ਦਾਲ ਫੁਲਕਾ, ਤਾਂ ਜੋ ਸਾਡੀ ਮੋਟੀਵੇਸ਼ਨ ਵਧੇ, ਕੱਲ ਨੂੰ ਅਸੀਂ ਫੇਰ ਟਰਾਈ ਕਰਾਂਗੇ। ਹੁਣ ਜੇ ਸਾਨੂੰ ਤੁਸੀਂ ਕੁਛ ਵੀ ਨਹੀਂ ਦੋਗੇ ਤੇ ਸਾਡਾ ਹੌਸਲਾ ਟੁੱਟ ਹੀ ਜਾਣਾ। ਹੁਣ ਸਾਰੇ ਥੋੜੀ ਨੀਚੇ ਸਭ ਗੋਲਡ ਮੈਡਲ ਲੈ ਆਉਣਗੇ। ਬਿਲਕੁਲ।
ਇਹ ਵੀ ਅਗਲੀ ਦਾ ਪੁਆਇੰਟ ਹੈਗਾ। ਸੋ ਕਹਿਣ ਤੋਂ ਭਾਵ ਹੈ ਕਿ ਬਾਣੀ ਚ ਫਿਰ ਆਪਾਂ ਨੂੰ ਇਹ ਸਮਝਾ ਰਹੇ ਨੇ ਕਿ ਜਿੰਦਾ ਚੀਜ਼ ਦੀ ਕੀਮਤ ਬਹੁਤ ਜ਼ਿਆਦਾ ਹੈ। ਆਪਾਂ ਜਦੋਂ ਆਪਾਂ ਵਾ ਨਾ, ਆਪਣਾ ਜੀਵਨ ਬਹੁਤ ਕੀਮਤੀ ਆ, ਉਸ ਤੋਂ ਬਾਅਦ ਫਿਰ ਜਿਹੜੇ ਜਾਨਵਰ ਆ, ਪਰਿੰਦੇ ਆ, ਉਹਨਾਂ ਦਾ ਜੀਵਨ ਬੜਾ ਕੀਮਤੀ। ਇਹ ਥੋੜੀ ਹੁਣ ਕੋਈ ਬੰਦਾ ਮਾਰ ਕੇ ਤੁਸੀਂ ਜਾਨਵਰ ਨੂੰ ਖਵਾ ਦੇਣਾ ਨਜ਼ਰ ਸਾਹਿਬ, ਉਹਦੀ ਪਿਓਰਿਟੀ ਵੇਖਣੀ ਹੈ ਨਾ। ਉਸ ਤੋਂ ਬਾਅਦ ਜਿਵੇਂ ਜਿਵੇਂ ਥੱਲੇ ਤੁਰੇ ਆਉਂਦੇ ਤਿਵੇਂ ਤਿਵੇਂ ਜੜ ਆ ਜਾਂਦਾ, ਫਿਰ ਬਨਸਪਤੀ ਹੈਗੀ ਹੈ, ਰੁੱਖ ਹੈਗੇ ਨੇ, ਫਿਰ ਉਸ ਤੋਂ ਬਾਅਦ ਪੱਥਰ ਆ ਗਏ। ਤੋਂ ਕਹਿਣ ਤੋਂ ਭਾਵ ਆ ਕਿ ਉਹ ਕਹਿੰਦੇ ਕਿ ਜਿਹੜੀ ਚੀਜ਼ ਦੀ ਜ਼ਿਆਦਾ ਚੇਤਨਾ ਹੈ ਨਾ, ਤੁਸੀਂ ਸਭ ਤੋਂ ਪਹਿਲਾਂ ਉਹਨੂੰ ਸਰਵ ਕਰੋ। ਹੁਣ ਪੱਥਰ ਸਭ ਤੋਂ ਥੱਲੇ ਆ ਜਾਂਦਾ, ਪੱਥਰ ਦੇ ਵਿੱਚ ਚੇਤਨਾ ਨਹੀਂ ਹੈਗੀ। ਇਸ ਕਰਕੇ ਮੁਸਲਮਾਨਾਂ ਨੇ ਖਾਸ ਕਰਕੇ ਇਹ ਚੀਜ਼ ਨੂੰ ਮਨਾ ਕੀਤਾ ਸੀ ਕਿ ਮਤਲਬ ਸਾਡੀਆਂ ਮਸਜਿਦਾਂ ਵਿੱਚ ਨਾ ਮੂਰਤੀ ਨਹੀਂ ਹੋਵੇਗੀ, ਪਰ ਆਖਰ ਤੇ ਵੀ ਉਹ ਬਚੇ ਨਹੀਂ। ਮੱਕੇ ਦੇ ਵਿੱਚ ਫਿਰ ਮੂਰਤੀ ਆ ਗਈ। ਬਿਲਕੁਲ। ਇਹ ਦੇਖੋ, ਹੁਣ ਆ ਜਿਹੜੇ ਮਹਾਵੀਰ ਹੋਣੀ ਆ ਜਾਂ ਮਹਾਤਮਾ ਬੁੱਧ, ਇਹਨਾਂ ਨੇ ਪਹਿਲਾਂ ਤੇ ਚਲੋ ਉਦੋਂ ਉਸ ਸਮੇਂ ਦੇ ਹਿਸਾਬ ਨਾਲ ਇਹਨਾਂ ਨੇ ਥੋੜਾ ਜਿਹਾ ਮਨਾ ਕਰਤਾ ਸੀ, ਕਿਉਂਕਿ ਲੋਕੀ ਮੂਰਤੀਆਂ ਦੇ ਵਿੱਚ ਬਹੁਤ ਰੱਬ ਨੂੰ ਲੱਭਦੇ ਸੀ। ਇਸ ਕਰਕੇ ਉਹਨਾਂ ਮੂਰਤੀਆਂ ਦੇ ਬਰਖਲਾਫ ਹੋ ਗਏ। ਉਹ ਵੀ ਇੱਕ ਫੈਸਲਾ ਜਿਹੜਾ ਉਹ ਜ਼ਰੂਰੀ ਸੀ ਉਸ ਟਾਈਮ, ਹਨਾ। ਤੇ ਬਾਅਦ ਦੇ ਵਿੱਚ ਵੇਖ ਲਓ, ਮਹਾਤਮਾ ਬੁੱਧ ਦੀ ਸਭ ਤੋਂ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਮੂਰਤੀ ਬਣ ਗਈ ਫਿਰ। ਬਿਲਕੁਲ। ਉਹਨਾਂ ਨੇ ਮੂਰਤੀਆਂ ਦਾ ਬਰਖਲਾਫ ਕੀਤਾ ਸੀ ਕਿ ਮੂਰਤੀ ਸਹੀ ਨਹੀਂ, ਇਹਨੂੰ ਬੰਦ ਕਰੋ। ਉਹ ਕਹਿੰਦੇ ਅਸੀਂ ਤੇਰੀ ਜੋ ਰੱਬ ਦੇ ਚੇਤਨਾ 'ਚ ਬੈਠਾ। ਹਾਂਜੀ, ਉਹ ਕਹਿੰਦੇ ਮਹਾਤਮਾ ਬੁੱਧ ਨੂੰ ਕਹਿੰਦੇ ਤੂੰ ਮੂਰਤੀਆਂ ਸਾਡੀਆਂ ਮਨਾ ਕਰਦਾ, ਅਸੀਂ ਤੇਰੀ ਮੂਰਤ ਬਣਾਵਾਂਗੇ ਸਭ ਤੋਂ ਜ਼ਿਆਦਾ। ਹਾਂ, ਦੋਨੀ ਮੂਰਤੀ ਬਣਾਤੀ। ਫਿਰ ਇਹ ਜਿਹੜੇ ਮਹਾਵੀਰ ਹੁਣੀ ਆ, ਇਹਨਾਂ ਨੇ ਕਹਿੰਦੇ ਕਿ ਰੱਬ ਰੂਪ ਨਹੀਂ ਕੋਈ ਹੈਗਾ। ਮਤਲਬ ਕਹਿਣ ਤੋਂ ਭਾਵ ਹੈ ਕਿ ਮੂਰਤੀਆਂ ਮਾਰਤੀਆਂ ਦਾ ਸਭ ਖੰਡਨ ਕਰਤਾ। ਹੁਣ ਇਹਨਾਂ ਦਾ ਰੱਬ ਕੋਈ ਹੈ ਨਹੀਂ। ਫਿਰ ਇਹ ਲੋਕਾਂ ਨੇ ਕੀ ਕੀਤਾ ਕਿ ਮਗਰਲੇ ਬੰਨੇ ਫਿਰ ਇਹ ਹੁਣ ਜੈਨੀ ਜਿਹੜੇ ਹੈਗੇ ਉਹ ਕੀ ਕਰਨ, ਉਹਨਾਂ ਨੇ ਫਿਰ ਇਹਨਾਂ ਦੇ ਜਿਹੜੇ ਦਿਗੰਬਰ ਸਨ ਉਹਨਾਂ ਦੀਆਂ ਮੂਰਤੀਆਂ ਬਣਾਤੀਆਂ ਨੇ ਸਾਹਿਬ, ਤੇ ਉਹਨਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਹੁਣ ਇਹਨਾਂ ਦੇ ਵਿੱਚ ਵੀ ਡਿਸਪਿਊਟ ਹੈਗਾ ਵਾ। ਇਹ ਉਹਨਾਂ ਦੇ ਆਪ ਚ ਇਹ ਸਤੰਬਰ ਹੈਗੇ ਆ, ਦਿਗੰਬਰ ਹੈਗੇ ਆ, ਜਿੱਦਾਂ ਆਪਣੇ ਵੀ ਹੁੰਦੇ ਨਾ ਸਿੱਖਾਂ ਦੇ ਵਿੱਚ ਅੱਗੋਂ ਬ੍ਰਾਂਚਾਂ ਖੁੱਲ ਜਾਂਦੀਆਂ। ਬਿਲਕੁਲ। ਇਸੇ ਤਰ੍ਹਾਂ ਇਹਨਾਂ ਦੇ ਵਿੱਚ ਦੋ ਗਰੁੱਪ ਹੈਗੇ ਨੇ। ਮਹਾਤਮਾ ਬੁੱਧ ਦੇ ਵੀ ਦੋ ਗਰੁੱਪ ਨੇ, ਇੱਕ ਹੈਗੇ ਹੀਨਯਾਨ, ਇੱਕ ਮਹਾਯਾਨ। ਸੋ ਏਦਾਂ ਕੰਮ ਚੱਲਦਾ ਹੈ। ਜਿੱਥੇ ਜਿੱਥੇ ਵੀ ਪੈਸਾ ਆਉਂਦਾ ਫਿਰ ਡਿਸਪਿਊਟ ਪੈਂਦਾ, ਲੜਾਈਆਂ ਝਗੜੇ ਹੁੰਦੇ ਆ, ਫਿਰ ਦੋ ਗਰੁੱਪ ਹੋ ਜਾਂਦੇ, ਦੋ ਤੋਂ ਫਿਰ ਚਾਰ, ਚਾਰ ਤੋਂ 8। ਲੜਾਈ ਕਾਹਦੀ ਹੈ? ਪੈਸੇ ਦੀ। ਹਰ ਕੋਈ ਬੰਦਾ ਚਾਹੁੰਦਾ ਪੈਸਾ ਮਿਲ ਜੇ, ਔਰ ਪੈਸਾ ਮਿਲੇ, ਖਰਚਾ ਕੁਛ ਨਾ ਹੋਵੇ, ਦੇਣਾ ਕੁਛ ਨਹੀਂ, ਕੇਵਲ ਆਉਣਾ, ਪੈਸਾ ਆਵੇ। ਹਾਂਜੀ ਰਜਤ ਸਾਹਿਬ। ਮਾਲਨ ਭੂਲੀ ਜਗ ਭੁਲਾਣਾ, ਹਮ ਭੁਲਾਣੇ ਨਾਹੀਂ। ਕਬੀਰ ਜੀ ਕਹਿੰਦੇ ਆ, ਕਹਿੰਦੇ ਭਾਈ ਮਾਲਨ ਇਸ ਤਰ੍ਹਾਂ ਜਿਹੜੇ ਹੈਗੇ ਪੂਜਾ ਕਰਨ ਵਾਲੇ ਇਹ ਭੁੱਲੇ ਹੋਏ ਆ, ਜਿਹੜੇ ਇਸ ਤਰ੍ਹਾਂ ਲਾਈਵ ਨੂੰ ਛੱਡ ਕੇ ਜਿਹੜੇ ਹੈਗੇ ਜੜ ਦੀ ਪੂਜਾ ਕਰਦੇ ਆ, ਕਹਿੰਦੇ ਇਹ ਭੁੱਲੇ ਹੋਏ ਆ। ਕਹਿੰਦੇ ਸਾਰੀ ਦੁਨੀਆ ਇਹਨਾਂ ਦੇ ਮਗਰ ਲੱਗੀ ਹੋਈ ਆ, ਸਾਰੀ ਦੁਨੀਆ ਭੁੱਲੀ ਹੋਈ, ਜਗ ਭੁਲਾਣਾ। ਕਹਿੰਦੇ ਪਰ ਹਮ ਭੁਲਾਣੇ ਨਾ ਹੈ, ਕਹਿੰਦੇ ਅਸੀਂ ਨਹੀਂ ਭੁੱਲੇ ਭਾਈ। ਕਹੋ ਕਬੀਰ ਹਮ ਰਾਮ ਰਾਖੇ, ਕਿਰਪਾ ਕਰ ਹਰ ਰਾਏ। ਕਹਿੰਦੇ ਮਾਲਕਾ ਮੈਨੂੰ ਤੂੰ ਰੱਖ ਲਿਆ ਆ, ਮੇਰੇ ਉੱਤੇ ਕਿਰਪਾ ਕਰ ਮਾਲਕਾ, ਮੈਨੂੰ ਆ ਧਿਆਨ ਸਿਮਰਨ ਦੇਈ ਜਾ ਬਸ। ਹਾਂਜੀ ਵੀਰ। ਇੱਥੇ ਕਬੀਰ ਜੀ ਫੇਰ ਬੜੀ ਗਹਿਰੀ ਸੱਟ ਮਾਰ ਰਹੇ ਨੇ। ਉਹ ਕਹਿੰਦੇ ਕਿ ਕਾਫੀ ਜ਼ਿਆਦਾ ਲੋਕ ਇਸ ਕੰਮ ਚ ਉਲਝ ਗਿਆ। ਔਰ ਦੇਖੋ ਲੋਕੀ ਉਲਝੇ ਪਏ ਨੇ, ਲੋਕਾਂ ਨੂੰ ਪਤਾ ਹੀ ਨਹੀਂ। ਆਪਣੇ ਖਾਸ ਕਰਕੇ ਆਪਣੇ ਧਰਮ ਦੇ ਵਿੱਚ ਵੀ ਇਹ ਨਹੀਂ ਦੱਸਿਆ ਕਿ ਬਾਣੀ ਵਿੱਚ ਕੀ ਦੱਸਿਆ ਗਿਆ। ਬਾਣੀ ਵਿੱਚ ਦੱਸਿਆ ਕਿ ਜੀਵਨ ਉੱਚਾ ਕਰ। ਬਾਣੀ ਤੇ ਕਹਿੰਦੀ ਆ ਸੱਚੋ ਉਰੇ ਸਭ ਕੁਝ। ਉਹ ਨਿਜਾ ਤੋਂ ਕੋ ਬੋਲ ਦੋ, ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ। ਉਹ ਕਹਿੰਦੇ ਤੇਰੇ ਕੋ ਚਾਰ ਹੋਣੇ ਚਾਹੀਦੇ ਆ ਬਈ। ਬਾਣੀ ਪੜ੍ਹਦਾ ਹੈ, ਸਾਨੂੰ ਠੀਕ ਹੈ, ਮਾੜੀ ਚੀਜ਼ ਨਹੀਂ, ਬਾਣੀ ਪੜ੍ਹ, ਪਰ ਤੂੰ ਬਾਣੀ ਪੜ੍ਹ ਕੇ ਬਹਿ ਗਿਆ, ਚੁੱਪ ਹੋ ਗਿਆ। ਅਚਾਰ ਪੈਦਾ ਕਰਨੇ ਆ, ਚੰਗੇ ਅਚਾਰ। ਚੰਗੇ ਅਚਾਰ ਦਾ ਪਤਾ ਹੀ ਹੈ ਤੁਹਾਨੂੰ, ਹੱਕ ਲਾਲ ਦੀ ਕਮਾਈ ਖਾਣੀ ਪਊਗੀ। ਬਿਲਕੁਲ। ਮਿਹਨਤ A to Z ਸਿਸਟਮੈਟਿਕਲੀ। ਇਹ ਨਾ ਦੁੱਕੀ ਦੀ ਕਿਸੇ ਦੀ ਲੈ ਕੇ ਆ ਸਕਦੇ। ਹਾਂਜੀ ਨਜਰ ਸਾਹਿਬ। ਮੈਂ ਕਿਹਾ ਅੱਜ ਜਿਹੜਾ ਹੈਗਾ ਅਸੀਂ ਸਵੇਰ ਦੀ ਜਿਹੜੀ ਵਿਚਾਰ ਕਰ ਰਹੇ ਸੀ ਬਾਣੀ ਦੀ, ਤੇ ਉਹਦੇ ਵਿੱਚ ਪੰਜਵੀਂ ਪਾਤਸ਼ਾਹੀ ਦੇ ਸ਼ਬਦ ਸੀਗੇ। ਉਹਦੇ ਵਿੱਚ ਇੱਕ ਸ਼ਬਦ ਆਇਆ, ਉਹਦੇ ਚ ਮਹਾਰਾਜ ਨੇ ਕਿਹਾ ਕਿ ਭਾਈ ਜਿਹੜਾ ਨਾਮ ਵਾਲੀ ਵਸਤੂ ਲੈਣੀ ਆ ਨਾ ਮਿੱਤਰਾ, ਤੇ ਇਹਦੇ ਵਾਸਤੇ ਤੈਨੂੰ ਧਨ ਦੇਣਾ ਪਊਗਾ। ਇਹ ਨਾਮ ਵਾਲੀ ਵਸਤੂ ਜੇ ਵਿਆਜਣੀ ਆ ਤੇ ਇਹਦੇ ਵਾਸਤੇ ਰਾਸ਼ੀ ਦੇਣੀ ਪਊਗੀ। ਇਹ ਵਣਜ ਕਰਨਾ ਆ ਤੇ ਇਹ ਵੱਖਰ ਲੈਣਾ ਹੈ ਤੇ ਰਾਸ਼ੀ ਦੇਣੀ ਪਊਗੀ। ਉਹ ਕਹਿੰਦੇ ਕਿਹੜੀ ਰਾਸ਼ੀ ਦੇਣੀ ਪੈਣੀ ਆ? ਕਹਿੰਦੇ ਭਾਈ ਤੈਨੂੰ ਗੁਣਾਂ ਵਾਲੀ ਰਾਸ਼ੀ ਦੇਣੀ ਪੈਣੀ ਆ। ਤੇਰੇ ਅੰਦਰ ਗੁਣ ਆਉਣੇ ਚਾਹੀਦੇ, ਗੁਣ ਲੈ ਕੇ ਆ ਤੇ ਤਾਂ ਇਹ
ਨਾਮ ਵਾਲਾ ਜਿਹੜਾ ਹੈਗਾ ਧਨ, ਤਾਂ ਮਿਲੂਗਾ ਤੈਨੂੰ ਇਹ ਨਾਮ। ਹਾਂਜੀ ਵੀਰ ਜੀ। ਹਾਂ ਠੀਕ। ਹੁਣ ਤੁਸੀਂ ਨਜ਼ਰ ਮਾਰੋ, ਗੱਲਾਂ ਤੇ ਕਹਿਣੀਆਂ ਬੜੀਆਂ ਆਸਾਨ ਆ, ਬ੍ਰਹਮ ਗਿਆਨੀ ਹੀ ਹਾਂ, ਸਾਡੇ ਮਗਰ ਨਾਂ ਦੇ ਲਿਖੋ, ਅੱਗੇ ਲਿਖੋ ਬ੍ਰਹਮ ਗਿਆਨੀ, ਪਰ ਬ੍ਰਹਮ ਗਿਆਨੀ ਬਣਨਾ ਬੜਾ ਔਖਾ ਹੈ। ਬ੍ਰਹਮ ਗਿਆਨੀ ਦਾ ਮਤਲਬ ਇਮਾਨਦਾਰ ਇਨਸਾਨ, ਆਪਣੇ ਪੈਸਿਆਂ ਦੇ ਨਾਲ ਜੀਵਨ ਬਤੀਤ ਕਰਨ ਵਾਲਾ, ਮਿਹਨਤ ਕਰਨ ਵਾਲਾ। ਇਹ ਕੋਈ ਆਸਾਨ ਕੰਮ ਹੈ? ਬਹੁਤ ਔਖਾ ਕੰਮ, ਕਾਫੀ ਔਖਾ। ਸੋ ਜ਼ਿੰਦਗੀ 'ਚ ਜਿਵੇਂ ਜਿਵੇਂ ਇਮਾਨਦਾਰੀ ਆਉਂਦੀ ਆ, ਤਿਵੇਂ ਤਿਵੇਂ ਸਾਡੀ ਪਾਤਰਤਾ ਵੱਧਦੀ ਆ, ਸਾਡੇ ਅੰਦਰ ਵਸਤੂ ਆਉਂਦੀ ਆ, ਸਾਡੇ ਅੰਦਰ ਚੰਗੇ ਗੁਣ ਆਉਂਦੇ ਆ। ਕਿਉਂਕਿ ਗੁਣ ਜੇਕਰ ਹੈ ਨਹੀਂ ਮੇਰੇ ਅੰਦਰ, ਤੇ ਫਿਰ ਮੇਰਾ ਜੀਵਨ ਹੀ ਗੁਣਾਂ ਦੇ ਨਾਲ ਭਰਿਆ। ਤੇ ਪਰ ਜੇ ਮੇਰੇ ਕੋਲ ਗੁਣ ਹੀ ਨਹੀਂ ਹੈਗੇ, ਪਰ ਮੈਂ ਐਕਟਿੰਗ ਕਰ ਰਿਹਾ, ਲੋਕਾਂ ਨੂੰ ਤਾਂ ਧੋਖਾ ਦੇ ਸਕਦਾ ਹੈ, ਪਰ ਪਰਮਾਤਮਾ ਨੂੰ ਧੋਖਾ ਦੇਣਾ ਬਹੁਤ ਮੁਸ਼ਕਲ ਹੈ। ਕਿਉਂਕਿ ਉਹ ਤੇ ਵਹਿੰਦਾ ਪਿਆ ਵਾ, ਉਹਦੀ ਤੇ ਖੇਡ ਹੈ, ਹੱਸਦਾ ਵਾ ਸਾਡੇ ਤੇ ਕਿ ਦੇਖ ਇਨਸਾਨ ਕਿੱਦਾਂ ਦਾ ਵਾ। ਇੱਕ ਚੀਜ਼ ਹੋਵੇ ਤੇ ਠੀਕ ਆ, ਤੂੰ ਦੇ ਦੇ, ਪਰ ਚੀਜ਼ ਹੈ ਹੀ ਨਹੀਂ, ਝੂਠ ਮਾਰੀ ਜਾਂਦਾ ਲੋਕਾਂ ਨੂੰ ਮੇਰੇ ਕੋਲ ਹੈਗੀ ਆ। ਕਿੱਥੇ ਹੈਗੀ ਹੈ? ਹੈ ਹੀ ਨਹੀਂ। ਜੇ ਹੈਗੀ ਹੈ ਤੇ ਤੇਰੇ ਜੀਵਨ 'ਚ ਫਿਰ ਔਗਣ ਕਿਉਂ ਪ੍ਰਗਟ ਹੋ ਰਹੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਔਰ ਕਿੱਡੇ ਕਿੱਡੇ ਵੱਡੇ ਸੰਤ ਵੇਖੋ ਜੇਲ੍ਹਾਂ ਦੇ ਅੰਦਰ ਬੈਠੇ ਨੇ, ਕਿਉਂਕਿ ਵਕਤ ਇੱਕ ਟਾਈਮ ਆਉਂਦਾ ਬੰਦੇ ਨੂੰ ਨੱਪ ਦਿੰਦਾ ਹੈ। ਉਧਰ ਪ੍ਰਕਿਰਤੀ ਵੀ ਨਹੀਂ ਚਾਹੁੰਦੀ ਕਿ ਬੰਦਾ ਬਹੁਤਾ ਸ਼ੈਤਾਨ ਹੋ ਜਾਏ। ਨਿਜਰ ਸਾਹਿਬ, ਬਿਲਕੁਲ, ਪ੍ਰਕਿਰਤੀ ਵੀ ਕਾਨੂੰਨ ਤੇ ਬੈਠੀ ਆ, ਇੱਕ ਲਿਮਟ ਹੈਗੀ ਹੈ। ਜਦ ਤੱਕ ਤੇ ਬੰਦੇ ਦੇ ਅੰਦਰ ਜਿਹੜੇ ਚੰਗੇ ਹੋ ਗਏ ਕਰਮ ਹੈਗੇ ਤਾਂ ਉਹਨਾਂ ਚਿਰ ਤੱਕ ਉਹ ਚੜੂਗਾ। ਜਦੋਂ ਖਤਮ ਹੋ ਗਏ ਤੇ ਫਿਰ ਉਹਨੇ ਡਿੱਗਣਾ, ਉਹਨੂੰ ਕੀ ਨੇ ਲੈ ਜਾਣਾ। ਠੀਕ ਹੈ ਨਿਜਰ ਸਾਹਿਬ? ਬਿਲਕੁਲ ਸਹੀ ਹੈ ਜੀ। ਹੁਣ ਅੱਗੇ ਕਬੀਰ ਸਾਹਿਬ ਜਿਹੜੇ ਅਗਲੇ ਸ਼ਬਦ 'ਚ ਦੱਸ ਰਹੇ, ਭਾਈ ਕਿਵੇਂ ਦੇਖ ਤੈਨੂੰ ਤੂੰ ਸੋਚਦਾ ਹੈ ਕਿ ਮੇਰੇ ਕੋਲ ਬਹੁਤ ਉਮਰ ਹੈਗੀ ਆ, ਇਹ ਪਾਠ ਪੂਜਾ ਜਿਹੜੀ ਇਹ ਧਿਆਨ ਸਿਮਰਨ ਜਿਹੜਾ ਹੈਗਾ ਬਾਅਦ ਵਿੱਚ ਕਰ ਲਵਾਂਗੇ। ਕਹਿੰਦੇ ਹੁਣ ਕਬੀਰ ਜੀ ਜਿਹੜੇ ਹੈਗੇ ਆਪਣਾ ਪੂਰਾ ਦਾ ਪੂਰਾ ਜਿਹੜਾ ਹੈਗਾ ਜੀਵਨ ਦਾ ਸਫ਼ਰ ਜਿਹੜਾ ਹੈਗਾ ਇਸ ਸ਼ਬਦ ਦੇ ਵਿੱਚ ਨਿਬੇੜ ਰਹੇ ਆ ਔਰ ਸਮਝਾ ਰਹੇ ਆ, ਭਾਈ ਦੇਖ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਤੇਰਾ ਜਿਹੜਾ ਹੈਗਾ ਕੰਮ ਇਸ ਤਰੀਕੇ ਦੇ ਨਾਲ ਹੁੰਦਾ ਹੈ। ਹਰੇਕ ਦਾ ਜਿਹੜਾ ਹੈਗਾ ਕਾਮਨ ਇਸ ਤਰ੍ਹਾਂ ਹੁੰਦਾ ਹੈ। ਆਸਾ 12 ਬਰਸ ਬਾਲਪਨ ਬੀਤੇ 20 ਬਰਸ ਕਛ ਤਪ ਨਾ ਕੀਓ। ਕਹਿੰਦੇ 12 ਸਾਲ ਜਿਹੜਾ ਹੈ ਬੱਚਾ ਜਿਹੜਾ ਹੈਗਾ ਉਹ ਬਚਪਨ ਦੇ ਵਿੱਚ ਹੀ ਉਹਨੂੰ ਪਤਾ ਹੀ ਨਹੀਂ ਹੁੰਦਾ ਵਿਚਾਰੇ ਨੂੰ, ਬਾਲਪਨ 'ਚ ਹੀ ਗੁਜ਼ਰ ਜਾਂਦੇ ਆ। ਔਰ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ 20 ਸਾਲ ਹੋਰ ਜਿਹੜੇ ਲਾ ਲਓ, ਫਿਰ ਜਵਾਨੀ ਕਾਮ ਦੇ ਵਿੱਚ ਜਿਹੜਾ ਹੈਗਾ ਉਹਦੇ ਵਿੱਚ ਗੁਜ਼ਾਰ ਦਿੰਦਾ ਹੈ। ਉਹਦੇ ਵਿੱਚ ਵੀ ਤਪ ਨਹੀਂ ਕੀਤਾ, 12 ਸਾਲ ਉਹ ਚਲੇ ਗਏ, 20 ਸਾਲ ਫਿਰ ਚਲੇ ਗਏ, 20 ਤੇ 12 ਜਿਹੜੇ ਹੈਗੇ ਆ 32 ਸਾਲ ਗੁਜ਼ਰ ਗਏ ਇਨਸਾਨ ਦੇ। 30 ਬਰਸ ਕਛ ਦੇਵ ਨਾ ਪੂਜਾ ਫਿਰ ਪਛਤਾਨਾ ਬਿਰਧ ਪਇਓ। ਕਹਿੰਦੇ ਹੋਰ 30 ਸਾਲ ਫਿਰ ਘਰ ਗ੍ਰਸਤੀ ਜਿਹੜੀ ਹੈਗੀ ਉਹਦੇ ਵਿੱਚ ਲੱਗ ਜਾਂਦਾ ਇਨਸਾਨ, ਉੱਥੇ ਫਿਰ ਧਿਆਨ ਸਿਮਰਨ ਕੁਛ ਨਹੀਂ ਕੀਤੀ, ਫਿਰ ਪਛਤਾਉਂਦਾ ਹੈ। ਕਹਿੰਦਾ ਹੁਣ ਤੇ ਆਹ ਕੀ ਬਣ ਗਿਆ, ਤਾਂ ਫਿਰ ਬਿਰਧ ਹੋ ਗਿਆ, ਸਰੀਰ ਦੀ ਸ਼ਕਤੀ ਘਟ ਗਈ, ਅੱਖਾਂ ਦੀ ਕੰਨਾਂ ਦੀ ਸਾਰੀ ਸ਼ਕਤੀ ਘਟ ਗਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਨਿਜਰ ਸਾਹਿਬ ਤੁਕ ਦੁਬਾਰਾ ਬੋਲਿਓ। ਹਾਂਜੀ ਮੈਂ ਅਗਲੀ ਤੁਕ ਵੀ ਲੈ ਲੈਣਾ। 12 ਬਰਸ ਬਾਲਪਨ ਬੀਤੇ। ਕਹਿੰਦੇ 12 ਸਾਲ ਤਾਂ ਬਚਪਨ 'ਚ ਗੁਜ਼ਰ ਗਏ, 20 ਬਰਸ ਕਛ ਤਪ ਨਾ ਕੀਏ। ਹੋਰ 20 ਸਾਲ ਹੋਰ ਜਿਹੜੇ ਜਵਾਨੀ ਦੇ ਵਿੱਚ ਜਿਹੜੇ ਹੈਗੇ ਆ ਭੋਗ ਵਿਲਾਸਾਂ ਦੇ ਵਿੱਚ ਜਿਹੜੇ ਹੈਗੇ ਕਾਮ ਵਾਸਨਾ ਦੇ ਵਿੱਚ, ਕਹਿੰਦੇ ਉਹ ਫਿਰ ਵੀ ਤਪ ਨਹੀਂ ਕੀਤਾ। 30 ਬਰਸ ਕਛ ਦੇਵ ਨਾ ਪੂਜਾ। ਹੋਰ 30 ਸਾਲ ਅੱਗੇ ਜਿਹੜੇ ਹੈਗੇ ਉਹ ਵੀ ਉਹਦੇ ਵਿੱਚ ਵੀ ਭਗਤੀ ਨਹੀਂ ਕੀਤੀ, ਉਹ ਜਿਹੜਾ ਹੈਗਾ ਘਰ ਗ੍ਰਸਤੀ ਜਿਹੜੀ ਹੈਗੀ ਉਹਦੇ ਵਿੱਚ ਉਲਝਿਆ ਰਹਿ ਗਿਆ। ਫਿਰ ਪਛਤਾਨਾ ਬਿਰਧ ਪਇਓ। ਫਿਰ ਪਛਤਾਉਂਦਾ ਇਨਸਾਨ ਵੀ ਆਹ ਕੀ ਹੋ ਗਿਆ, ਇੰਨਾ ਸਮਾਂ ਲੰਘ ਗਿਆ, ਮੇਰੇ 60-65 ਸਾਲ ਨਹੀਂ ਗੁਜ਼ਰ ਗਏ ਤੇ ਮੇਰੀ ਕਰਤੇ ਜਨਮ ਗਇਓ। ਕਹਿੰਦੇ ਬਸ ਮੇਰੀ ਆਹ ਲੈ ਲਾਂ ਆਹ ਇਕੱਠੀ ਕਰਦਾ, ਮੇਰਾ ਘਰ, ਮੇਰੀ ਘਰ ਵਾਲੀ, ਬੱਚੇ, ਮੇਰਾ ਸਾਰਾ ਧਨ ਦੌਲਤ। ਕਹਿੰਦੇ ਇਸ ਤਰ੍ਹਾਂ ਕਰਦੇ ਕਰਦੇ ਜਨਮ ਖਤਮ ਹੋ ਗਿਆ। ਸਾਇਰ ਸੋਖ ਭੁਜੰਗ ਬਲਿਓ ਰਹਾਓ। ਕਹਿੰਦੇ ਸਾਇਰ ਇਹ ਜਿਹੜਾ ਸਰੀਰ ਰੂਪੀ ਸਾਇਰ ਜਿਹੜਾ ਹੈਗਾ ਇਹ ਮਿਲਿਆ ਸੀਗਾ, ਇਹ ਤਲਾ ਸੁੱਕ ਗਿਆ ਹੁਣ। ਭੁਜੰਗ ਬਲਿਓ, ਭੁਜੰਗ ਕਹਿੰਦੇ ਆ ਤਾਕਤ ਇਨਸਾਨ ਦੀ, ਭੁਜਾਵਾਂ ਜਿਹੜੀਆਂ ਕਹਿੰਦੇ ਤਾਕਤ ਉਹ ਵੀ ਖਤਮ ਹੋ ਗਈਆਂ, ਬਲ ਭੁਜਾਂ ਦਾ ਬਲ ਉਹ ਵੀ ਖਤਮ ਹੋ ਗਿਆ। ਕਹਿੰਦੇ ਰਹਾਓ 12 ਬਰਸ ਬਾਲਪਨ ਬੀਤੇ 20 ਬਰਸ ਕਛ ਤਪ ਨਾ ਕੀਓ। ਹਾਂਜੀ ਵੀਰ। ਹੁਣ ਸਾਧ ਸੰਗਤ ਜੀ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਬੰਦਾ ਆਪਣੇ ਆਪ ਨੂੰ ਕਿੱਦਾਂ ਧੋਖਾ ਦੇ ਰਿਹਾ।
ਕਹਿੰਦੇ ਜੇ 12 ਸਾਲ ਦੀ ਉਮਰ ਆ ਉਹ ਬਚਪਨ ਚ ਲੰਘ ਜਾਂਦੀ ਆ, ਬੱਚੇ ਨੂੰ ਪਤਾ ਨਹੀਂ ਲੱਗਦਾ। ਹੁਣ ਧਰੂਵ ਭਗਤ ਥੋੜੀ ਸਾਰੇ ਬਣ ਜਾਂਦੇ। ਹਾਂ, ਉਹ ਕੋਈ ਟਾਵੇਂ ਵੇਲੇ ਜਿਨ੍ਹਾਂ ਦੇ ਮਨ ਚ ਹੁੰਦਾ ਹੈ ਕਿ ਬਈ ਮੈਂ ਇਹ ਧਰਤੀ ਤੇ ਕਿਉਂ ਘੁੰਮ ਰਿਹਾ। ਇੱਕ ਸਵਾਲ ਆ, ਇਹ ਦੁਨੀਆ ਦਾ ਸਭ ਤੋਂ ਵੱਡਾ ਸਵਾਲ ਆ। ਪਤਾ ਹੀ ਨਹੀਂ ਬੰਦੇ ਨੂੰ, ਨਾ ਕੋਈ ਦਾਦਾ ਕਿਸੇ ਨੂੰ। ਇਹ ਸਵਾਲ ਤੂੰ ਆਪਣੇ ਆਪ ਤੋਂ ਕਰਨਾ। ਤੇਰਾ ਮਕਸਦ ਕੀ ਹੈ? ਤੂੰ ਇੱਕ ਵੇਂਦਾ ਨਹੀਂ ਪਿਆ ਕਿ ਇੱਥੇ ਇੰਨੇ ਕੀੜੇ ਪਰੰਦੇ, ਇੰਨੇ ਜਾਨਵਰ ਆ, ਉਹਨਾਂ ਕਿਸੇ ਕੋ ਬੁੱਧੀ ਨਹੀਂ ਹੈਗੀ। ਤੇਰੇ ਕੋ ਬੁੱਧੀ ਕਿਉਂ ਆ? ਤੂੰ ਨੋਟਿਸ ਨਹੀਂ ਕੀਤਾ ਤੇਰੀ ਮੈਮਰੀ ਕਿਉਂ ਆ? ਕਿਉਂਕਿ ਬੁੱਧੀ ਦੇ ਸਿਰ ਤੇ, ਮੈਮਰੀ ਦੇ ਸਿਰ ਤੇ ਸਾਰਾ ਆ ਤੂੰ ਇੰਨਾ ਕੁਝ ਰਚ ਲਿਆ, ਮਕਾਨ ਬਣਾ ਲਏ, ਰਹਿਣ ਲਈ ਕਿੱਡੇ ਵਧੀਆ ਫੈਸਿਲਿਟੀਆਂ। ਜਾਨਵਰ ਤਾਂ ਉੱਥੇ ਬੈਠੇ ਨੇ, ਉਹਨਾਂ ਚ ਤਾਂ ਕੋਈ ਗਤੀ, ਉਹਨਾਂ ਚ ਤਰੱਕੀ ਕੁਛ ਵੀ ਨਹੀਂ ਹੋਈ। ਸ਼ੇਰ ਜਿਹੜਾ ਅੱਜ ਤੋਂ 10,000 ਸਾਲ ਪਹਿਲਾਂ ਖਾ ਰਿਹਾ ਸੀ ਅੰਨ, ਉਹ ਸ਼ੇਰ ਅੱਜ ਖਾ ਰਿਹਾ। ਘੋੜਾ ਜਿਹੜੇ ਅੰਨ ਤੇ ਸਰਵਾਈਵ ਕਰਦਾ ਸੀ, ਉਹੀ ਘੋੜਾ ਅੱਜ ਖਾ ਰਿਹਾ। ਉਹਨਾਂ ਦੇ ਜੀਵਨ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਹੈਗਾ ਆਇਆ। ਬਦਲਾਅ ਤੇ ਆਇਆ ਕੱਲਾ ਇਨਸਾਨ ਦੇ ਜੀਵਨ, ਇੰਨੀ ਤਰੱਕੀ ਕਰ ਗਿਆ। ਪਰ ਇੱਕ ਸਵਾਲ ਹੈ ਕਿ ਤੂੰ ਜ਼ਿੰਦਗੀ ਦੇ ਵਿੱਚ ਖਾਣ ਪੀਣ, ਸੌਣ ਔਰ ਬੱਚੇ ਪੈਦਾ ਕਰਨ ਤੱਕ ਕੀ ਰਹਿ ਗਿਆ? ਤੇਰੇ ਕੋਲ ਇੰਨਾ ਕੁਝ ਵੱਖਰਾ ਦਿੱਤਾ ਰੱਬ ਨੇ, ਤੂੰ ਸੋਚਿਆ ਤੇ ਨਹੀਂ? ਇਹ ਗ੍ਰੰਥ ਗੁਰੂਤੀ ਪੜ੍ਹੇ ਕੀ ਲਿਖਿਆ ਇਹਨਾਂ ਚ? ਇਹ 4,000 5,000 ਸਾਲ ਪਹਿਲਾਂ ਲਿਖੇ ਨੇ। ਕਿਉਂ ਲੈ ਕੇ ਗਏ ਨੇ ਉਹ? ਨਹੀਂ, ਇਹ ਗੁਰਕੀ ਸਾਹਿਬ ਇੱਕ ਚੀਜ਼ ਦੇਖੋ ਬਈ, ਆਪਾਂ ਜਿਹੜੇ ਹੈਗੇ ਪੈਦਾ ਹੋਏ ਆ, ਪੈਦਾ ਹੋ ਕੇ ਜਿਹੜੇ ਹੈਗੇ ਆ ਘਰ ਗ੍ਰਸਤੀ ਬਣਾਈ, ਧਨ ਦੌਲਤ ਇਕੱਠੀ ਕੀਤੀ, ਔਰ ਸਾਰਾ ਕੁਝ ਜਿਹੜਾ ਹੈਗਾ, ਔਰ ਬਾਅਦ ਵਿੱਚ ਜਿਹੜਾ ਹੈਗਾ ਸਾਰਾ ਖੋਲਿਆ ਆਪਣੇ ਕੋਲੋਂ। ਕੀ ਮਤਲਬ ਕੀ ਨਿਕਲਿਆ ਫਿਰ? ਮਤਲਬ ਪਰਪਸ ਕੀ ਹੋਇਆ? ਕੋਈ ਉਹਦਾ ਜਿਹੜਾ ਹੈਗਾ ਉਹਦੇ ਵਿੱਚ ਸਾਰ ਕੀ ਆਇਆ? ਆਪਣੇ ਪੱਲੇ ਕੀ ਆਇਆ? ਕੀ ਕੀਤਾ? ਕੀ ਆਪਾਂ ਨੇ ਇੰਨਾ ਸਮਾਂ ਬਤੀਤ ਕਰਕੇ ਕੀਤਾ ਕੀ ਆ? ਦੱਸੀਏ, ਆਪਾਂ ਸੋਚੀਏ ਤਾਂ ਸਹੀ। ਹਾਂਜੀ ਵੀਰ। ਲੱਭਿਆ ਕੀ ਆ? ਜਿਨ੍ਹਾਂ ਦੇ ਪਿੱਛੇ ਭੱਜੇ ਫਿਰਦੇ ਹਾਂ ਉਹਨਾਂ ਤੇ ਪੁੱਛਿਆ ਹੀ ਨਹੀਂ। ਹਾਂ, ਉਹਨਾਂ ਨੇ ਵੀ ਤੁਰ ਜਾਣਾ ਹੈ। ਉਹਨਾਂ ਵੀ ਤੁਰ ਜਾਣਾ ਵਾ, ਕਿਉਂਕਿ ਐਸਾ ਕੰਮ ਤੇ ਕੋਈ ਕੀਤਾ ਹੀ ਨਹੀਂ ਜਿਹੜਾ ਤੇਰੇ ਨਾਲ ਜਾਊਗਾ। ਤੇਰੇ ਤੋਂ ਏਦਾਂ ਦੀ ਵਸਤੂ ਹੈਗੀ ਤੇਰੇ ਕੋਲ? ਬਿਲਕੁਲ। ਨਾਨਕ ਪਾਤਸ਼ਾਹ ਨੇ ਮਨਾ ਕਰਤਾ ਹੀ, ਕਹਿੰਦਾ ਮੈਨੂੰ ਇਹ ਜਨੇਊ ਨਹੀਂ ਚਾਹੀਦਾ, ਰੱਸੀ ਚੁੱਕ ਇੱਥੋਂ ਨਿਕਲ ਜਾ, ਮੈਨੂੰ ਨਹੀਂ ਚਾਹੀਦੀ। ਮੈਨੂੰ ਜੇ ਜਨੇਊ ਦੇਣਾ ਤੇ ਮੇਰੇ ਨਾਲ ਜਾਵੇ, ਇਹ ਤੇ ਮੇਰੇ ਸਰੀਰ ਨਾਲ ਸੜ ਜਾਣਾ। ਔਰ ਸਾਨੂੰ ਲੋਕੀ ਜਿਹੜਾ ਦੇਈ ਜਾਂਦੇ ਲੋਲੀਪੌਪ, ਆਪਾਂ ਲੈ ਕੇ ਤੇ ਮੂੰਹ ਚ ਪਾ ਕੇ ਬੈਠੇ ਆ, ਕੋਈ 25 ਸਾਲ ਤੋਂ, ਕੋਈ 30 ਸਾਲ ਤੋਂ। ਬਾਣੀ ਤੇ ਕਹਿੰਦੀ ਹਿੱਲਣਾ, ਤੇਰੇ ਜ਼ਿੰਦਗੀ ਧਰਮ ਹੋਣਾ ਚਾਹੀਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਘਟਣਾ ਚਾਹੀਦਾ ਵਾ। ਉਹ ਤੇ ਬੁਖਾਰ ਆਪਾਂ ਨੂੰ ਹੋਰ ਚੜ ਗਏ ਨੇ। ਬਿਲਕੁਲ। ਜੇ ਹੁਣ ਨਹੀਂ ਉਤਰੇ ਤੇ ਕਦੋਂ ਉਤਰਨੇ? ਹੁਣ ਆਹ ਬਾਲ ਅਵਸਥਾ ਦੀ ਗੱਲ ਕਰਦੇ ਨੇ, ਉਹ ਪਤਾ ਕੀ ਕਹਿ ਰਹੇ ਨੇ ਕਿ ਤੁਸੀਂ 5 ਕਿਲੋ ਸੇਬ ਘਰੇ ਲਿਆਂਦੇ, ਚੰਗੇ ਆਪ ਖਾ ਲਏ, ਜਿਹੜੇ ਖਰਾਬ ਹੀ ਉਹ ਫਿਰ ਗੁਰਦੁਆਰੇ ਚੜਾਓ। ਉਹ ਲਊਗਾ ਅਰਦਾਸੀਏ ਨੂੰ ਕਹੋ ਕਿ ਆ ਸੜੇ ਸਰੀਰ ਵਿੱਚ ਕੀੜੇ ਕੂੜੇ ਪਏ ਆ, ਉਹਨੂੰ ਦੋ ਕਿ ਸਾਡੀ ਅਰਦਾਸ ਕਰਦੇ ਆ, ਲੈ ਲਾ ਸੇਬ। ਲੈਂਦਾ ਅਗਲਾ? ਉਹ ਕਹਿੰਦੇ ਆ ਕਿ ਚੰਗਾ ਜੀਵਨ ਤੂੰ ਖੁਦ ਬਤੀਤ ਕਰ ਲਿਆ। ਹੁਣ ਜਿੱਥੇ ਬੋਲਦਾ ਕੁਝ ਹੋ ਰਿਹਾ, ਨਿਕਲਦਾ ਤੇਰੇ ਮੂੰਹ ਚ ਕੁਝ ਹੋ ਰਿਹਾ, ਸਰੀਰ ਦੇ ਤੇਰੇ ਪੱਲੇ ਕੁਝ, ਤੇਰੀ ਅੱਖਾਂ ਚ ਜੋਤੀ ਕੋਈ ਨਹੀਂ, ਕੰਨਾਂ ਚ ਪਤਾ ਨਹੀਂ ਤੈਨੂੰ ਕੀ ਸੁਣਦਾ ਪਿਆ ਵਾ, ਜ਼ਬਾਨ ਵੀ ਤੇਰੀ ਪਤਾ ਨਹੀਂ ਕੀ ਬੋਲੀ ਜਾਂਦੀ ਤੇ ਬੋਲਦੀ ਕੁਝ ਹੋਰ, ਤੇ ਮੂੰਹ ਚ ਕੁਝ ਹੋਰ ਨਿਕਲਦੇ ਆ, ਦੰਦ ਤੇਰੇ ਮੂੰਹ ਚ ਕੋਈ ਨਾ। ਹੁਣ ਤੂੰ ਇੱਕ ਗਲਿਆ ਸੜਿਆ ਸੇਬ ਚੁੱਕ ਕੇ ਪਰਮਾਤਮਾ ਦੇ ਮੰਦਿਰ ਚ ਚੜਾਉਣ ਨੂੰ ਫਿਰਦਾ। ਨਜ਼ਰ ਸਾਹਿਬ ਬਿਲਕੁਲ ਸਹੀ ਗੱਲ ਹੈ। ਉਹ ਅਗਲਾ ਕਹਿੰਦਾ ਬਈ ਐ ਤੇ ਕੀ ਹੋਏ, ਚੰਗੇ ਆਪ ਖਾ ਲਈ। ਹੁਣ ਤੇਰੇ ਘਰ ਦੇ ਵੀ ਤੈਨੂੰ ਸਾਂਭਦੇ ਨਹੀਂ ਪਏ, ਤੂੰ ਇੱਧਰ ਮੂੰਹ ਚੁੱਕ ਕੇ ਆ ਗਿਆ ਨਾ। ਹਾਲੇ ਵੀ ਆਉਂਦਾ ਨਹੀਂ ਹੈ ਗੁਰਕੀ ਸਾਹਿਬ। ਪਰ ਜਿੱਦਾਂ ਉਹ ਤੇ ਵੱਖਰੀ ਗੱਲ, ਟਾਈਮ ਹੈਗਾ, ਪਰ ਬਾਣੀ ਤੇ ਮਤਲਬ ਤੇ ਉਹੀ ਆ ਕਿ ਇਹ ਜਿਹੜਾ ਤੂੰ ਚੰਗਾ ਸਮਾਂ ਵਾ, ਇਹ ਸਮਾਂ ਤੇ ਸਾਰਾ ਕੱਢ ਲਿਆ ਤੂੰ, ਤੇਰੇ ਧਿਆਨ ਹੀ ਨਹੀਂ ਮਾਰਿਆ। ਨਹੀਂ ਗੁਰਕੀ ਸਾਹਿਬ, ਜਿਹੜਾ ਹੈ 60-65 ਸਾਲ ਬਾਅਦ ਬਿਰਧ ਹੋਣ ਦੇ ਬਾਅਦ ਵੀ ਨਹੀਂ ਆਉਂਦਾ ਬੰਦਾ, ਉਦੋਂ ਵੀ ਜਿਹੜਾ ਇਕੱਠੇ ਹੀ ਕਰਦਾ ਹੈ, ਕਹਿੰਦਾ ਉਦੋਂ ਵੀ ਉਹਨੂੰ ਚੇਤਾ ਨਹੀਂ ਹੁੰਦਾ ਵੀ ਮੈਂ ਮਰਨਾ ਹੈ ਹੁਣ। ਉਹਨੂੰ ਤਾਂ ਪਤਾ ਹੀ ਨਹੀਂ। ਮੈਂ ਤੇ ਕਹਿੰਦਾ ਕਿ ਆਪਣਾ ਹੱਥ ਬਾਹਰ ਕੱਢੋ, ਅੱਖਾਂ ਦੇ ਗਾੜੀ ਰੱਖੋ, ਇਹਨੇ ਸੜਨਾ ਵਾ। ਬਿਲਕੁਲ। ਆ ਜਿਹੜੀ ਤੁਹਾਡਾ ਜਬਾੜਾ ਜਿਹਾ ਨਹੀਂ ਆ ਜਿਹੜਾ ਅੰਦਰੋਂ ਬੋਲਦਾ ਵਾ, ਇੱਥੇ ਪਤਾ ਨੀ ਕੀ ਕੁਝ ਹੋਣਾ, ਪਰ ਬੰਦੇ ਨੂੰ ਨਹੀਂ ਪਤਾ ਮੌਤ ਹੈ। ਬੰਦੇ ਨੂੰ ਪਤਾ ਨਹੀਂ ਲੱਗਦਾ, ਇੰਨੀ ਮਾਇਆ ਪਾਵਰਫੁਲ ਹੈ ਪ੍ਰਪੰਚ, ਬੰਦੇ ਨੂੰ ਹੋਸ਼ ਨਹੀਂ ਆਉਂਦੀ। ਹਾਂ, ਜਦੋਂ ਸਾਹ ਨਿਕਲਦਾ ਫਿਰ ਅੱਖਾਂ ਗੜੀ ਆਉਂਦਾ ਭੌਰ ਜਿਹਾ, ਫਿਰ ਕਹਿੰਦਾ ਪਰੇ ਹੋ ਜਾਓ, ਹੁਣ ਬਚਾ ਲਓ, ਮੈਨੂੰ ਦੇ ਦਿਓ 2-4 ਮਹੀਨੇ ਹੋਰ। ਫਿਰ ਕਿੱਥੇ ਪਈ, ਫਿਰ ਤੇ ਟਾਈਮ ਅਪ ਹੋ ਗਿਆ। ਉਹ ਕਹਿੰਦੇ ਭਰਾ ਤੇਰੀ ਬੈਂਕ 'ਚ ਪੈਸਾ ਹੀ ਨਹੀਂ ਹੈ, ਹੁਣ ਤੂੰ ATM ਚੁੱਕੀ ਫਿਰ ਜਿੰਨਾ ਮਰਜ਼ੀ ATM 'ਚ ਵਾੜ ਹਾਂ ਆਪਣਾ ਕਾਰਡ ਮਸ਼ੀਨ 'ਚ, ਜੇ ਤੇ ਪੈਸਾ ਹੀ ਨਹੀਂ ਹੈਗਾ ਕਿੱਥੋਂ ਕੱਢੇਗਾ ਉਹਨੂੰ? ਬਿਲਕੁਲ। ਉਹ ਤੂੰ ਖਾ ਲਏ ਨੇ ਸਾਰੇ ਪੈਸੇ, ਤੇਰੇ ਸਵਾਲ ਤੇ ਤੂੰ ਕੱਢ ਲੈ, ਤੂੰ ਰੋਜ਼ ਦੇ ਕੱਢੀ ਜਾਂਦਾ।
ਹੁਣ ਤੇ ATM ਹੀ ਹੈਗਾ, ਤੇਰੇ ਕੋਲ ਕਾਰਡ ਹੈਗਾ, ਬਸ ਇਹ 'ਚ ਪੈਸਾ ਨਹੀਂ ਹੈਗਾ, ਹੁਣ ਟਾਈਮ ਹੋ ਗਿਆ ਖਤਮ। ਹਾਂਜੀ ਨਿਜਰ ਸਾਹਿਬ, ਇਸ ਕਰਕੇ ਬਾਣੀ ਫਿਰ ਆਪਾਂ ਨੂੰ ਸਮਝਾ ਰਹੀ ਆ ਕਿ ਜਨਮ ਨੂੰ ਨਾ ਗਵਾਇਆ ਜਾਵੇ, ਕਿਉਂਕਿ ਇਹ ਬੜਾ ਕੀਮਤੀ ਹੈ। ਜਿੱਦਾਂ ਆਪਾਂ ਘਰ-ਬਾਰ ਆਪਣੇ ਜੀਵਨ 'ਚ ਆਪਾਂ ਦੇਖੋ, ਆਪਾਂ ਕੰਮ ਬੜਾ ਕਿਹੜਾ ਕਰਦੇ ਆ, ਜਿਹੜੀਆਂ ਸਾਡੇ ਕੰਮ ਸਾਡੀ ਲਿਸਟ 'ਚ ਆ, ਜਿਹੜੇ ਕੰਮ ਬੜੇ ਮਹੱਤਵਪੂਰਨ ਆ, ਅਸੀਂ ਕੰਮ ਕੇਵਲ ਉਹੀ ਕਰਦੇ ਆ। ਜੇਕਰ ਧਰਮ ਸਾਡੇ ਜੀਵਨ 'ਚ ਕੋਈ ਮਹੱਤਵ ਨਹੀਂ ਰੱਖਦਾ ਤੇ ਉਹ ਸਾਡੀ ਲਿਸਟ 'ਚ ਵੀ ਨਹੀਂ ਹੈਗਾ ਜੀ, ਨਹੀਂ ਹੈਗਾ, ਬਿਲਕੁਲ ਨਹੀਂ ਹੈਗਾ। ਔਰ ਕਦੀ ਦੇਖ ਲਓ, ਕਦੀ ਵੀ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਨਾ ਜੀਵਨ ਦੇ ਵਿੱਚ ਇਹ ਅਜਮਾ ਕੇ ਦੇਖ ਲੈਣਾ ਕਿ ਥੋੜਾ ਵੀ ਜਿਹੜਾ ਮਾੜਾ ਜਿਹਾ ਜ਼ੁਕਾਮ ਵੀ ਹੋਊਗਾ ਨਾ, ਤੇ ਮਾੜਾ ਜਿਹਾ ਜਿਹੜਾ ਹੈਗਾ ਉਹ ਵੀ ਭਾਵੇਂ ਹੋਇਆ ਕਿ ਨਹੀਂ ਹੋਇਆ ਪਤਾ ਨਹੀਂ, ਸਵੇਰੇ ਕਹੂਗਾ ਵੀ ਹੁਣ ਮੇਰਾ ਨਹੀਂ ਚਿੱਤ ਕਰ, ਮੈਂ ਤਾਂ ਬਿਮਾਰ ਹਾਂ, ਮੈਂ ਗੁਰਦੁਆਰੇ ਨਹੀਂ ਜਾਣਾ, ਅੱਜ ਨਹੀਂ ਉੱਠਣਾ, ਅੱਜ ਧਿਆਨ ਸਿਮਰਨ ਨਹੀਂ ਕਰਨਾ। ਬਸ ਉਹਨੂੰ ਬਹਾਨਾ ਚਾਹੀਦਾ ਹੁੰਦਾ, ਪਹਿਲਾਂ ਉਹਨੂੰ ਕੱਟ ਕਰਦਾ ਹੈ ਆਪਣੀ ਲਿਸਟ ਚੋਂ। ਹਾਂਜੀ ਵੀਰ ਜੀ। ਉਹ ਕਹਿੰਦਾ ਇਹ ਚੀਜ਼ ਜਿਹੜੀ ਗੈਰ ਜ਼ਰੂਰੀ ਆ, ਜਦ ਕਿ ਕਹਿੰਦੇ ਆ ਕਿ ਤੇਰੇ ਜੀਵਨ ਦਾ ਸਭ ਤੋਂ ਵੱਡਾ ਕੰਮ ਇਹ ਹੈ, ਬਾਕੀ ਬਾਅਦ ਚ ਕਰ ਲਈ, ਪਹਿਲਾਂ ਇਹ ਕਰ ਲਾ। ਪਰ ਆਪਾਂ ਉਹ ਕੰਮ ਕਰਦੇ ਨਹੀਂ ਆਪਾਂ, ਕਿਉਂਕਿ ਤਾਈਓ ਤਾਂ ਸਾਨੂੰ ਉਹ ਸਮਝਾ ਕੇ ਗਏ ਕਿ ਅਵਰ ਕਾਜ ਤੇ ਤੇਰੇ ਦੂਜੇ ਕੰਮ ਏਡੇ ਕੰਮ ਕੀਮਤੀ ਨਹੀਂ ਹੈਗੇ। ਪਹਿਲਾਂ ਸਾਧ ਸੰਗਤ ਲੱਭ ਤੇ ਸੰਗਤ ਕਰਨੀ ਪੈਣੀ, ਤੈਨੂੰ ਗਿਆਨ ਹੋ ਜਾਏ ਜੀਵਨ ਨੂੰ ਜੀਣਾ ਕਿੱਦਾਂ। ਬਿਲਕੁਲ। ਮੁੜ ਕੇ ਗੱਡੀ ਤੈਨੂੰ ਮਿਲ ਜਾਣੀ ਆ, ਗੱਡੀ ਮੁੜ ਕੇ ਤੋੜ ਕੇ ਤੂੰ ਖਰਾਬ ਕਰ ਲੈਣੀ ਆ, ਮੁੜ ਕੇ ਉਹ ਜਦੋਂ ਟੋਟਲ ਲਾਸ ਹੋ ਜਾਂਦੀ ਫਿਰ ਤੇ ਰਿਪੇਅਰ ਵੀ ਨਹੀਂ ਹੁੰਦੀ। ਇਸੇ ਕਰਕੇ ਕਹਿੰਦੇ ਆ ਕਿ ਤੇਰਾ ਜਿਹੜਾ ਅੰਦਰ ਸਰੀਰ ਆ ਨਾ, ਉਹ ਸੂਖਮ ਸਰੀਰ ਆ ਔਰ ਉਹ ਸੰਸਕਾਰਾਂ ਨੂੰ ਗ੍ਰਹਿਣ ਕਰਦਾ। ਇਸ ਕਰਕੇ ਸੰਗਤ ਕਰ, ਤੈਨੂੰ ਚੰਗੀ ਸੰਗਤ ਮਿਲੇ ਤਾਂ ਜੋ ਤੈਨੂੰ ਗਿਆਨ ਹੋ ਜਾਏ, ਮਾੜੇ ਕਰਮਾਂ ਤੋਂ ਤੂੰ ਬਚ ਜਾਏ। ਕਿਉਂਕਿ ਜਦੋਂ ਤੇਰੇ ਅੰਦਰ ਸੰਸਕਾਰ ਵੜ ਗਏ ਫਿਰ ਤੇਰਾ ਹੋਰ ਜੀਵਨ ਜਿਹੜਾ ਨਾ ਉਹ ਦਲਦਲ ਤੇ ਚੱਲ ਜਾਏਗਾ, ਮੁਸ਼ਕਲ ਹੋ ਜਾਏਗਾ। ਹਾਂਜੀ ਜੀ ਸਾਹਿਬ। ਮੇਰੀ ਕਰਤੇ ਜਨਮ ਗਿਓ ਸਾਇਰ ਸੋਖ ਭੁਜੰਗ ਬਲਿਓ ਰਹਾਓ। ਕਹਿੰਦੇ ਸੁੱਕ ਗਿਆ ਹੁਣ ਤੇਰੀ ਤਾਕਤ ਸੁੱਕ ਗਈ ਔਰ ਤੇਰੇ ਪੱਲੇ ਕੁਛ ਵੀ ਨਹੀਂ ਹੈਗਾ। ਹੁਣ ਤੇਰਾ ATM ਖਾਲੀ ਹੈ, ਤੂੰ ਕੁਛ ਖਰੀਦ ਹੀ ਨਹੀਂ ਸਕਦਾ, ਤੂੰ ਕਰ ਵੀ ਨਹੀਂ ਸਕਦਾ ਹੁਣ ਭਗਤੀ। ਤੇਰੀਆਂ ਭੁਜੰਗ ਬਲਿਓ, ਕਹਿੰਦੇ ਤੇਰੀਆਂ ਬਾਹਾਂ 'ਚ ਜ਼ੋਰ ਹੀ ਹੈ ਨਹੀਂਗਾ ਹੁਣ। ਰਹਾਓ ਸੁੱਕੇ ਸਰਵਰ ਪਾਲ ਬੰਧਾਵੇ, ਲੂਣੇ ਖੇਤ ਹੱਥ ਵਾਰ ਕਰੇ। ਤੇ ਦੇਖੋ ਕਬੀਰ ਜੀ ਹੈਰਾਨੀ ਆ ਕਿ ਕਹਿੰਦੇ ਕਿ ਹੁਣ ਬੁੱਢਾ ਹੋ ਗਿਆ, ਸਾਰਾ ਕੁਝ ਹੋ ਗਿਆ, ਸਰੋਵਰ ਸੁੱਕ ਗਿਆ ਤੇ ਹਾਲੇ ਵੀ ਜਿਹੜਾ ਹੈਗਾ ਨਾ ਸਰੋਵਰ ਨੂੰ ਉਹਦੇ ਚਾਰੋਂ ਪਾਸੇ ਬੰਨ ਲਾ ਰਿਹਾ ਆ, ਬੱਟ ਬਣਾ ਰਿਹਾ ਆ, ਬਈ ਇਹਦਾ ਪਾਣੀ ਜਿਹੜਾ ਹੈਗਾ ਨਾ ਮੈਂ ਕਿਤੇ ਯੂਜ਼ ਕਰ ਲੂੰਗਾ। ਉਹਦੇ 'ਚ ਪਾਣੀ ਨਹੀਂ ਹੈ, ਸੁੱਕਾ ਹੋਇਆ ਸਰੋਵਰ ਹੈਗਾ। ਹਾਲੇ ਵੀ ਉਹ ਮਾਇਆ ਦੇ ਵਿੱਚ ਜਿਹੜਾ ਹੈਗਾ, ਘਰ ਗ੍ਰਸਤੀ ਦੇ ਵਿੱਚ ਜਿਹੜਾ ਹੈਗਾ ਸੋਚਦਾ ਹੈ ਮੈਂ ਆ ਕਰ ਲੂੰ, ਆ ਕਰਦਾ। ਲੂਣੇ ਖੇਤ ਹੱਥ ਵਾਰ ਕਰੇ। ਖੇਤ ਜਿਹੜਾ ਹੈਗਾ ਹੈ ਨਹੀਂਗਾ ਕੁਛ ਵੀ, ਖੇਤ ਜਿਹੜਾ ਲੂਣਿਆ ਗਿਆ, ਵੱਢਿਆ ਗਿਆ, ਉਹਦੇ ਵਿੱਚ ਕਹਿੰਦੇ ਆ ਫਿਰ ਹੱਥਾਂ ਨਾਲ ਜਾ ਕੇ ਵਾੜ ਕਰ ਰਿਹਾ ਹੈ। ਹੁਣ ਜਿਹੜਾ ਹੈਗਾ ਹਾਲੇ ਵੀ ਜਿਹੜਾ ਹੈਗਾ ਉਹ ਰੱਬ ਵਾਲੇ ਵਾਸਤੇ ਧਿਆਨ ਸਿਮਰਨ ਭਗਤੀ ਹਾਲੇ ਵੀ ਨਹੀਂ ਕਰ ਰਿਹਾ। ਆਇਓ ਚੋਰ ਤੁਰੰਤ ਲੈ ਗਿਓ, ਮੇਰੀ ਰਾਖਤ ਮੁਕਤ ਫਿਰੇ। ਕਹਿੰਦੇ ਉਹ ਆ ਗਿਆ, ਧਰਮਰਾਜ ਦੇ ਦੂਤ ਆ ਗਏ, ਉਹ ਤੁਰੰਤ ਜਿਹੜੇ ਹੈਗੇ ਉਹ ਲੈ ਗਏ ਉਹਨੂੰ, ਜਿਹੜਾ ਹੈਗੇ ਆਪਣੇ ਜਿਹੜੇ ਹੈਗੇ ਅੰਦਰੋਂ ਜਿਹੜੀ ਹੈਗੀ ਆ ਜੀਵ ਨੂੰ। ਮੇਰੀ ਰਾਖਤ ਮੁਕਤ ਫਿਰੇ। ਔਰ ਉਹ ਜਿਹੜਾ ਕਰਦਾ ਕੀ ਫਿਰ ਰਿਹਾ ਹੈ, ਮੂਰਖ ਕੀ ਕਰ ਰਿਹਾ ਹੈ? ਕਹਿੰਦੇ ਹਾਲੇ ਉਹ ਸਮਾਨ ਹੀ ਆਪਣਾ ਜਿਹੜਾ ਹੈਗਾ ਘਰ ਗ੍ਰਸਤੀ ਜਿਹੜੀ ਆ ਮੇਰੀ ਇਸ ਤਰ੍ਹਾਂ ਹੀ ਕਰੀ ਜਾ ਰਿਹਾ ਹੈ। ਹਾਂਜੀ ਵੀਰ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਇਹ ਫਿਰ ਬਾਣੀ ਚ ਆਪਾਂ ਨੂੰ ਸਮਝਾ ਰਹੇ ਕਿ ਜਦੋਂ ਆਪਾਂ ਕਿਸੇ ਸਫ਼ਰ ਤੇ ਨਿਕਲਦੇ ਹਾਂ ਤੇ ਆਪਾਂ ਨੂੰ ਘੱਟੋ ਘੱਟ 1 ਦਿਨ ਲੱਗਦਾ ਤਿਆਰੀ ਕਰਨ ਲਈ। ਕੁਝ ਨਾ ਕੁਝ ਸਮਾਨ ਚਾਹੀਦਾ ਹੈ, ਯਾਤਰਾ ਵਿੱਚ ਕਈ ਚੀਜ਼ਾਂ ਦੀ ਲੋੜ ਆ। ਠੰਡੀ ਜਗ੍ਹਾ ਤੇ ਜਾ ਰਹੇ ਆ ਤੇ ਠੰਡੇ ਕੱਪੜੇ ਚਾਹੀਦੇ ਨੇ, ਗਰਮ ਜਗ੍ਹਾ ਤੇ ਜਾ ਰਹੇ ਆ ਤੇ ਉੱਥੇ ਹੋਰ ਤਰ੍ਹਾਂ ਦੇ ਕੱਪੜੇ ਚਾਹੀਦੇ ਨੇ, ਕਿੱਦਾਂ ਦੇ ਬੂਟ, ਕਿੱਦਾਂ ਦਾ ਖਾਣ ਪੀਣ ਦਾ ਕੋਈ ਸਮਾਨ ਲੈ ਲਈਦਾ ਨਾਲ ਕਿ ਬਈ ਨਾ ਰਾਸਤੇ 'ਚ ਕੁਝ ਮਿਲੇ ਤੇ ਇਹੋ ਖਾ ਕੇ ਆਪਣਾ ਟਾਈਮ ਪਾਸ ਕਰ ਲਾਂਗੇ। ਪਰ ਕਹਿੰਦੇ ਆ ਕਿ ਤੂੰ ਮੇਰੀ ਕਰਦਾ ਫਿਰਦਾ, ਜਨਮ ਗਵਾ ਲਿਆ ਤੇ ਫਿਰ ਹੁਣ ਤੇਰੇ ਸਰੀਰ 'ਚ ਦਮ ਕੋਈ ਨਾ, ਕੋਈ ਤਿਆਰੀ ਨਹੀਂ ਕੀਤੀ। ਪਰ ਕਮ ਸੇ ਕਮ ਥੋੜਾ ਬਹੁਤਾ ਤੂੰ ਆਈਡੀਆ ਤੇ ਲੈ ਲੈਣਾ ਸੀ ਨਾ ਕਿ ਐਡੇ ਵੱਡੇ ਤੋਂ ਸਫ਼ਰ ਤੇ ਨਿਕਲਿਆ ਹੋਇਆ। ਉਹ ਕੋਈ ਜਾਨਵਰ ਹੋਣ ਤੇ ਉਹਨਾਂ ਨੂੰ ਕੋਈ ਜਵਾਬ ਨਹੀਂ ਦੇਣ ਦੀ ਲੋੜ, ਕਿਉਂਕਿ ਤੇ ਭੋਗੀ ਜੂਨੀ ਹੈਗੇ, ਉਹ ਤੇ ਭੋਗਦੇ ਨੇ, ਉਹਨਾਂ ਦਾ ਨਹੀਂ ਸੰਸਕਾਰ ਬਣਨਾ। ਉਹ ਤੇ ਉਹਨਾਂ ਦੇ ਮੀਟਰ 'ਚ ਜੋ ਸਮਾਨ ਹੈਗਾ ਉਹਨਾਂ ਨੇ ਉਹੀ ਖਾਣਾ ਵਾ। ਪਰ ਤੇਰੇ ਕੋਲ ਬਹੁਤ ਆਪਸ਼ਨ ਹੈਗੇ, ਇਸ ਕਰਕੇ ਤੂੰ ਏਦਾਂ ਆਪਣਾ ਸਮਾਂ ਜਿਹੜਾ ਕੱਢ ਰਿਹਾ। ਲੋਕੀ ਕਹਿੰਦੇ ਮੈਂ ਸਮੇਂ ਨੂੰ ਕੱਟ ਰਿਹਾ, ਪਰ ਉਹ ਅਸਲ ਦੇ ਵਿੱਚ ਸਮਾਂ ਬੰਦੇ ਨੂੰ ਕੱਟ ਰਿਹਾ। ਪਰ ਲੋਕੀ ਕਹਿੰਦੇ ਮੈਂ ਸਮਾਂ ਕੱਟ ਰਿਹਾ। ਹੁਣ ਵੇਖੋ ਕਈ ਨਿਆਣੇ ਆਪਣੇ ਘਰਾਂ 'ਚ ਵੇਖੋ, ਕਈ ਸਿਆਣੇ ਬਿਆਣੇ ਉੱਤੇ ਮੋਬਾਈਲ ਤੇ ਗੇਮਾਂ ਖੇਡੀ ਜਾ ਰਹੇ, ਕਹਿੰਦੇ ਟਾਈਮ ਕੱਟ ਰਹੇ ਆ। ਪਰ ਉਹ ਨਹੀਂ ਸੋਚਦੇ ਕਿ ਟਾਈਮ ਨੂੰ ਤੂੰ
नहीं कट रहा, टाइम तेन कट्टी जा रहा, बिल्कुल टाइम नहीं रुकना। फिर तू कहते तपस्ताने से क्या फायदा जब चिड़िया चुकी के। हाँ जी निजो सर। चरण शीस कर कंपन लागे, नैनी नीर असार बह। कहते आ स्टेज आ गई हुण, हथ पैर ते सिर कंबन लग गया। चरण शीस कर कहते हथ ते पैर ते सिर कंपन लागे, नैनी नीर असार बह। अखां तो जिहड़ा हैगा वो पानी जिहड़ा हैगा अपने आप ही अखां चों पानी वग रहा है। जिहवा बचन शुद्ध नहीं निकसै, जीव तो बोलदा कुछ आ ते सुनदा कुछ आ। जिहवा बचन शुद्ध नहीं निकसै, तबरे धर्म की आस करे। कहंदे हुण धर्म दी हुण तू धर्म करेगा, हुण धर्म करन दी हुण जिहड़ा हैगा हुण धर्म करन दी आस कर रहा है तू। हाँ जी वीर जी। हाँ जी ठीक है जी। फिर साध संगत जी फिर सानू समझा रहे ने, कहंदे चरण शीस कर कंपन लागे, नैनी नीर असार बहे। हुण कहंदे तेरी अखां भी खराब हो गई, शरीर तेरा काम दा ही नहीं हैगा, तेरे पैर कंबी जांदे आ, तेरा सिर हिली जांदा, जिद्दां बंदे दा हदरंग नहीं हो जांदा, हाथ हिली जांदा। बिल्कुल कंट्रोल नहीं रहेगा, कंट्रोल ऑफ सेंस खत्म हो गई है, तेरी मैमरी कमजोर हो गई है। हुण जिंदगी दा एक तू सब तो महत्वपूर्ण जिहड़ा तेरा पीरियड सी तू वो ते वेस्ट कर लिया, और उस चीज ਲਈ वेस्ट ਕੀਤਾ ਜਿਹਦੀ कीमत कोई नहीं है। पता नहीं ਇੱਥੇ ਕਿੰਨੇ ਕਿੰਨੇ ਰਾਜੇ ਮਹਾਰਾਜੇ ਆ ਕੇ ਗਏ ਨੇ, ਉੱਥੇ ਜਾ ਕੇ ਮਹਿਲ ਵੇਖੋ, ਇੱਥੇ ਰਹਿ ਗਏ ਨੇ ਸਾਰਿਆਂ ਦੇ। ਉਹਨਾਂ ਨੂੰ ਤੇ ਛੱਡੋ, ਸਾਡੇ ਲਾਗੇ ਬੰਨੇ ਵੇਖੋ ਲੋਕੀ, ਉੱਥੇ ਹੀ ਰਹਿ ਜਾਂਦਾ। ਪਰ ਉਹ ਜੇਕਰ ਸਾਡੇ ਜੀਵਨ 'ਚ ਉਚਾਈ ਨਹੀਂ ਆ ਰਹੀ ਕਿ ਬਾਹਰੀ ਪਦਾਰਥਾਂ ਦੀ ਉਚਾਈ ਦੇ ਨਾਲ ਕੀ ਸੌਖੇ ਹੋ ਜਾਣਗੇ, ਨਹੀਂ। ਉਹ ਕਹਿੰਦੇ ਐਸਾ ਕੰਮ ਨਾ ਕਰੋ ਪਲੀਜ਼, ਕਿਉਂਕਿ ਇਹ ਤੂੰ ਕਿਸੇ ਨੂੰ ਨਹੀਂ ਧੋਖਾ ਦੇ ਰਿਹਾ, ਤੂੰ ਆਪਣੇ ਆਪ ਨੂੰ ਧੋਖਾ ਦੇ ਰਿਹਾ। ਬੜੀ ਕੀਮਤੀ ਚੀਜ਼ ਹੈ ਜਿਹੜੀ ਤੂੰ ਐਸੇ ਵੇਸਟ ਕਰ ਰਿਹਾ, ਕਿਉਂਕਿ ਸਫ਼ਰ ਬੜਾ ਲੰਮਾ ਚੌੜਾ ਹੈ। ਔਰ ਇਹ ਨਹੀਂ ਕਿ 3 ਘੰਟੇ ਦਾ ਪੇਪਰ ਹੈ ਤੂੰ 10 ਮਿੰਟਾਂ 'ਚ ਕਰ ਲੇਗਾ, ਕਿੱਥੋਂ ਕਰ ਲੇਗਾ? ਕਿਉਂਕਿ ਪੇਪਰ ਲਾਸਟ ਤੇ ਕਰਨਾ ਇੱਕ ਅਲੱਗ ਚੀਜ਼ ਹੈ, ਚਲੋ ਤੇ ਵੱਖਰੀ ਗੱਲ ਆ ਰਿਹਾ। ਬੁਢਾਪੇ 'ਚ ਵੀ ਕੰਮ ਕਰ ਦਿੰਦਾ, ਸਾਡਾ ਮਸਲਾ ਹੱਲ ਕਰ ਦਿੰਦਾ। ਪਰ ਆਪ ਜੀ ਸਿਆਣੇ ਜੋ ਸਮਝਦੇ, ਜੋ ਕੋਈ ਮਕਾਨ ਨੂੰ ਬਣਾਉਣ ਦੇ ਲਈ 5-6 ਮਹੀਨੇ 8 ਮਹੀਨੇ ਸਾਲ ਲੱਗ ਜਾਂਦਾ, 2 ਸਾਲ ਵੀ ਲੱਗ ਜਾਂਦੇ। ਹੁਣ ਡਿਪੈਂਡ ਹੈ ਕਿੱਦਾਂ ਦਾ ਮਕਾਨ ਤੁਸੀਂ ਬਣਾ ਰਹੇ, ਹੋ ਸਕਦਾ 3 ਸਾਲ ਵੀ ਲੱਗ ਜਾਣ। ਇਹ ਵੀ ਜਿਹੜਾ ਕੰਮ ਆ ਇਹਨੂੰ ਟਾਈਮ ਲੱਗਣਾ ਹੈ, ਟਾਈਮ ਵੀ ਲੱਗਣਾ ਹੈ, ਪਲੱਸ ਇਮਤਿਹਾਨ ਆ। ਇਹ ਨਹੀਂ ਕਿ ਪ੍ਰਮਾਤਮਾ ਨੂੰ ਕੱਲੀ ਭਗਤੀ ਚਾਹੀਦੀ ਆ, ਭਗਤੀ ਕਰਕੇ ਤੁਹਾਡਾ ਮਨ ਜਦੋਂ ਸ਼ੁੱਧ ਹੋਇਆ, ਤੁਹਾਡਾ ਜੀਵਨ ਉੱਚਾ ਹੋਣਾ ਚਾਹੀਦਾ ਵਾ। ਸਾਡੇ ਆਚਾਰ ਅੱਜ ਤੋਂ ਆਚਾਰ ਨੇ, ਆਚਾਰ ਜਿਹੜੇ ਹੁਣ 1 ਘੰਟੇ 'ਚ ਕਿੱਥੋਂ ਕਰ ਦਈਏ। 70 ਸਾਲ ਤੁਸੀਂ ਠੱਗੀਆਂ ਮਾਰੀਆਂ, ਚੋਰੀਆਂ ਕੀਤੀਆਂ, ਜਾਰੀਆਂ ਕਮਾਈਆਂ ਨੇ ਤੇ ਈਰਖਾ ਕੀਤੀਆਂ ਨੇ। ਹੁਣ ਆ ਕੇ ਤੁਸੀਂ ਉਹ ਜਿਹੜਾ ਸਾਰਾ ਪੇਪਰ ਗਲਤ ਭਰਿਆ ਵਾ, ਉੱਥੇ ਆ ਕੇ 1-2 ਪੇਜ ਬਾਕੀ ਬਚੇ ਤੁਸੀਂ ਲਿਖ ਦੋਗੇ ਕਿ ਮੈਂ ਭਗਤੀ ਕੀਤੀ ਹੈ, ਜਦਕਿ ਤੇ ਸ਼ੁਰੂਆਤ ਉੱਥੋਂ ਕਰਨੀ ਚਾਹੀਦੀ। ਆਚਾਰ ਤਾਂ ਉੱਥੇ ਬਣਾ ਲਏ ਆ। ਹੁਣ ਆਪ ਜਸਟ ਸੋਚੋ, ਟੱਕਰੀ ਦੇ 2 ਛਾਬੇ ਆ, ਇੱਕ ਛਾਬੇ ਤੇ ਤੁਸੀਂ ਆ ਸੰਸਾਰਿਕ ਸਮਾਨ ਪਾ ਲਿਆ, ਔਰ ਦੂਜੇ ਸਾਈਡ ਤੇ ਭਗਤੀ ਪਾ ਕੇ ਵੇਖ ਲਓ। ਭਗਤੀ ਤੇ ਕਰਦਾ ਹੀ ਕੋਈ ਨਹੀਂ, ਅੱਧੇ ਘੰਟੇ 'ਚ ਭਗਤੀ ਕੀ ਕੰਮ ਕਰੂਗੀ ਦੱਸੋ? ਆਪ ਜਸਟ ਸੋਚੋ, 24 ਘੰਟੇ ਬੰਦਾ ਆਪਣੀ ਮਰਜ਼ੀ ਨਾਲ ਦਿਨ ਬਤੀਤ ਕਰੇ, ਆ ਕੇ 20 ਮਿੰਟ 'ਚ ਬੰਦਗੀ ਕਰ ਵੀ ਲਵੇ ਤੇ ਉਹਦੀ ਕੀਮਤ ਕਿੰਨੀ ਕੁ ਹੋਊ? ਕੁਆਂਟੀਟੀ ਵੇਖੋ, ਮੈਜੋਰਟੀ ਵੇਖੋ। ਆਪ ਛੋਟੀ ਜੀ ਗੱਲ ਛੱਡੋ, ਤੁਹਾਡੇ ਪਿੰਡ ਦੀ ਇਲੈਕਸ਼ਨ ਆ, 500 ਵੋਟ ਸਾਰੇ ਪਿੰਡ ਦੀ ਆ, ਇੱਕ ਬੰਨੇ 50 ਵੋਟਾਂ ਨੇ, ਇੱਕ ਬੰਨੇ 450 ਵੋਟਾਂ ਨੇ, ਜਿੱਤੂਗਾ ਕਿਹੜਾ? 450। ਇੱਕ ਬੰਨੇ 24 ਘੰਟੇ ਆ, ਇੱਕ ਬੰਨੇ ਤੁਹਾਨੂੰ 24 ਘੰਟਿਆਂ 'ਚੋਂ ਤੁਸੀਂ 23 ਘੰਟੇ ਆਪਣੀ ਮਰਜ਼ੀ ਨਾਲ ਜੀਵਨ ਬਤੀਤ ਕੀਤਾ। 1 ਘੰਟਾ ਤੁਸੀਂ ਉੱਥੇ ਜਾ ਕੇ ਧਾਰਮਿਕ ਸਥਾਨਾਂ ਤੇ ਮੱਥਾ ਟੇਕ ਕੇ ਆ ਜਾਂਦੇ ਜੋ, ਉਹ ਵੀ ਬਾਬਾ ਕੀ ਬੋਲਦਾ ਪਤਾ ਨਹੀਂ ਲੱਗਾ, ਕਿਉਂਕਿ ਆਪਣਾ ਗੁਟਕਾ ਫੜ ਕੇ ਬਹਿ ਗਏ। ਉਹਦੇ ਕੀਰਤਨ ਕਰ ਰਿਹਾ, ਇੱਕ ਬਾਬਾ ਬੋਲ ਰਿਹਾ, ਪਿੰਡਾਂ ਦੇ ਵਿੱਚ 3-3 4-4 ਸਪੀਕਰ ਲੱਗੇ ਆ, ਵਿੱਚ ਕੀ ਬੋਲ ਰਹੇ ਉਹ ਤੇ ਕਿਸੇ ਨੂੰ ਪਤਾ ਕੋਈ ਨਾ। ਆਹ ਤੇ ਵੇਖੋ ਕੀ ਕਹਿ ਰਹੀ ਹੈ ਬਣ। ਹਾਂਜੀ ਨਿਜੋ ਸਾਹਿਬ। ਹਰਜੀਓ ਕਿਰਪਾ ਕਰੇ ਲਿਵ ਲਾਵੇ, ਕਹਿੰਦੇ ਮਾਲਕ ਮਿਹਰ ਕਰ ਦੇ ਨਾ ਤੇ ਲਿਵ ਲੱਗ ਸਕਦੀ ਆ, ਲਾਹਾ ਮਿਲ ਸਕਦਾ ਹੈ। ਲਾਹਾ ਹਰ ਹਰ ਨਾਮ ਲਿਓ ਨਾ, ਇਹ ਨਾਮ ਵਾਲਾ ਲਾਭ ਮਿਲ ਜਾਏ, ਕਿਤੇ ਧਿਆਨ ਸਿਮਰਨ ਮਿਲ ਜਾਏ, ਮਾਲਕ ਪਰਮਾਤਮਾ ਕਿਰਪਾ ਕਰਦਾ। ਹਰਜੀਓ ਕਿਰਪਾ ਕਰੇ ਲਿਵ ਲਾਵੇ। ਜੇ ਇਨਸਾਨ ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਅੱਗੇ ਨਤਮਸਤਕ ਹੋ ਜਾਏ,
ਵੀ ਮਾਲਕਾ ਜਿਹੋ ਜਿਹਾ ਵੀ ਹੈਗਾ, ਜੋ ਕੁਛ ਵੀ ਹੈਗਾ ਤੇਰਾ ਹੈਗਾ, ਤੂੰ ਕਿਰਪਾ ਕਰ ਮੈਨੂੰ, ਮੈਂ ਤੇਰੇ ਰਸਤੇ ਤੇ ਤੁਰਨਾ ਚਾਹੁੰਦਾ ਹੈ। ਬਸ ਗੁਰ ਪ੍ਰਸਾਦੀ ਹਰ ਤਨ ਪਾਇਓ, ਅੰਤੇ ਚਲਦਿਆਂ ਨਾਲ ਚੱਲਿਓ। ਤਾਂ ਇਹ ਆ ਗੁਰੂ ਦਾ ਪ੍ਰਸਾਦ ਮਿਲ ਜਾਂਦਾ ਹੈ, ਗੁਰੂ ਮਿਲ ਜਾਂਦੇ, ਬ੍ਰਹਮ ਗਿਆਨੀ ਮਿਲ ਜਾਂਦੇ, ਬ੍ਰਹਮ ਗਿਆਨ ਮਿਲ ਜਾਂਦਾ ਹੈ, ਤੇ ਉਹਦੇ ਨਾਲ ਨਾਮ ਦੀ ਕਮਾਈ ਹੋ ਜਾਂਦੀ ਹੈ, ਗੁਣ ਆ ਜਾਂਦੇ ਆ, ਆਪਣੇ ਆਪ ਨੂੰ ਚੇਂਜ ਕਰ ਲੈਂਦਾ ਹੈ, ਤੇ ਉਹ ਫਿਰ ਅੰਤੇ ਚਲਦਿਆਂ ਨਾਲ ਗਏ ਨਾਲ ਆਹ ਚੀਜ਼ ਜਿਹੜੀ ਆਪਣੇ ਨਾਲ ਜਾਣੀ ਹੈ ਭਾਈ, ਆਪਣੇ ਸੰਸਕਾਰ ਜਾਣੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਉਹ ਕਹਿੰਦੇ ਨੇ ਕਿ ਪਹਿਲਾਂ ਤੇ ਕਹਿੰਦੇ ਨੇ ਕਿ ਤੇਰਾ ਜਿਹੜਾ ਬਚਨ ਆ ਉਹ ਮਤਲਬ ਤੇਰੇ ਮੂੰਹ ਚ ਨਿਕਲਦਾ ਕੁਝ ਹੋ ਰਿਹਾ, ਬੋਲ ਤੂੰ ਕੁਝ ਹੋ ਰਿਹਾ। ਫਿਰ ਅਗਲੇ ਬੰਨੇ ਗੱਲ ਕਰ ਰਹੇ ਨੇ, ਹਰ ਜੀਉ ਕਿਰਪਾ ਕਰੇ ਲਿਵ ਲਾਵੇ। ਜੇ ਪ੍ਰਮਾਤਮਾ ਮਿਹਰ ਕਰੇ ਤੇ ਤੇਰੀ ਲਿਵ ਲੱਗ ਜੇ ਉਹਦੇ ਚਰਨਾਂ ਦੇ ਵਿੱਚ, ਕਿਉਂਕਿ ਇਹ ਚਰਨਾਂ ਦੇ ਵਿੱਚ ਲਿਵ ਲੱਗਣੀ ਇਹ ਵੀ ਐਵੇਂ ਨਹੀਂ ਆ ਕਿ ਪਾਠ ਆਪਣੇ ਲੱਗ ਜਾਣੀ ਆ, ਇਹ ਤੁਸੀਂ ਮਰਜ਼ੀ ਆ। ਪਰ ਮਰਜ਼ੀ ਵੀ ਤਾਂ ਹੋਊਗੀ ਜੇ ਅਸੀਂ ਮੰਗਣ ਜਾਵਾਂਗੇ, ਜੇ ਮੰਗਣ ਨਹੀਂ ਗਏ ਤੇ ਫਿਰ ਤੇ ਹੋਰ ਔਖਾ ਹੋਇਆ ਕੰਮ। ਨਿਜਰ ਸਾਹਿਬ ਬਿਲਕੁਲ ਸਹੀ ਗੱਲ ਹੈ। ਜਦ ਤੱਕ ਆਪਾਂ ਡਿਮਾਂਡ ਨਹੀਂ ਕਰਦੇ ਤੇ ਗੱਲ ਨਹੀਂ ਬਣਦੀ। ਜਾਂ ਤੇ ਅਸੀਂ ਤਾਂ ਵੀ ਕਹਿ ਵੀ ਸਕਦੇ ਹਾਂ ਨਾ ਕਿ ਅਸੀਂ ਡਿਮਾਂਡ ਕੀਤੀ ਸਾਨੂੰ ਮਿਲਿਆ ਨਹੀਂ, ਪਰ ਡਿਮਾਂਡ ਨਹੀਂ ਕੋਈ ਕਰਦਾ ਬੰਦਾ। ਇਹ ਝੂਠ ਹੈ। ਲੋਕੀ ਕਹਿੰਦੇ ਅਸੀਂ ਡਿਮਾਂਡ ਕਰਦੇ ਹਾਂ, ਲੋਕੀ ਧੀਆਂ ਪੁੱਤ ਮੰਗਦੇ ਨੇ, ਕਾਰੋਬਾਰ ਮੰਗਦੇ ਨੇ, ਸਰੀਰ ਦੀ ਤੰਦਰੁਸਤੀ ਮੰਗਦੇ ਨੇ, ਕਹਿੰਦੇ ਸਾਡੇ ਬੱਚੇ ਦਾ ਵਿਆਹ ਹੋ ਜੇ, ਸਾਡੀ ਬੱਚੀ ਦਾ ਵਿਆਹ ਹੋ ਜੇ, ਮੈਨੂੰ ਨੌਕਰੀ ਮਿਲ ਜੇ, ਘਰ ਮਿਲ ਜੇ, ਮਹਿਲ ਮਿਲ ਜੇ, ਹੋਰ ਵੱਡਾ ਮਹਿਲ ਮਿਲ ਜੇ, ਮੈਂ ਸਾਰੇ ਸ਼ਹਿਰ ਦਾ ਸਟੇਟ ਬਣ ਜਾ। ਪਰ ਕੋਈ ਨਹੀਂ ਕਹਿੰਦਾ ਕਿ ਪ੍ਰਮਾਤਮਾ ਤੂੰ ਮੇਰੇ ਘਰ ਆ ਜਾ, ਮੇਰੇ ਜੀਵਨ ਚ ਆ ਜਾ। ਕਿਉਂਕਿ ਪ੍ਰਮਾਤਮਾ ਨੂੰ ਸੱਦਣਾ ਕਾਫੀ ਵੱਡਾ ਕੰਮ ਹੈ, ਕਾਫੀ ਸੁਧਰਨਾ ਪਊਗਾ। ਜੀਵਨ ਇੱਕ ਫਿਰ ਖੰਡਿਓ ਤਿੱਕੀ ਵਾਲੋਂ ਨਿੱਕੀ ਗੱਲ ਹੋ ਜਾਏਗੀ, ਔਖਾ ਕੰਮ ਹੋ ਜਾਏਗਾ। ਇਸ ਕਰਕੇ ਬੰਦਾ ਰੱਬ ਕੋਲ ਜਾਂਦਾ ਨਹੀਂ ਹੈ। ਮੂਰਤੀ ਨੇ ਕੀ ਕਹਿਣਾ? ਮੂਰਤੀ ਤੇਰੀ ਆਪ ਬੈਠੀ ਆ, ਉਹਨੂੰ ਫੁੱਲ ਚੜਾ ਦੋ, ਉਹਨੂੰ ਧਤੂਰੇ ਦਾ ਬੀਜ ਚੜਾ ਦੋ, ਉਹਨੇ ਥੋੜੀ ਕੁਛ ਕਹਿਣਾ। ਉਹ ਸਾਡੀ ਮਰਜ਼ੀ ਹੈ, ਜਿਹੜਾ ਮਰਜ਼ੀ ਰੂਪ ਉਹਨੂੰ ਕੱਪੜਾ ਪਵਾ ਦੋ, ਉਹ ਕਹਿੰਦੀ ਅੱਗੋਂ ਭਾਵੇਂ ਮਹੀਨਾ ਕੱਪੜਾ ਨਾ ਧੋ ਉਹਦਾ, ਉਹਨੇ ਕਿਹੜਾ ਕਹਿਣਾ ਨਾ ਧੋ, ਉਹਨੂੰ ਕਿਹੜਾ ਪਸੀਨਾ ਆਉਂਦਾ। ਠੀਕ ਹੈ ਨਾ ਜੋ ਸਾਹਿਬ? ਬਿਲਕੁਲ। ਕਹਿਤ ਕਬੀਰ ਸੁਨੋ ਰੇ ਸੰਤੋ, ਅੰਨ ਧਨ ਕਛੂਏ ਲੈ ਨਾ ਗਇਓ। ਆਖਰੀ ਦੇ ਵਿੱਚ ਕਬੀਰ ਜੀ ਦੱਸ ਰਹੇ ਸਾਧਨਾ ਕਰਨ ਵਾਲਾ। ਆਨਾ ਮੇਰੀ ਆਵਾਜ਼ ਕੋਈ ਪਤਾ ਨਹੀਂ ਕਿ ਮਾइक और स्पीकर आवाज आ रही है? नहीं जी, स्पीकर से माइक दोनों रिपीट हो रही है आवाज। किसी ने खोलता क्या? कोई नहीं, हुण हो गया, माइक बंद है सारे ने। चलो। कहत कबीर सुनो रे संतो, अन तन कछुए लै ना गयो। आई तलब इको आ रही है ना, वही तो गड़बड़ है ना जी। ते ਉਹਦਾ ਤਾਂ ਕੋਈ ਹੁਣ नहीं, कोई नहीं हुण तू कर दो, हुण समाप्ति होगी। ਹਾਂਜੀ ਹਾਂਜੀ। आई तलब गोपाल राय की माया मंदिर छोड़ गए, छोड़ चलियो। ਕਹਿੰਦੇ ਕਬੀਰ ਜੀ ਕਹਿੰਦੇ ਆ ਵੀ ਹਾਲੇ ਵੀ ਜਿਹੜਾ ਹੈਗਾ ਸਮਾਂ ਹੈਗਾ ਤੇਰੇ ਕੋਲ ਭਾਈ, ਹਾਲੇ ਵੀ ਸੋਚ ਲਾ, ਕੋਈ ਵੀ ਚੀਜ਼ ਤੇਰੇ ਨਾਲ ਨਹੀਂ ਜਾਣੀ। ਅੰਨ ਧਨ ਕਛੂਏ ਲੈ ਨਾ ਗਇਓ। ਕਹਿਤ ਕਬੀਰ ਸੁਨੋ ਰੇ ਸੰਤੋ, ਅੰਨ ਧਨ ਕਛੂਏ ਲੈ ਨਾ ਗਇਓ। ਕੁਛ ਵੀ ਨਹੀਂ ਲੈ ਕੇ ਜਾ ਸਕਦਾ ਆਪਣੇ ਨਾਲ ਤੂੰ। ਸਿਰਫ ਜਿਹੜਾ ਹੈਗਾ ਜੋ ਧਿਆਨ ਸਿਮਰਨ ਕੀਤਾ, ਜੋ ਆਪਣੇ ਆਚਾਰ ਬਣਾਏ ਆ, ਜੋ ਗੁਣ ਹੈਗੇ ਆ, ਉਹ ਤੇਰੇ ਨਾਲ ਜਾਣਗੇ। ਕਹਿਤ ਕਬੀਰ ਸੁਨੋ ਰੇ ਸੰਤੋ, ਅੰਨ ਧਨ ਕਛੂਏ ਲੈ ਨਾ ਗਇਓ। ਆਈ ਤਲਬ ਗੋਪਾਲ ਰਾਏ ਕੀ, ਮਾਇਆ ਮੰਦਰ ਛੋੜ ਕੇ ਚਲਿਓ। ਉਹ ਮਾਲਕ ਪਰਮਾਤਮਾ ਦਾ ਆਰਡਰ ਆ ਗਿਆ ਤੇ ਬਸ ਉਸੇ ਵੇਲੇ ਜਿਹੜਾ ਹੈਗਾ ਜੋ ਵੀ ਮਾਇਆ ਹੈਗੀ, ਜੋ ਕਾਰਗ੍ਰਿਸ਼ਤੀ ਹੈਗੀ, ਜੋ ਕੁਛ ਵੀ ਹੈਗਾ, ਆਪਣਾ ਸਰੀਰ ਤੇਰਾ ਜੋ ਕੁਛ ਵੀ ਹੈਗਾ, ਸਾਰਾ ਦਾ ਸਾਰਾ ਤੁਰੰਤ ਜਿਹੜਾ ਛੱਡ ਕੇ ਜਾਣਾ ਪਊਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਇਹ ਕਹਿੰਦੇ ਕਿ ਜਦੋਂ ਤੈਨੂੰ ਸੰਸਾਰ ਤੋਂ ਜਾਣਾ ਪਊਗਾ ਨਾ, ਤੇ ਤੇਰੇ ਨਾਲ ਕੁਝ ਵੀ ਨਹੀਂ ਜਾਣਾ। ਜਾਣਾ ਤੇ ਛੱਡੋ, ਜਿਨ੍ਹਾਂ ਦੇ ਲਈ ਤੂੰ ਔਖਾ ਸੌਖਾ ਹੋ ਰਿਹਾ ਨਾ, ਉਹ ਤੈਨੂੰ ਪਛਾਣਦੇ ਨਹੀਂ ਆ। ਇਹ ਸਭ ਜਿਹੜੀਆਂ ਮੋਹ ਦੀਆਂ ਤੰਦਾਂ ਨੇ, ਕਿਉਂਕਿ ਤੇਰੀ ਕਲਪਨਾ ਸੀ, ਤੇਰੇ ਮਨ 'ਚ ਇੱਛਾ ਸੀ, ਜੋ ਤੂੰ ਚਾਹੁੰਦਾ ਸੀ ਮੈਂ ਪੈਦਾ ਕਰਾਂ, ਮੈਂ ਆਹ ਕਰਾਂ, ਉਹ ਤੇ ਤੂੰ ਕਰ ਲਈਆਂ।
ਪਰ ਉਹ ਜਿੱਥੇ ਮੇਨ ਚੀਜ਼ ਤੇਰੇ ਕੋਲ ਨਾਮ ਰੂਪੀ ਰਤਨ ਤੇ ਤੈਨੂੰ ਲੱਭਿਆ ਨਹੀਂ। ਉਹ ਜਿਹੜਾ ਸ਼ਬਦ ਦੇ ਦਿੰਦੇ ਲੋਕੀ ਕੰਨਾਂ 'ਚ ਫੂਕ ਮਾਰ ਕੇ, ਉਹ ਤੇ ਕਿਸੇ ਕੰਮ ਦਾ ਨਹੀਂ ਹੈਗਾ। ਉਹ ਤੇ ਪੜ੍ਹ ਲਓ, ਜਿੰਨਾ ਮਰਜ਼ੀ ਪੜ੍ਹੀ ਜਾਓ, 6-6 7-7 ਕੀ 50 ਸ਼ਬਦ ਲੈ ਲਓ, ਉਹਨਾਂ ਨੂੰ ਕਮਾਉਣਾ ਪੈਣਾ ਹੈ। ਉਹ ਕੋਈ ਦਾਦਾ ਨਹੀਂ, ਉਹ ਕੋਈ ਔਖਾ ਕੋਈ ਨਹੀਂ ਕਹਿੰਦਾ ਮਨ ਤੋਂ ਅੱਗੇ ਜਾਣਾ, ਕਿਉਂਕਿ ਮਨ ਤੋਂ ਅੱਗੇ ਗਿਆ ਕੋਈ ਨਹੀਂ। ਜਾਊਗਾ ਤੇ ਦੱਸੂਗਾ ਮਨ ਤੋਂ ਅੱਗੇ ਕੀ ਹੈ। ਜਦ ਤੱਕ ਬੰਦਾ ਮਨ ਤੋਂ ਅੱਗੇ ਨਹੀਂ ਜਾਂਦਾ, ਤਦ ਤੱਕ ਜੀਵਨ 'ਚ ਕੋਈ ਬਦਲਾਅ ਨਹੀਂ ਆਉਂਦਾ, ਭਾਵੇਂ ਕੋਈ ਜਿੱਥੇ ਮਰਜ਼ੀ ਘੋੜੇ ਭਜਾ ਕੇ ਵੇਖ ਲੈ। ਕੇਵਲ ਬੰਦੇ ਨੂੰ ਇੱਕ ਹੀ ਚੀਜ਼ ਸ਼ੁੱਧ ਕਰ ਸਕਦੀ ਹੈ, ਉਹ ਸਾਡੀ ਆਤਮਾ, ਮਤਲਬ ਸਰਵ ਵਿਆਪਕ ਇੱਕ ਸ਼ਕਤੀ ਹੈ ਜਿਹਨੂੰ ਅਸੀਂ ਪਰਮਾਤਮਾ ਕਹਿੰਦੇ ਹਾਂ। ਜਦੋਂ ਕੋਈ ਜੀਵ ਉਹਦੇ ਵਿੱਚ ਸੁਰਤੀ ਆਪਣੀ ਇਕਾਗਰ ਕਰਕੇ ਬਹਿ ਜਾਂਦਾ ਹੈ ਤੇ ਸਾਰੀ ਮਲੀਨਤਾ ਧੋਤੀ ਜਾਂਦੀ ਹੈ। ਕੁਛ ਵੀ ਕਰਨ ਦੀ ਲੋੜ ਨਹੀਂ, ਕੋਈ ਦਾਨ ਨਹੀਂ ਕਰਨ ਦੀ ਲੋੜ, ਕੋਈ ਪੁੰਨ ਕਰਨ ਦੀ ਲੋੜ ਨਹੀਂ, ਕੋਈ ਚੰਗੇ ਕਰਮ ਕਰਨ ਦੀ ਲੋੜ ਨਹੀਂ, ਕੇਵਲ ਬੰਦਗੀ ਕਰਨ ਦੀ ਲੋੜ ਹੈ। ਜਦੋਂ ਬੰਦਗੀ ਹੀ ਕਰਦੇ ਹਾਂ ਤੇ ਸਾਨੂੰ ਆਪੇ ਗਿਆਨ ਪ੍ਰਾਪਤ ਹੋ ਜਾਂਦਾ। ਸਭ ਤੋਂ ਪਹਿਲਾਂ ਸਾਨੂੰ ਗਿਆਨ ਦੀ ਪ੍ਰਾਪਤੀ ਹੋਣੀ ਹੈ, ਕਿਉਂਕਿ ਗਿਆਨ ਤੋਂ ਬਿਨਾਂ ਹੁਣ ਤੁਸੀਂ ਜਾਣਾ ਕਿੱਥੇ ਆ, ਕਿੱਥੋਂ ਪਤਾ ਲੱਗੂਗਾ? ਕੋਈ ਐ ਥੋੜੀ ਕਿ ਸਾਰਿਆਂ ਦਾ ਜੀਵਨ ਇੱਕੋ ਹੀ ਆ। ਕਈਆਂ ਦਾ ਜੀਵਨ ਕਿਸੇ ਕਿਸਮ ਦਾ ਵਾ, ਕਈਆਂ ਦਾ ਜੀਵਨ ਕਿਸੇ ਕਿਸਮ ਦਾ ਵਾ। ਜੀਵਨ ਤੇ ਵੱਖੋ ਕਿਸਮ ਦਾ। ਸਭ ਤੋਂ ਪਹਿਲਾਂ ਸਾਡੇ ਜੀਵਨ 'ਚ ਗਿਆਨ ਪ੍ਰਗਟ ਹੋਊਗਾ। ਜਦੋਂ ਗਿਆਨ ਦਾ ਸੂਰਜ ਪ੍ਰਗਟ ਹੋਇਆ ਨਾ, ਆਟੋਮੈਟਿਕਲੀ ਮਲੀਨਤਾ ਹੋ ਜਾਣੀ ਆ। ਫਿਰ ਸਾਡੇ ਸਾਰੇ ਕਰਮ ਸਹੀ ਹੋ ਜਾਣੇ। ਧਰਮ ਸਾਡੇ ਜੀਵਨ 'ਚ ਆ ਗਿਆ। ਧਰਮ ਦਾ ਮਤਲਬ ਕੀ ਆ? ਸਹੀ ਤੇ ਗਲਤ ਦੇ ਵਿੱਚ ਜਿਹੜਾ ਫਰਕ ਹੈ ਉਹਨੂੰ ਜਾਣਦਾ ਹੈ ਜਿਹੜਾ ਬੰਦਾ, ਉਹ ਧਾਰਮਿਕ ਹੈ। ਔਰ ਗਲਤ ਦਾ ਤਿਆਗ ਕਰ ਦਿੰਦਾ ਹੈ, ਸਹੀ ਨੂੰ ਫੜ ਲੈਂਦਾ ਹੈ। ਹੰਸ ਨੂੰ ਦੇ ਦੋ ਮੋਤੀ, ਨਕਲੀ ਤੇ ਅਸਲੀ, ਅਸਲੀ ਖਾ ਲੂਗਾ, ਨਕਲੀ ਛੱਡ ਦਿੰਦਾ ਹੈ। ਪਰ ਅਸੀਂ ਕੀ ਕਰਦੇ ਹਾਂ? ਅਸੀਂ ਅਸਲੀ ਛੱਡ ਦਿੰਦੇ ਹਾਂ, ਨਕਲੀ ਖਾ ਲੈਂਦੇ ਹਾਂ। ਫਰਕ ਇੰਨਾ। ਪਰ ਜਦੋਂ ਸਾਡੇ ਜੀਵਨ 'ਚ ਧਰਮ ਆ ਗਿਆ, ਫਿਰ ਸਭ ਕੁਝ ਆਪੇ ਠੀਕ ਹੋ ਜਾਣਾ। ਫਿਰ ਪਰਮਾਤਮਾ ਦਾ ਨਾਮ ਹੀ ਆ ਜੀਵਨ 'ਚ ਆ ਗਿਆ, ਉਸ ਤੋਂ ਅੱਗੇ ਕੁਝ ਨਹੀਂ। ਬਾਕੀ ਜਿਹੜਾ ਕੰਮ ਹੈ ਨਾ, ਦੇਖੋ ਹੌਲੀ ਹੌਲੀ ਪ੍ਰੋਸੈਸ ਚੱਲਣਾ ਹੈ, ਕਿਉਂਕਿ ਕੋਈ ਵੀ ਚੀਜ਼ ਸੰਸਾਰ 'ਚ ਇੱਕਦਮ ਆਉਂਦੀ ਨਹੀਂ ਆ ਤੇ ਨਾ ਹੀ ਜਾਂਦੀ ਹੈ। ਰੂਪ ਹੀ ਬਦਲਦੇ ਨੇ। ਨਾ ਸਾਡੇ ਜ਼ਿੰਦਗੀ 'ਚ ਬੁਰਾਈ ਇੱਕਦਮ ਆਉਂਦੀ ਆ। ਬੁਰਾਈ ਵੀ ਹਰ ਦਿਨ ਆਪਾਂ ਕਰਦੇ ਹਾਂ ਬੁਰਾਈ, ਫਿਰ ਆਪਣੇ ਜੀਵਨ 'ਚ ਬਹੁਤ ਰੱਜ ਕੇ ਬੁਰਾਈ ਆਉਂਦੀ ਹੈ। ਤੁਸੀਂ ਪਹਿਲਾਂ ਇੱਕ ਬੁਰਾ ਕੰਮ ਕਰੋਗੇ, ਫਿਰ 2 ਕਰੋਗੇ, ਫਿਰ 10, 20, 40, 50, 60, 100 ਏਦਾਂ ਕਰਦੇ ਕਰਦਿਆਂ ਬੁਰਾਈ ਸਾਡੇ ਜੀਵਨ 'ਚ ਆਏਗੀ। ਚੰਗਿਆਈ ਵੀ ਇੱਕਦਮ ਨਹੀਂ ਆਉਣੀ, ਹੌਲੀ ਹੌਲੀ ਆਉਣੀ। ਪਰ ਆਉਣੀ ਉਹਦੇ ਜੀਵਨ 'ਚ ਹੀ ਆ ਜਿਹਨੇ ਕਰਨਾ ਹੈ। ਬਾਣੀ 'ਚ ਲਿਖਿਆ, ਖੇਤ ਸਰੀਰ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਆਏ। ਬੀਜਣਾ ਪੈਣਾ ਹੈ ਉਹਦੇ ਵਿੱਚ। ਆਪਣੇ ਆਪ ਤੇ ਕੁਛ ਵੀ ਨਹੀਂ ਉੱਗਦਾ। ਹਾਂ, ਘਾਹ ਉੱਗ ਜਾਂਦਾ ਜੋ, ਜਾਂ ਗਾਜਰ ਬੂਟੀ ਉੱਗ ਜਾਂਦੀ ਜੋ, ਜਿਹੜੀ ਨਾ ਖਾਧੀ ਜਾ ਸਕਦੀ ਆ। ਖਾ ਸਕਦਾ ਕੋਈ? ਉਹਨੂੰ ਨਹੀਂ ਬੀਜਣ ਦੀ ਲੋੜ। ਜੰਗਲੀ ਘਾਹ ਬਥੇਰਾ ਉੱਗ ਜਾਂਦਾ, ਪਰ ਜੰਗਲੀ ਘਾਹ ਆਪਾਂ ਖਾ ਸਕਦੇ ਹਾਂ? ਪਰ ਚੰਗੀ ਚੀਜ਼ ਖਾਣੀ ਆ, ਸਬਜ਼ੀ ਖਾਣੀ ਆ, ਗਾਜਰਾਂ ਖਾਣੀਆਂ, ਆਲੂ ਖਾਣੇ ਆ, ਗੋਭੀ ਖਾਣੀ ਆ, ਦਾਲਾਂ ਖਾਣੀਆਂ, ਫਿਰ ਬੀਜਣੀਆਂ ਪੈਣੀਆਂ। ਪਰ ਕੁਦਰਤ ਇੱਕ ਨਿਯਮ ਦੇ ਕੇ ਗਈ ਹੈ, ਬੜਾ ਸੋਹਣਾ ਨਿਯਮ। ਕੁਦਰਤ ਕਹਿੰਦੀ ਆ, ਤੂੰ ਜੋ ਮਰਜ਼ੀ ਬੀਜ, ਮੈਂ ਮਲਟੀਪਲਾਈ ਕਰਾਂਗੀ, ਇੱਕ ਦਾਣੇ ਨੂੰ 100 ਲਾਵਾਂਗੀ। ਹੁਣ ਲਾਉਣਾ ਕੀ ਉਹ ਤੇਰੇ ਤੇ ਡਿਪੈਂਡ ਕਰਦਾ ਹੈ। ਪਰ ਬੰਦਾ ਵੇਖ ਲਓ, ਬੰਦਾ ਤੇ ਕੰਡੇ ਹੀ ਬੀਜਦਾ ਵਾ। ਬੰਦਾ ਚੰਗੀ ਚੀਜ਼ ਵੇਚਦਾ ਨਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਣਾ। ਮੈਂ ਇੱਥੇ ਜਲੰਧਰ ਗਿਆ, ਮੇਰੀ ਭੂਆ ਰਹਿੰਦੀ ਸੀ ਤੇ ਭੂਆ ਦੀ ਡੈਥ ਹੋ ਗਈ, ਫੁੱਫੜ ਦੀ ਵੀ ਡੈਥ ਹੋ ਗਈ। ਤੇ ਗਵਾਂਢ ਇੱਕ ਅਮਰੂਦਾਂ ਦਾ ਰੁੱਖ, ਬੜੀ ਵਧੀਆ ਅਮਰੂਦਾਂ ਦਾ ਰੁੱਖ, ਉਹ ਅਮਰੂਦ ਜਿਹੜਾ ਵੱਡਾ ਹੋ ਗਿਆ। ਹੁਣ ਦਰਖਤ ਥੋੜੀ ਸੋਚਦਾ ਕਿ ਨਿੱਜਰ ਸਾਹਿਬ ਦਾ ਘਰ ਹੈ, ਚਰਨਜੀਤ ਦਾ ਘਰ ਹੈ। ਉਹ ਤੇ ਪ੍ਰਕਿਰਤੀ ਹੈ। ਉਹ ਅਮਰੂਦ ਦੀਆਂ 3 ਟਾਹਣੀਆਂ ਜਿਹੜੀਆਂ ਨਾ, ਇਹ ਸਾਡੇ ਭੂਆ ਦੇ ਘਰ ਆਉਂਦੀਆਂ। ਨਿੱਜਰ ਸਾਹਿਬ, ਹਾਂਜੀ ਹਾਂਜੀ, ਉਹ ਏਡੀ ਖਤਰਨਾਕ ਜਨਾਨੀ, ਉਹਨੇ ਅਮਰੂਦ ਹੀ ਵੜਦਾ ਨਿੱਜਰ ਸਾਹਿਬ। ਲੋਕਾਂ ਦੀ ਸੋਚ ਕਿੱਦਾਂ? ਬਲਵਿੰਦਰ ਜੀ, ਤੁਹਾਡਾ ਮਾਈਕ ਆਨ ਜੇ, ਮਾਈਕ ਬੰਦ ਕਰੋ ਪਲੀਜ਼। ਤੇ ਉਹਨਾਂ ਨੇ ਐਸੇ ਬੰਦੇ ਦੀ ਸੋਚ, ਤੂੰ ਵੜ ਦੋ ਇਹਨੂੰ, ਅਮਰੂਦ ਵੜ ਦੋ। ਸਾਡੇ ਗੁਆਂਢੀਆਂ ਘਰ 3 ਟਾਹਣੀਆਂ ਚਲ ਗਈਆਂ ਨੇ ਤੇ ਉਹ ਅਮਰੂਦ ਖਾਂਦੇ ਨੇ, ਕਿਉਂ ਨਾ ਰੁੱਖ ਹੀ ਵੜ ਦਿੱਤਾ ਜਾਵੇ। ਏਦਾਂ ਦੇ ਲੋਕ ਨੇ। ਆਪ ਨਹਿਰ ਤੇ ਜਾ ਕੇ ਵੇਖੋ, ਅੰਗਰੇਜ਼ਾਂ ਦੇ ਜ਼ਮਾਨੇ ਦੀ ਨਹਿਰ ਜੇ, ਉੱਥੇ ਘੱਟੋ ਘੱਟ ਜ਼ਿਆਦਾ ਨਹੀਂ ਤੇ 200-300 ਜਿਹੜਾ ਨਾ ਜਾਮਨੂਆਂ ਦਾ ਰੁੱਖ ਹੈ ਨਿੱਜਰ ਸਾਹਿਬ। ਇਹਨਾਂ ਨੇ ਬੀਜਿਆ, ਉਹਨਾਂ ਨਹੀਂ ਖਾਦੇ।
ਲੋਕੀ ਖਾਂਦੇ ਆ। ਪਰ ਲੋਕਾਂ ਦੀ ਸੋਚ ਵੇਖੋ ਕਿੱਡੀ ਵੱਡੀ ਸੋਚ ਆ। ਉਹਨੇ ਸੋਚਿਆ ਕਿ ਦੂਜੇ ਰੁੱਖ ਵੀ ਲਾਉਣੇ ਆ, ਕਿਉਂ ਨਾ ਇਹ ਜਿਹੜੇ ਜਾਮਨੂੰ ਦੇ ਰੁੱਖ ਲਾਏ ਜਾਣ, ਲੋਕ ਖਾ ਲੈਣਗੇ। ਤੇ ਇਹੋ ਤੇ ਸੋਚ ਆ, ਹੋਰ ਧਰਮ ਕੀ ਆ। ਅਤੇ ਆਪਣੇ ਪਿੰਡ ਵਾਲੇ ਲੱਦੇ ਵੱਟ ਤੇ ਵੱਟ ਵੱਢੀ ਜਾਂਦੇ ਆ। ਪਹਿਲਾਂ ਜ਼ਮਾਨੇ ਲੋਕੀ ਰਾਹ ਬਣਾਉਂਦੇ ਹੁੰਦੇ ਸੀ ਕਿ ਬਈ ਰਾਹ ਬਣਾਓ, ਇਹ ਪੁੰਨ ਦਾ ਕੰਮ ਹੈ, ਸੁੱਭ ਮਿਲਦੀ। ਤੇ ਹੁਣ ਅੱਜ ਕੱਲ ਵੇਖ ਲਓ ਲੋਕੀ ਕਿੱਦਾਂ ਦੀ ਸੋਚ ਹੈ। ਲੋਕੀ ਰਾਹ ਵੱਢ ਲੈਂਦੇ ਨੇ, ਬਿਲਕੁਲ ਲੜਦੇ ਨੇ ਰਾਹ ਦੇ ਲਈ। ਇਹ ਆਪਣੀ ਸੋਚ ਹੈ ਆਪਾਂ। ਔਰ ਬਾਕੀ ਦੇਣਾ ਜਿਹੜਾ ਨਾ, ਜਿਹੜੀ ਭੁੱਖ ਬੰਦੇ ਦੀ, ਉਹ ਰੱਬ ਕੱਢਦਾ ਵਾ। ਬੰਦੇ ਦੀਆਂ ਏਦਾਂ ਝੱਕਾ ਮਾਰਿਆ ਭੁੱਖ ਨਹੀਂ ਇਹ ਦੂਰ ਹੁੰਦੀ। ਜਦੋਂ ਸਾਡੀ ਨੀਅਤ ਸਾਫ਼ ਹੋ ਗਈ ਨਾ, ਉਹ ਥੋੜਾ ਹੀ ਮਿਲ ਗਿਆ, ਸੰਤੁਸ਼ਟੀ ਆ ਜਾਊਗੀ। ਕਿਉਂਕਿ ਆਤਮਾ ਸੰਤੁਸ਼ਟ ਉਹਨਾਂ ਚਿਰ ਹੋਣੀ ਨਹੀਂ ਜਿੰਨਾ ਚਿਰ ਤੱਕ ਅਸੀਂ ਆਪਣੇ ਜੀਵਨ ਨੂੰ ਸਹੀ ਤਰੀਕੇ ਨਾਲ ਬਤੀਤ ਨਹੀਂ ਕਰਦੇ। ਉਹਨਾਂ ਚਿਰ ਤੱਕ ਤੁਹਾਡੇ ਅੰਦਰ ਜਿਹੜੀ ਨਾ ਸੁਰਤੀ ਇਕਾਗਰ ਨਹੀਂ ਹੋਣੀ, ਕਿਉਂਕਿ ਰਿਕੁਆਇਰਮੈਂਟ ਹੀ ਉਹ ਆ। ਹੁਣ ਇੱਥੇ ਮੈਂ ਸਾਰੇ ਟੱਬਰ ਦੇ ਭਾਦੀ ਬਣਾਈਆਂ, ਕੰਮ ਮੈਂ ਖੁਦ ਕੋਈ ਕਰਦਾ ਨਹੀਂ ਆ, ਲਾਟ ਸਾਹਿਬ ਬਣਿਆ ਪਿਆ, ਤੇ ਮੇਰਾ ਮਨ ਕਿੱਥੋਂ ਸ਼ਾਂਤ ਹੋਊਗਾ? ਨਾ, ਮਨ ਸ਼ਾਂਤ ਉਦੋਂ ਹੋਊਗਾ ਜਦੋਂ ਮੈਂ ਆਪਣੀ ਡਿਊਟੀਆਂ ਪੂਰੀਆਂ ਕਰਾਂ। ਕਮ ਸੇ ਕਮ ਮੈਂ ਕਿਤੇ ਬੋਝ ਤੇ ਨਾ ਬਣਾ। ਹਾਂਜੀ ਨਿੱਜਰ ਸਾਹਿਬ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ। ਹਾਂਜੀ, ਬਹੁਤ ਵਧੀਆ ਗੋਰਖੀ ਸਾਹਿਬ, ਬਿਲਕੁਲ ਠੀਕ ਹੈ। ਬਾਕੀ ਸਾਧ ਸੰਗਤ ਜੀ, ਜਿੱਥੇ ਮਰਜੀ ਆਪਾਂ ਬਾਣੀ ਪੜ੍ਹ ਕੇ ਵੇਖ ਲਈਏ, ਬਾਣੀ ਦੇ ਵਿੱਚ ਇਹੋ ਹੀ ਸਮਝਾਇਆ ਗਿਆ ਵਾ ਕਿ ਤੇਰੀ ਜ਼ਿੰਦਗੀ 'ਚ ਆਚਾਰ ਆਉਣੇ ਚਾਹੀਦੇ ਆ। ਲੈ ਕੇ ਆਓ, ਤੇ ਜੇ ਨਹੀਂ ਲੈ ਕੇ ਆ ਸਕਦਾ ਨਾ, ਤੇ ਨਾਮ ਤੇ ਆਓ, ਕਿਉਂਕਿ ਨਾਮ ਬਿਨਾ ਕੈਸੇ ਆਚਾਰ, ਨਾਮ ਤੋਂ ਬਿਨਾ ਚਾਹ ਨਹੀਂ ਆ ਸਕਦੇ। ਬਹੁਤ ਵਧੀਆ ਗੋਰਖੀ ਸਾਹਿਬ, ਬਿਲਕੁਲ ਨਿਚੋੜ ਆ ਇਹ ਜਿਹੜਾ ਗੁਰਬਾਣੀ ਦਾ। ਬਿਲਕੁਲ ਇਹ ਬਾਕੀ ਆ ਮੂਰਤੀਆਂ ਮਾਰਤੀਆਂ, ਇਹ ਬੱਚਿਆਂ ਦੀ ਠੀਕ ਹੈ, ਖਿਲਾਉਣੇ। ਛੋਟੇ ਛੋਟੇ ਬੱਚਿਆਂ ਨੂੰ ਲਿਜਾ ਲਓ, ਆਪਣੇ ਆਪ ਨੂੰ ਧੋਖਾ ਦੇਣਾ ਹੈ, ਭੀੜ ਇਕੱਠੀ ਕਰਨੀ ਹੈ, ਇਹ ਪਖੰਡ ਚੱਲਦਾ ਹੈ। ਪਰ ਕਬੀਰ ਜੀ ਕਹਿੰਦੇ ਇਹ ਚੀਜ਼ ਮੈਂ ਕਰਦਾ। ਮੈਨੂੰ ਪਤਾ ਹੈ ਅਸਲ ਕੀ ਚਾਹੀਦਾ ਪਰਮਾਤਮਾ ਨੂੰ। ਪਰਮਾਤਮਾ ਤੇ ਵੇਂਦਾ ਪਿਆ, ਜਿੰਦਾ ਚੀਜ਼ ਚਾਹੀਦੀ ਉਹਨੂੰ। ਉਹ ਨਕਲੀ ਗਿਆਨ ਤੇ ਨਕਲੀ ਹੈ, ਪਖੰਡ ਨਹੀਂ ਪਰਮਾਤਮਾ ਨੂੰ ਚਾਹੀਦਾ। ਕਿਉਂਕਿ ਇਸ ਲਈ ਤਾਂ ਕਹਿ ਕੇ ਗਏ ਨੇ, ਰਾਮ ਰਾਮ ਕਰਤਾ ਸਭ ਜੱਗ ਫਿਰੇ ਤੇ ਰਾਮ ਨਾ ਪਾਇਆ ਜਾਏ। ਇਹ ਜਿਹੜਾ ਕਰਦੇ ਪਏ ਨਕਲੀ ਰਾਮ, ਇਹ ਨਹੀਂ ਪਰਮਾਤਮਾ ਨੂੰ ਚਾਹੀਦਾ। ਪਰਮਾਤਮਾ ਨੂੰ ਚਾਹੀਦਾ ਹੈ ਕਿ ਤੂੰ ਇੱਕ ਇਨਸਾਨ ਦਾ ਬੱਚਾ ਹੈ ਤੇ ਇਨਸਾਨ ਦੇ ਵਾਂਗੂ ਜੀਵਨ ਬਤੀਤ ਕਰਦਾ। ਤੂੰ ਕੋਈ ਜਾਨਵਰ ਨਹੀਂ ਹੈ ਜਿੱਥੇ ਮਰਜੀ ਜੀ ਕਿਤਾ ਲਿੱਦ ਕਰਦੀ, ਜਿੱਥੇ ਮਰਜੀ ਪੋਸਟ ਕਰਦਾ। ਤੂੰ ਇਨਸਾਨ ਹੈ, ਤੇਰੇ ਕੋਲ ਬੁੱਧੀ ਹੈਗੀ ਹੈ। ਤੂੰ ਵੇਖ, ਤੂੰ ਕਿਹੜਾ ਕੰਮ ਕਰਦਾ, ਕਿਸੇ ਨੂੰ ਕੋਈ ਤਕਲੀਫ ਤੇ ਨਹੀਂ ਹੋ ਰਹੀ, ਕਿਸੇ ਨੂੰ ਕੋਈ ਪਰੇਸ਼ਾਨੀ ਤੇ ਨਹੀਂ ਆ ਰਹੀ। ਪਰ ਇਨਸਾਨ ਏਦਾਂ ਦਾ ਬੰਦਾ ਹੈ, ਜਾਨਵਰ ਤੇ ਫਿਰ ਵੀ ਸੈਂਸ ਹੈਗੀ ਆ। ਉਹ ਵੇਖੋ ਪੂਛ ਮਾਰ ਕੇ ਬਹਿੰਦਾ ਕੁੱਤਾ, ਪਰ ਬੰਦੇ 'ਚ ਸੈਂਸ ਨਹੀਂ ਹੈਗੀ। ਬੰਦਾ ਦੂਜੇ ਦੀ ਪਰੇਸ਼ਾਨੀ ਵੇਂਦਾ ਹੀ ਨਹੀਂ। ਉਹ ਕਿਤੇ ਨਹੀਂ ਸੋਚਦਾ ਕਿ ਮੇਰੇ ਕੋਈ ਇੱਥੇ ਵੀ ਐਕਸ਼ਨ ਦੇ ਨਾਲ, ਮੰਨ ਲਓ ਇੱਥੇ ਕੋਈ ਨਹੀਂ ਹੈਗਾ ਤੇ ਮੈਂ ਮਤਲਬ ਕੋਈ ਨਹੀਂ ਵੇਂਦਾ ਪਿਆ, ਤੇ ਮੈਂ ਆਪਣੇ ਆਪ ਨੂੰ ਧਿਆਨ ਦੇ ਨਾਲ ਚਲਾਵਾਂ, ਕਿ ਇਹਨੂੰ ਪਰੇਸ਼ਾਨ ਨਾ ਕਰਾਂ, ਕੋਈ ਐਸਾ ਕੰਮ ਨਾ ਕਰਾਂ ਜਿਹਦੇ ਕਰਕੇ ਕਿਸੇ ਨੂੰ ਦੁੱਖ ਪਹੁੰਚੇ ਜਾਂ ਕਿਸੇ ਨੂੰ ਰਾਤ ਨੂੰ ਪਰੇਸ਼ਾਨੀ ਪਹੁੰਚੇ। ਪਰ ਨਾ, ਬੰਦਾ ਨਹੀਂ ਸੋਚਦਾ। ਬੰਦਾ ਕੇਵਲ ਆਪਣਾ ਸੁੱਖ ਵੇਂਦਾ, ਉਹ ਆਪਣਾ ਇੰਜੋਇਮੈਂਟ ਵੇਂਦਾ, ਉਹਨੂੰ ਕਿਸੇ ਦੇ ਨਾਲ ਕੋਈ ਲੈਣਾ ਦੇਣਾ। ਠੀਕ ਹੈ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ। ਹਾਂਜੀ।